ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 9:11 ਹੋਏ ਨੇ। 31 ਮਈ ਦਾ ਦਿਨ ਹੈ, ਵਰਾ 2021 ਦਾ, ਸੋਮਵਾਰ ਹੈ, 18 ਜੇਠ, ਨਾਨਕ ਸ਼ੇ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ। ਸਵੇਰ ਦੇ ਆਥਣ ਦੇ 31 ਤਰੀਕ ਦੇ 9:45 ਵਜੇ ਨੇ ਤੇ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਘੇਰਾ ਜਿਹੜਾ ਹੋਰ ਸਖਤ ਹੋ ਗਿਆ ਸੀ ਅੱਜ ਦੇ ਦਿਨ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਪਹਿਲੇ ਹਿੱਸੇ ਦੇ ਵਿੱਚ ਨਮਕੀਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰਨਗੇ, ਦੇਸ਼ ਪੰਜਾਬ ਦੇ ਝਰੋਖੇ 'ਚੋਂ, ਤੇ ਫਿਰ ਕੁਝ ਖਬਰਾਂ ਦੇ ਨਾਲ ਕੱਲ ਕੰਟੇਨਰ ਟਰੱਕਰਸ ਦੀ ਹੋਈ ਇੱਕ ਵੱਡੀ ਭਰਵੀਂ ਮੀਟਿੰਗ ਗੁਰਦੁਆਰਾ ਸਾਹਿਬ ਸਰੀ ਦੇ ਵਿੱਚ, ਤੇ ਇਸ ਦੇ ਬਾਰੇ ਗੱਲਬਾਤ, ਰਾਜਨੀਤਿਕ ਜਿਹੜੇ ਭਾਈਚਾਰੇ ਦੇ ਨੇ ਉਹਨਾਂ ਦੇ ਬਾਰੇ ਮੈਂ ਗੱਲਬਾਤ ਕਰਨੀ ਹੈ ਕਿ ਅੱਜ ਖੜੇ ਕਿੱਥੇ ਹੈ, ਕੀ ਜ਼ਰੂਰਤ ਹੈ, ਮੁਸ਼ਕਲਾਂ ਭਾਈਚਾਰੇ ਨੂੰ ਜਿਹੜੀਆਂ ਨੇ ਉਹ ਕਿੰਨੀਆਂ ਨੇ, ਤੇ ਕਮਿਊਨਿਟੀ ਕੀ ਸੋਚਦੀ ਹੈ, ਕਿਸ ਤਰ੍ਹਾਂ ਅੱਗੇ ਤੁਰਿਆ ਜਾ ਸਕਦਾ ਹੈ, ਕਿ ਇਹਨਾਂ 'ਤੇ ਜ਼ਿੰਮੇਵਾਰੀ ਸੁੱਟ ਕੇ ਸਭ ਕੁਝ ਹੋ ਸਕਦਾ ਜਾਂ ਭਾਈਚਾਰੇ ਨੂੰ ਕੋਈ ਪੈਂਤੜਾ ਲੈਣਾ ਪੈਣਾ। 604 204 0600 ਨੰਬਰ ਹੋਏਗਾ, 6042040600 ਔਨ ਏਅਰ, ਤੇ 604 729 1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ 6047291224। ਰੁੱਤਾਂ ਨੇ ਕਿਵੇਂ ਰੂਹ ਦਾ ਰੂਪ ਨਿਖਾਰਦੀਆਂ, ਇਹ ਤੇਰੀ ਗਿਣਤੀ ਤੋਂ ਨੇ ਗੱਲਾਂ ਬਾਹਰ ਦੀਆਂ। ਕਦੇ ਪੁੱਛ ਕੇ ਦੇਖੀ ਹਾਲ ਸੂਰਜ ਦੇ ਚੜ੍ਹਦੇ ਦਾ, ਸ਼ਾਇਦ ਕੁਦਰਤ ਮਲਹਮ ਬਣ ਜੇ ਅੰਦਰ ਸੜਦੇ ਦਾ। ਖਾ ਲਿਆ ਤੈਨੂੰ ਅੰਦਰ ਦੇ ਤਾਂ ਦੁੱਖਾਂ ਨੇ, ਦੇਖ ਕਿੰਨੇ ਸਾਹ ਨੇ ਵੰਡਤੇ ਬਾਹਰ ਰੁੱਖਾਂ ਨੇ। ਪਤੰਗੇ ਦਾ ਦੇਖ ਚਾਅ ਸ਼ਮਾ ਵਿੱਚ ਵੜਦੇ ਦਾ, ਸ਼ਾਇਦ ਕੁਦਰਤ ਮਲਹਮ ਬਣ ਜਾਏ ਅੰਦਰ ਮਰਦੇ ਸੜਦੇ ਦਾ। ਰਤਾ ਕਵੀ ਜੇ ਜਾਗ ਹਿੰਮਤ ਨੂੰ ਲਾਉਣਾ ਏ, ਪੈਣਾ ਫਿਰ ਇਤਿਹਾਸ 'ਚ ਫੇਰਾ ਪਾਉਣਾ ਏ। ਸਰਵੰਸ ਵਾਰ ਵੀ ਨਾ ਹੌਸਲਾ ਟੁੱਟਾਂ ਲੜਦੇ ਦਾ, ਸ਼ਾਇਦ ਕੁਦਰਤ ਮੱਲਮ ਬਣ ਜਾਏ ਅੰਦਰ ਸੜਦੇ ਦਾ। ਦੈਂਤ ਲੋਭ ਦਾ ਰੂਹ ਦੇ ਚੈਨ ਨੂੰ ਖਾਂਦਾ ਹੈ, ਰਿਜ਼ਕ ਤਾਂ ਵਿੱਚ ਪੱਥਰਾਂ ਦੇ ਪੁੱਜ ਜਾਂਦਾ ਹੈ। ਇੱਥੇ ਅੰਤ ਕੋਈ ਨਹੀਂ, ਘਾੜਤਾਂ ਨਵੀਆਂ ਘੜਦੇ ਦਾ। ਕਦੇ ਪੁੱਛ ਕੇ ਦੇਖੀ ਹਾਲ ਸੂਰਜ ਦੇ ਚੜ੍ਹਦੇ ਦਾ, ਸ਼ਾਇਦ ਕੁਦਰਤ ਮੱਲਮ ਬਣ ਜਾਏ ਅੰਦਰ ਸੜਦੇ ਦਾ, ਸ਼ਾਇਦ ਕੁਦਰਤ ਮੱਲਮ ਬਣ ਜਾਏ ਅੰਦਰ ਸੜਦੇ ਦਾ। ਰਵੀ ਗਰੇਵਾਲ ਆਲਮਗੀਰ ਲਿਖਦਾ ਹੈ। ਨਮਕੀਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸ ਉਮੀਦ ਹੈ ਕਿ ਵੀਕਐਂਡ ਵਧੀਆ ਲੰਘਿਆ ਹੋਊਗਾ ਜੀ ਗਿੱਲ ਸਾਹਿਬ। ਜੀ ਧੰਨਵਾਦ, ਸਭ ਠੀਕ ਠਾਕ ਹੈ। ਤੇ ਪਹਿਲੀ ਖਬਰ ਉੱਥੋਂ ਹੀ ਜਿੱਥੋਂ ਛੱਡੀ ਸੀ ਉੱਥੋਂ ਹੀ ਤੁਰੀਏ ਕਿ ਜਿਹੜਾ ਕਰੋਨਾ ਵਾਇਰਸ ਤੇ ਪੰਜਾਬ ਦੇ ਅੱਜ ਦੇ ਹਾਲਤ ਕੀ ਨੇ ਜੀ? ਜੀ ਗਿੱਲ ਸਾਹਿਬ, ਇੱਕ ਤਾਂ ਪੰਜਾਬ ਦੇ ਵਿੱਚ ਇਸ ਵਕਤ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਮੀਂਹ ਪੈ ਰਿਹਾ ਬਹੁਤ ਤੇਜ਼, ਬਹੁਤ ਹਨੇਰੀ ਇਸ ਵਕਤ ਪੰਜਾਬ ਦੇ ਵਿੱਚ ਚੱਲ ਰਹੀ ਹੈ। ਅੱਛਾ ਜੀ। ਮੀਂਹ ਉਂਝ ਤਾਂ ਲਾਹੇਵੰਦ ਹੋਊਗਾ ਗਿੱਲ ਸਾਹਿਬ ਇਹ ਮੌਸਮ ਦੇ ਹਿਸਾਬ ਦੇ ਨਾਲ, ਕਿਉਂਕਿ ਭਲਕੇ 1 ਜੂਨ ਦਾ ਦਿਹਾੜਾ ਗਾ, ਔਰ ਗਰਮੀ ਆ ਜਿਹੜੀ ਪੂਰੀ ਪੀਕ ਦੇ ਉੱਤੇ ਹੁੰਦੀ ਹੈ, ਮਈ ਲਾਸਟ, ਜੂਨ ਸਟਾਰਟਿੰਗ ਦੇ ਵਿੱਚ। ਔਰ ਇਸ ਵਕਤ ਮੀਂਹ ਪੈਣਾ ਮੌਸਮ ਦੇ ਲਈ ਔਰ ਗਰਮੀ ਦੇ ਲਈ ਇੱਕ ਰਾਹਤ ਆ ਜਿਹੜੀ ਉਹ ਹੋਵੇਗੀ। ਸੋ ਮੀਂਹ ਹਨੇਰੀ ਇਸ ਵਕਤ ਚੱਲ ਰਹੀ ਆ। ਜੇ ਕਰੋਨਾ ਦੀ ਮਹਾਮਾਰੀ ਦੀ ਗੱਲਬਾਤ ਕਰੀਏ ਤਾਂ ਗਿੱਲ ਸਾਹਿਬ ਜਿਹੜੇ ਸਰਕਾਰੀ ਅੰਕੜੇ ਨੇ ਉਹਨਾਂ ਅਨੁਸਾਰ ਕੇਸ ਬਹੁਤ ਘੱਟ ਰਹੇ ਨੇ। ਅੱਜ ਜਿਹੜੇ 24 ਘੰਟਿਆਂ ਦਾ ਅੰਕੜਾ ਮੈਂ ਦੇਖ ਰਿਹਾ, 1,52,734 ਨਵੇਂ ਕੇਸ ਸਾਹਮਣੇ ਆਏ ਨੇ, ਜਿਹੜੇ ਕਿ ਪਿਛਲੇ 47 ਦਿਨਾਂ ਦੇ ਵਿੱਚ ਸਭ ਤੋਂ ਘੱਟ ਨੇ। ਔਰ 3,128 ਮੌਤਾਂ 24 ਘੰਟਿਆਂ ਦੌਰਾਨ ਹੋਈਆਂ ਨੇ। ਟੋਟਲ ਮੌਤਾਂ ਦੀ ਗਿਣਤੀ ਹੁਣ ਤੱਕ 3,29,000 ਨੂੰ ਟੱਪ ਚੁੱਕੀ ਹੈ। ਪੰਜਾਬ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਬਹੁਤ ਘੱਟ ਦਰਜ ਕੀਤੀ ਗਈ ਹੈ ਪਹਿਲਾਂ ਦੇ ਮੁਕਾਬਲੇ। 2,221 ਨਵੇਂ ਕੇਸ ਆਏ ਨੇ। 117 ਮੌਤਾਂ 24 ਘੰਟਿਆਂ ਦੌਰਾਨ ਪੰਜਾਬ 'ਚ ਹੋਈਆਂ ਨੇ। ਠੀਕ ਹੋਣ ਵਾਲਿਆਂ ਦੀ ਦਰ ਭਾਰਤ ਦੇ ਵਿੱਚ 91% ਨੂੰ ਟੱਪ ਚੁੱਕੀ ਹੈਗੀ। ਔਰ ਕਰੋਨਾ ਕਾਰਨ ਜਿਹੜੇ ਲੋਕਾਂ ਦੇ ਮੌਤ ਹੋਈ ਆ ਉਹਨਾਂ ਦੇ ਵਿੱਚੋਂ 58.9% ਜਿਹੜੇ ਵਿਅਕਤੀ ਸੀ ਉਹ ਸੀ ਜਿਹੜੇ ਸਿਹਤਮੰਦ ਸੀਗੇ, ਜਿਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ। ਹਾਲਾਂਕਿ ਕੁਝ ਗੰਭੀਰ ਬਿਮਾਰੀਆਂ ਵਾਲੇ ਵਿਅਕਤੀਆਂ ਦੀ ਮੌਤ ਵੀ ਹੈ ਜਿਹੜੀ ਉਹ ਹੋਈ ਹੈਗੀ, ਜਿਨ੍ਹਾਂ ਦੇ ਵਿੱਚ ਦਿਲ, ਸ਼ੂਗਰ, TB, ਕੈਂਸਰ, ਇਹਨਾਂ ਲੋਕਾਂ ਤੋਂ ਪੀੜਤ
ਲੋਕਾਂ ਜਿਹੜੇ ਸੀਗੇ ਉਹਨਾਂ ਦੀ 17.5% ਵਿਅਕਤੀਆਂ ਦੀ ਮੌਤ ਆ ਜਿਹੜੀ ਉਹ ਹੋਈ ਆ। ਸੋ ਕੁੱਲ ਮਿਲਾ ਕੇ ਸਥਿਤੀ ਜਿਹੜੀ ਆ ਉਹ ਠੀਕ ਨਜ਼ਰ ਆ ਰਹੀ ਆ ਪਹਿਲਾਂ ਦੇ ਮੁਕਾਬਲੇ ਜੀ। ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੇ ਦਿੱਲੀ ਜਾਣ ਤੋਂ ਨਾ ਕਰ ਦਿੱਤੀ ਜੀ, ਕੀ ਗੱਲ ਹੋਈ ਹੈ? ਜੀ ਗੱਲ ਤਾਂ ਬੜਾ ਗੰਭੀਰ ਮਸਲਾ ਹੈ ਔਰ ਇਸ ਮਸਲੇ ਨੇ ਕੇਂਦਰ ਸਰਕਾਰ ਦੇ ਹੋਸ਼ ਉਡਾ ਕੇ ਰੱਖਤੇ। ਕਿਸੇ ਨੇ ਸੋਚਿਆ ਨਹੀਂ ਸੀ ਕਿ ਮਸਲਾ ਇਸ ਰੂਪ ਦੇ ਵਿੱਚ ਅੱਗੇ ਆਊਗਾ। ਦਰਅਸਲ ਹੋਇਆ ਇਹ ਕਿ ਨਰਿੰਦਰ ਮੋਦੀ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਯਾਸ ਤੂਫਾਨ ਆਇਆ ਜਿਹਨੇ ਉੜੀਸਾ, ਗੁਜਰਾਤ, ਈਵਨ ਜਿਹੜਾ ਪੱਛਮੀ ਬੰਗਾਲ ਹੈ, ਮੇਨਲੀ ਪੱਛਮੀ ਬੰਗਾਲ ਤੇ ਉੜੀਸਾ ਨੂੰ ਉਹਨੇ ਆਪਣੀ ਲਪੇਟ ਦੇ ਵਿੱਚ ਲਿਆ। ਉਸ ਤੂਫਾਨ ਤੋਂ ਬਾਅਦ ਦੀ ਸਥਿਤੀ ਨੂੰ ਦੇਖਣ ਦੇ ਲਈ ਪ੍ਰਧਾਨ ਮੰਤਰੀ ਜੀ ਪੱਛਮੀ ਬੰਗਾਲ ਗਏ। ਜਦੋਂ ਪੱਛਮੀ ਬੰਗਾਲ ਗਏ ਉੱਥੇ ਗਿੱਲ ਸਾਹਿਬ ਉਹਨਾਂ ਨੇ ਜਿਹੜੀ ਮੀਟਿੰਗ ਰੱਖੀ, ਉਸ ਮੀਟਿੰਗ ਦੇ ਵਿੱਚ ਮਮਤਾ ਬੈਨਰਜੀ ਨੂੰ ਸੱਦ ਲਿਆ ਔਰ ਉਸ ਵਿਅਕਤੀ ਨੂੰ ਸੱਦ ਲਿਆ ਜਿਹੜੇ ਵਿਅਕਤੀ ਨੇ ਮਮਤਾ ਬੈਨਰਜੀ ਨੂੰ ਹਰਾਇਆ ਸੀਗਾ ਪਿਛਲੇ ਦਿਨਾਂ ਦੇ ਵਿੱਚ। ਉਹ ਤ੍ਰਿਣਮੂਲ ਛੱਡ ਕੇ ਭਾਜਪਾ 'ਚ ਸ਼ਾਮਲ ਹੋਇਆ ਸੀ। ਮਮਤਾ ਬੈਨਰਜੀ ਨੂੰ ਲੱਗਿਆ ਕਿ ਮੇਰੀ ਤੋਹੀਨ ਕਰ ਰਿਹਾ, ਮੇਰੀ ਬੇਇੱਜ਼ਤੀ ਕਰ ਰਿਹਾ, ਮੇਰੇ ਬਰੋਬਰ ਸੀਟ ਦੇ ਉੱਤੇ ਲਿਆ ਕੇ ਉਹਨੂੰ ਬਿਠਾ ਰਿਹਾ ਹੈਗਾ ਔਰ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਜਾਣ ਤੋਂ ਮਨਾ ਕਰਤਾ। ਉਹ ਕਹਿੰਦੇ ਅਲੱਗ ਤੌਰ ਦੇ ਉੱਤੇ ਮੈਨੂੰ ਮਿਲ ਲਓ ਜੇ ਮਿਲਣਾ। ਅੱਧਾ ਘੰਟਾ ਬਾਅਦ ਪਹੁੰਚੇ, 15 ਮਿੰਟ ਲਈ ਮੀਟਿੰਗ ਕੀਤੀ ਔਰ ਇਹ ਸਵਾਲ ਵੀ ਉੱਠੇ ਕਿ ਇਹ ਕੇਂਦਰ ਸਰਕਾਰ ਦਾ ਰਵੱਈਆ ਠੀਕ ਨਹੀਂ ਹੈ ਸੂਬਿਆਂ ਪ੍ਰਤੀ, ਕਿਉਂਕਿ ਜਦੋਂ ਪ੍ਰਧਾਨ ਮੰਤਰੀ ਜੀ ਬਾਕੀ ਸੂਬਿਆਂ 'ਚ ਗਏ ਸੀ ਉੱਥੇ ਤਾਂ ਵਿਰੋਧੀ ਧਿਰ ਦਾ ਆਗੂ ਸੱਦਿਆ ਨਹੀਂ। ਇੱਥੇ ਕਿਉਂਕਿ ਵਿਰੋਧੀ ਧਿਰ ਦਾ ਆਗੂ ਭਾਜਪਾ ਵਾਲਾਗਾ, ਉਹਨੂੰ ਲਿਆ ਕੇ ਮੁੱਖ ਮੰਤਰੀ ਦੀ ਕੁਰਸੀ ਦੇ ਬਰੋਬਰ ਬਿਠਾਤਾ। ਤਾਂ ਗਿੱਲ ਸਾਹਿਬ ਰਾਜਨੀਤਿਕ ਆਗੂਆਂ ਦਾ ਤਾਂ ਚੱਲਦਾ ਹੈ। ਮਮਤਾ ਬੈਨਰਜੀ ਮੀਟਿੰਗ 'ਚ ਨਹੀਂ ਗਈ, ਚਲੋ ਚੱਲ ਗਿਆ, ਇੱਕ ਦੂਜੇ ਖਿਲਾਫ ਬਿਆਨਬਾਜ਼ੀ ਹੋ ਗਈ, ਪਰ ਮੁੱਖ ਸਕੱਤਰ ਆ ਜਿਹੜਾ ਪੱਛਮੀ ਬੰਗਾਲ ਦਾ ਮੀਟਿੰਗ 'ਚ ਨਹੀਂ ਗਿਆ। ਜਦੋਂ ਮੋਦੀ ਜੀ ਖਫਾ ਹੋ ਗਏ ਵੀ ਮੈਂ ਦੇਸ਼ ਦਾ ਪ੍ਰਧਾਨ ਮੰਤਰੀ, ਇਹ ਮੇਰੀ ਮੀਟਿੰਗ 'ਚ ਨਹੀਂ ਆਇਆ ਇਹ ਅਫਸਰ, ਔਰ ਉਹ ਪੱਛਮੀ ਬੰਗਾਲ ਦਾ ਸਭ ਤੋਂ ਵੱਡਾ ਅਫਸਰ ਹੈ। ਮਮਤਾ ਬੈਨਰਜੀ ਤੇ ਹੁੰਦਿਆਂ ਬਿਨਾਂ ਪੁੱਛੇ ਮਮਤਾ ਬੈਨਰਜੀ ਤੋਂ ਉਹਨੂੰ ਨੋਟ ਕਰਤਾ ਕਿ ਭਾਈ ਤੇਰਾ ਡੈਪੂਟੇਸ਼ਨ ਕਰਤਾ, ਤੇਰੀ ਬਦਲੀ ਕਰਤੀ, ਦਿੱਲੀ ਪਹੁੰਚ 31 ਮਈ ਨੂੰ। ਔਰ ਮਮਤਾ ਬੈਨਰਜੀ ਬਾਰੇ ਸਪਸ਼ਟ ਆ ਕਿ ਉਹ ਸਟੈਂਡ ਲੈਂਦੀ ਆ, ਗਟਸ ਦੇ ਨਾਲ ਖੜਦੀ ਆਪਦੇ ਅਫਸਰਾਂ ਦੇ ਨਾਲ। ਪਿਛਲੇ ਸਮੇਂ ਦੇ ਵਿੱਚ ਜਦੋਂ ਪੱਛਮੀ ਬੰਗਾਲ ਦੇ ਇੱਕ ਅਫਸਰ ਤੇ ਸੀਬੀਆਈ ਦੀ ਰੇਟ ਪਈ, ਮਮਤਾ ਬੈਨਰਜੀ ਜਰਕ ਦੇ ਕੇ ਖੜ ਗਈ, ਸੀਬੀਆਈ ਨੂੰ ਵਾਪਸ ਉਨੀ ਪੈਰੀ ਮੋੜਨਾ ਪਿਆ। ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਭਾਜਪਾ ਆਗੂ ਦੇ ਉੱਤੇ ਹਮਲਾ ਹੋਇਆ ਜੇਪੀ ਨੱਡਾ ਦੇ ਉੱਤੇ, 3 IPS ਅਫਸਰਾਂ ਦੇ ਤਬਾਦਲੇ ਕੀਤੇ ਕੇਂਦਰ ਨੇ, ਮਮਤਾ ਬੈਨਰਜੀ ਨੇ ਨਹੀਂ ਮੰਨੇ, ਕੇਂਦਰ ਨੂੰ ਪਿੱਛੇ ਹਟਣਾ ਪਿਆ। ਮੁੱਖ ਸਕੱਤਰ ਦੇ ਮਸਲੇ ਦੇ ਉੱਤੇ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਕਿ ਵਾਪਸ ਲੈ ਲਓ ਆਪਦੇ ਹੁਕਮ, ਅਸੀਂ ਇਸ ਨੂੰ ਨਹੀਂ ਰਿਲੀਵ ਕਰਾਂਗੇ। ਜਦੋਂ ਮੋਦੀ ਜੀ ਨਾ ਮੰਨੇ ਤਾਂ ਅੱਜ 31 ਮਈ ਨੂੰ ਹੀ ਉਹਨੇ ਰਿਟਾਇਰਮੈਂਟ ਲੈ ਲਈ, ਉਹਨੇ ਆਪਣੀ ਨੌਕਰੀ ਛੱਡ ਦਿੱਤੀ ਮੁੱਖ ਸਕੱਤਰ ਨੇ। ਔਰ ਨੌਕਰੀ ਛੱਡਣ ਦੇ ਕੁਝ ਘੰਟਿਆਂ ਬਾਅਦ ਹੀ ਮਮਤਾ ਬੈਨਰਜੀ ਨੇ ਉਹ ਆਪਦਾ ਮੁੱਖ ਸਲਾਹਕਾਰ ਨਿਯੁਕਤ ਕਰ ਲਿਆ, ਬਰੋਬਰ ਦਾ ਅਹੁਦਾ ਦੇਤਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਲਾਹਕਾਰ ਨਿਯੁਕਤ ਕੀਤੇ ਨੇ, ਔਰ ਉਹਨੂੰ ਸਾਰੀ ਸਹੂਲਤ ਸਾਰਾ ਬਰੋਬਰ ਦੇ ਉੱਤੇ ਲਿਆ ਕੇ ਬਹਾ ਲਿਆ। ਤਾਂ ਇਹ ਕੇਂਦਰ ਸਰਕਾਰ ਦੇ ਲਈ ਇੱਕ ਚੇਤਾਵਨੀ ਆ, ਉਹਨਾਂ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਕਿ ਸੂਬਿਆਂ ਦੇ ਨਾਲ ਜਿਸ ਤਰੀਕੇ ਦਾ ਪਿਛਲੇ 7 ਸਾਲਾਂ ਤੋਂ ਵਿਵਹਾਰ ਹੈ, ਫੈਡਰਲਿਜ਼ਮ ਦੀਆਂ ਧੱਜੀਆਂ ਡਾਤੀਆਂ ਇਹਨਾਂ ਨੇ ਔਰ ਸੂਬਿਆਂ ਨੂੰ ਸੂਬੀਆਂ ਬਣਾ ਦਿੱਤਾ। ਮੁੱਖ ਮੰਤਰੀ ਨੂੰ ਪੁੱਛਦੇ ਨਹੀਂ, ਚੱਕ ਕੇ ਮੁੱਖ ਮੰਤਰੀ ਦਾ ਅਫਸਰ ਆ ਜਿਹੜਾ ਉਹ ਕੇਂਦਰ 'ਚ ਟ੍ਰਾਂਸਫਰ ਕਰ ਦਿੰਦੇ ਨੇ। ਸੋ ਇੱਥੋਂ ਜਿਹੜੀ ਇਹ ਬਗਾਵਤ ਨਜ਼ਰ ਆ ਰਹੀ ਹੈ ਮਮਤਾ ਬੈਨਰਜੀ ਦੇ ਰੂਪ 'ਚ, ਉੱਥੋਂ ਦੇ ਅਫਸਰਸ਼ਾਹੀ ਦੇ ਰੂਪ ਦੇ ਵਿੱਚ, ਉਹ ਕੇਂਦਰ ਸਰਕਾਰ ਅਸਲ ਦੇ ਵਿੱਚ ਤੰਗ ਪਰੇਸ਼ਾਨ ਇੰਨਾ ਕਰ ਰਹੀ ਹੈ, ਆਪਦੇ ਹੁਕਮ ਇਸ ਰੂਪ ਦੇ ਵਿੱਚ ਥੋਪ ਰਹੀ ਹੈ ਅਫਸਰਾਂ ਦੇ ਉੱਤੇ ਕਿ ਉਹਨਾਂ ਨੂੰ ਅਸਤੀਫੇ ਦੇਣ ਜਾਂ ਰਿਟਾਇਰਮੈਂਟ ਲੈਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਜੀ ਗਿੱਲ ਸਾਹਿਬ, ਇਹ ਜਿਹੜਾ ਮਮਤਾ ਬੈਨਰਜੀ ਦੇ ਹਿਸਾਬ ਦੇ ਨਾਲ ਜਿਹੜੀ ਇਹ ਸੰਘੀ ਢਾਂਚੇ ਦੀ ਗੱਲ ਨਵੀਂ ਚੱਲੀ ਹੈ, ਦੂਜੇ ਸੂਬੇ ਦੇ ਨਾਲ ਰਲ ਜਾਣ, ਮੈਂ ਕਹਿੰਦਾ ਕਾਇਆ ਕਲਪ ਹੋ ਸਕਦੀ ਹੈ ਸਾਰੇ ਸੂਬਿਆਂ ਦੀ। ਇਹ ਗੱਲ ਸਹੀ ਨਹੀਂ? ਬਿਲਕੁਲ ਗਿੱਲ ਸਾਹਿਬ, ਇਹ ਮਸਲਾ ਹੋਣਾ ਚਾਹੀਦਾ। ਤੁਸੀਂ ਇਹ ਦੇਖੋ ਕਿ ਮਮਤਾ ਬੈਨਰਜੀ ਇਕੱਲੀ ਖੜੀ ਹੈ ਸੰਘੀ ਢਾਂਚੇ ਦੇ ਮਸਲੇ ਦੇ ਉੱਤੇ, ਔਰ ਅਸੀਂ ਜਿਹੜਾ ਪੰਜਾਬ ਸਭ ਤੋਂ ਪਹਿਲਾਂ ਜਨਮਦਾਤਾ ਸੀ ਇਸ ਗੱਲ ਦਾ, ਸਭ ਤੋਂ ਵੱਧ ਅਧਿਕਾਰਾਂ ਦੀ ਮੰਗ ਪੰਜਾਬ ਕਰਦਾ ਸੀ ਜਾਂ ਜੰਮੂ ਕਸ਼ਮੀਰ ਕਰਦਾ ਸੀ, ਤਾਂ ਪੰਜਾਬ ਅੱਜ ਉਹਨਾਂ ਅਧਿਕਾਰਾਂ ਤੋਂ ਪਿੱਛੇ ਹੋਇਆ ਖੜਾ ਹੈਗਾ। ਅਕਾਲੀ ਦਲ ਭਾਜਪਾ ਦੇ ਪੱਖ 'ਚ ਖੜਿਆ ਜਦੋਂ ਜੰਮੂ ਕਸ਼ਮੀਰ ਦੇ ਵੱਧ ਅਧਿਕਾਰ ਹੋਏ ਜਾ ਰਹੇ ਸੀਗੇ, ਔਰ ਕੱਲਾ ਜੰਮੂ ਕਸ਼ਮੀਰ ਆ ਜਿਹੜਾ ਅੜਿਆ ਹੋਇਆ। ਕੇਜਰੀਵਾਲ ਆਪਦੀ ਮੰਗ ਤੋਂ ਪਿੱਛੇ ਹਟ ਗਿਆ, ਦਿੱਲੀ ਨੂੰ ਵੱਧ ਅਧਿਕਾਰਾਂ ਦੀ ਮੰਗ, ਪੂਰਨ ਰਾਜ ਦੀ ਮੰਗ ਕਰਨ ਵਾਲਾ, ਉਹ ਜਦੋਂ ਜੰਮੂ ਕਸ਼ਮੀਰ ਦੇ ਵੱਧ ਅਧਿਕਾਰ ਖੋਏ ਜਾ ਰਹੇ ਸੀ ਉਦੋਂ ਉਹ ਭਾਜਪਾ ਦੇ ਪੱਖ 'ਚ ਖੜ ਗਿਆ। ਤਾਂ ਜਿਹੜਾ ਅਫਸਰਸ਼ਾਹੀ ਨੂੰ ਲਿਜਾ ਕੇ ਕਿਤੇ ਡੈਪੂਟੇਸ਼ਨ ਤੇ ਲੈ ਕੇ ਕਿਤੇ ਟ੍ਰਾਂਸਫਰ ਕਰਤਾ, ਆ ਜਿਹੜਾ GST ਆਇਆ ਸੰਘੀ ਢਾਂਚੇ ਤੇ ਸਭ ਤੋਂ ਵੱਡਾ ਹਮਲਾ ਹੈ। ਸਾਰੇ ਟੈਕਸ ਇਕੱਠੇ ਕਰਕੇ ਕੇਂਦਰ ਲੈ ਜਾਂਦਾ, ਉਦੋਂ ਬਾਅਦ ਕਟੋਰੇ ਲੈ ਕੇ ਸੂਬਿਆਂ ਵਾਲੇ ਝਾਕੀ ਜਾਂਦੇ ਨੇ ਕੇਂਦਰ ਕਨੇ ਵੀ ਸਾਨੂੰ GST ਦਾ ਹਿੱਸਾ ਦੇ ਦਿਓ ਜੀ, ਦੇ ਦਿਓ ਜੀ, ਚਿੱਠੀਆਂ ਲਿਖੀ ਜਾਂਦੇ ਨੇ ਮਨਪ੍ਰੀਤ ਬਾਦਲ ਵਰਗੇ। ਇਕੱਲੀ ਮਮਤਾ ਬੈਨਰਜੀ ਖੜੀ ਹੈ ਇਸ ਵਿਸ਼ੇ ਦੇ ਉੱਤੇ ਕੇਂਦਰ ਨੂੰ
ਲਾਹਨਤਾਂ ਪਾ ਰਹੀ ਆ, ਫਟਕਾਰਾਂ ਪਾ ਰਹੀ ਆ ਔਰ ਬਗਾਵਤੀ ਸੁਰ ਦਿਖਾ ਰਹੀ ਆ ਕਿ ਸਾਡੇ ਸੂਬਿਆਂ ਨੂੰ ਵੱਧ ਅਧਿਕਾਰ ਚਾਹੀਦੇ ਨੇ। ਮਮਤਾ ਬੈਨਰਜੀ ਨੇ ਸਾਫ਼ ਲਿਖਿਆ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ 'ਚ, ਉਹ ਕਹਿੰਦੀ ਸਾਥੋਂ ਪੁੱਛੇ ਬਿਨਾਂ ਸਾਡੇ ਅਫਸਰ ਨੂੰ ਤੁਸੀਂ ਡੈਪੂਟੇਸ਼ਨ ਤੇ ਲਿਜਾ ਰਹੇ ਹੋ। ਔਰ ਕਰੋਨਾ ਦੇ ਦਿਨਾਂ 'ਚ ਕਿਹੜੀ ਹਾਲਤ ਹੈ, ਸੂਬੇ ਦਾ ਸਭ ਤੋਂ ਵੱਡਾ ਅਫਸਰ ਜੇ ਤੁਸੀਂ ਇਸ ਸਮੇਂ ਲੈ ਜਾਓਗੇ, ਉਹਨੂੰ ਰਿਲੀਵ ਅਸੀਂ ਨਹੀਂ ਕਰਾਂਗੇ ਤਾਂ ਸਾਡੇ ਸੂਬੇ ਦਾ ਕੀ ਬਣੂਗਾ। ਤੋ ਇਹ ਅਸਲ ਦੇ ਵਿੱਚ ਜਿਹੜੀਆਂ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ ਉਹਦੇ ਖਿਲਾਫ ਬੋਲਣ ਦੀ ਲੋੜ ਹੈ। ਨਹੀਂ ਤਾਂ ਜੰਮੂ ਕਸ਼ਮੀਰ ਤੋਂ ਬਾਅਦ ਆਪਾਂ ਪਿਛਲੇ ਦਿਨਾਂ 'ਚ ਗੱਲ ਕੀਤੀ, ਮੀਡੀਆ ਨਹੀਂ ਠਾ ਰਿਹਾ। ਲਕਸ਼ਦੀਪ ਦੇ ਵਿੱਚ ਜੋ ਹੋ ਰਿਹਾ, ਜਿਸ ਤਰੀਕੇ ਦੇ ਨਾਲ ਲਕਸ਼ਦੀਪ ਦੇ ਲੋਕਾਂ ਦੇ ਡੈਮੋਕ੍ਰੈਟਿਕ ਰਾਈਟਸ ਖੋਹੇ ਜਾ ਰਹੇ ਨੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਸੂਬਿਆਂ 'ਚ ਆ ਰਹੇ ਨੇ। ਜੀ ਗਿੱਲ ਸਾਹਿਬ। ਅੱਛਾ, ਗੱਲ ਇਹ ਹੈ ਨਵਕਿਰਨ, ਸਮਾਂ ਲੰਘ ਜਾਂਦਾ ਹੈ। ਆਹੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਸਿੱਖ ਅੱਤਵਾਦੀ ਲੱਗਦੇ ਆ, ਇਹਨੇ ਅੰਮ੍ਰਿਤਸਰ ਐਲਾਨਨਾਮੇ 'ਤੇ ਦਸਤਖਤ ਕੀਤੇ ਹੋਏ ਨੇ। ਪਰਨ ਇਹਨੇ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਕੀਤਾ ਕਿ ਮੇਰੀ ਜਾਨ ਵੀ ਪੰਥ ਲਈ ਹੈ, ਅਤੇ ਅੱਜ ਦੇਖ ਲੈ ਕਿੱਥੇ ਖੜਾ ਹੈ। ਵਕਤ ਦੀਆਂ ਗੱਲਾਂ ਹੈ। ਹੁਣ ਇਹਨਾਂ ਦਾ ਜਿਹੜਾ ਕਾਟੋ ਕਲੇਸ਼ ਆ ਉਹ ਕਿੱਥੇ ਕੁ ਹੈ? ਸੱਦ ਲਏ ਸਾਰੇ ਦਿੱਲੀ? ਜੀ ਗਿੱਲ ਸਾਹਿਬ, ਦਿੱਲੀ 3 ਮੈਂਬਰੀ ਇਹਨਾਂ ਦੀ ਕਮੇਟੀ ਬੈਠੀ ਆ, ਜਿਹਦੇ ਵਿੱਚ ਜਿਹੜੇ ਮਲਕ ਰਾਜਨ ਖੜਗੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਨੇ, ਸੋਨੀਆ ਗਾਂਧੀ ਦੇ ਸਭ ਤੋਂ ਨੇੜਲੇ ਨੇ ਉਹ ਨੇ, ਇੱਕ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ, ਇੱਕ JP ਅਗਰਵਾਲ ਦਿੱਲੀ ਦਾ ਕਾਂਗਰਸ ਪਾਰਟੀ ਦਾ ਵੱਡਾ ਲੀਡਰ ਹੈ, ਮੈਂਬਰ ਪਾਰਲੀਮੈਂਟ ਰਿਹਾ। ਤਿੰਨੇ ਬੈਠੇ ਨੇ ਉੱਥੇ। ਅੱਜ 25 ਜਣਿਆਂ ਦਾ ਇੱਕ ਗਰੁੱਪ ਸੱਦਿਆ, 10-10, 15-15 ਮਿੰਟ ਸੁਣਿਆ, ਔਰ ਕੱਲ ਨੂੰ ਫਿਰ 25 ਦਾ ਇੱਕ ਗਰੁੱਪ ਜਾ ਰਿਹਾ, ਪਰਸੋਂ ਨੂੰ ਫਿਰ 25 ਦਾ ਇੱਕ ਗਰੁੱਪ ਜਾ ਰਿਹਾ। ਉਹ 25 ਕਾਂਗਰਸ ਆਗੂਆਂ ਨੂੰ ਉਹਦੇ 'ਚ ਸੱਦੇ ਨੇ। ਇੱਕ ਤਾਂ ਸਾਰੇ MLA ਜਿਹੜੇ ਲੋਕ ਸਭਾ ਮੈਂਬਰ ਨੇ ਤੇ ਰਾਜ ਸਭਾ ਮੈਂਬਰ ਨੇ। ਪ੍ਰਤਾਪ ਬਾਜਵਾ ਵੀ ਜਾ ਕੇ ਹਾਜ਼ਰੀ ਲਵਾਊਗਾ, ਸ਼ਮਸ਼ੇਰ ਦੂਲੋਂ ਵੀ ਹਾਜ਼ਰੀ ਲਵਾਊਗਾ, ਬਿੱਟੂ ਵੀ ਜਾਊਗਾ। ਅੱਜ ਸੁਨੀਲ ਜਾਖੜ ਉੱਥੇ ਹਾਜ਼ਰ ਸੀ, ਚਰਨਜੀਤ ਚੰਨੀ ਉੱਥੇ ਪਹੁੰਚਿਆ, ਮਨਪ੍ਰੀਤ ਬਾਦਲ ਪਹੁੰਚਿਆ, ਰਾਜ ਕੁਮਾਰ ਬੇਰਕਾ ਪਹੁੰਚਿਆ। ਹੁਣ ਉੱਥੇ ਗਿੱਲ ਸਾਹਿਬ ਜਿਹੜੀਆਂ ਮੰਗਾਂ ਚੱਲ ਰਹੀਆਂ ਨੇ, ਤੁਸੀਂ ਦੇਖੋ ਕਿ ਪੰਜਾਬ ਦੇ ਮੰਗਾਂ ਨਹੀਂ ਹੈ, ਪੰਜਾਬ ਦੇ ਮਸਲੇ ਨਹੀਂ ਹੈ। ਚਰਨਜੀਤ ਚੰਨੀ ਹੋਣੀ, ਬੇਰਕਾ ਹੋਰੀ ਤਾਂ ਕਹਿ ਰਹੇ ਨੇ ਕਿ ਦਲਿਤ ਉਪ ਮੁੱਖ ਮੰਤਰੀ ਚਾਹੀਦਾ ਘੱਟੋ ਘੱਟ, ਔਰ BC ਜਿਹੜੇ ਬੈਕਗਰਾਊਂਡ ਦੇ ਨੇ ਗਿੱਲ ਜੀ ਆ ਜੀ, ਉਹ ਕਹਿੰਦੇ ਨੇ ਕਿ BC ਨੂੰ ਵੀ ਸਾਡਾ ਘੱਟੋ ਘੱਟ ਇੱਕ ਕੈਬਨਿਟ ਮੰਤਰੀ ਚਾਹੀਦਾ। ਨਵਜੋਤ ਸਿੰਘ ਸਿੱਧੂ ਕਹਿੰਦਾ ਵੀ ਮੈਨੂੰ ਚਾਹੀਦੀ ਹੈ ਉਪ ਮੁੱਖ ਮੰਤਰੀ ਦੀ ਕੁਰਸੀ ਘੱਟੋ ਘੱਟ। ਹੁਣ ਇਹ ਵੀ ਗੱਲ ਚੱਲ ਰਹੀ ਹੈ ਕਿ ਉਹ ਵਿੱਚ ਵਿਚਾਲੇ ਦਾ ਰਾਹ ਅਪਣਾ ਰਹੇ ਨੇ। 2 ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲ ਰਹੀ ਹੈ, ਇੱਕ ਦਲਿਤ ਭਾਈਚਾਰੇ ਦੇ ਵਿੱਚੋਂ ਔਰ ਦੂਸਰਾ ਨਵਜੋਤ ਸਿੰਘ ਸਿੱਧੂ। ਉਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਫਾਇਦਾ ਇਹ ਹੋ ਜਾਊਗਾ ਕਿ ਨਵਜੋਤ ਸਿੰਘ ਸਿੱਧੂ ਦੇ ਬਰੋਬਰ ਦੇ ਉੱਤੇ ਇੱਕ ਮੰਤਰੀ ਆ ਕੇ ਬਹਿ ਜੂ, ਨਵਜੋਤ ਸਿੰਘ ਸਿੱਧੂ ਦੀ ਪਾਵਰ ਘਟ ਜਾਊਗੀ, ਉਪ ਮੁੱਖ ਮੰਤਰੀ 2 ਹੋਣਗੇ। ਲੇਕਿਨ ਪੰਜਾਬ ਦੇ ਖਜ਼ਾਨੇ ਤੇ ਬੋਝ ਪੈ ਜੂ, ਸਾਡੇ ਸੂਬੇ ਤੇ ਬੋਝ ਪੈ ਜੂ, ਔਰ ਇਸ ਗੱਲ ਦੇਖਣੀ ਕੋਈ ਨਹੀਂ ਝਾਕ ਰਿਹਾ। ਇਕਨੋਮੀ ਪਹਿਲਾਂ ਡਾਊਨ ਹੈ, ਇੱਕ ਮੁੱਖ ਮੰਤਰੀ ਹੋ ਗਿਆ, 2 ਉਪ ਮੁੱਖ ਮੰਤਰੀ ਹੋ ਗਏ, ਕੈਬਨਿਟ ਮੰਤਰੀ ਹੋ ਗਏ, ਇਸ ਤੋਂ ਇਲਾਵਾ ਕਿੰਨੇ ਅਫਸਰਸ਼ਾਹੀ, ਔਰ ਇਹ ਸਾਰੇ ਦਾ ਸਾਰਾ ਜਿਹੜਾ ਬੋਝ ਹੈ ਸੂਬੇ ਦੇ ਉੱਤੇ ਪੈਣਾ। ਇਹਨਾਂ ਕੋਲ ਏਜੰਡਾ ਪੰਜਾਬ ਦਾ ਕੋਈ ਨਹੀਂ। ਚੰਗੀ ਗੱਲ ਤਾਂ ਇਹ ਹੁੰਦੀ ਨਾ ਕਿ ਅੱਜ ਕਿਸਾਨ ਅੰਦੋਲਨ ਨੂੰ ਲੈ ਕੇ 25-25 ਦੇ ਗਰੁੱਪ ਜਾ ਕੇ ਪ੍ਰਧਾਨ ਮੰਤਰੀ ਨਾਲ ਮੀਟਿੰਗਾਂ ਕਰਦੇ। ਚੰਗੀ ਗੱਲ ਤਾਂ ਇਹ ਹੁੰਦੀ ਗਿੱਲ ਸਾਹਿਬ ਕਿ ਕਰੋਨਾ ਦੀ ਇਸ ਮਹਾਮਾਰੀ ਦੇ ਦੌਰਾਨ ਇਹ ਲੋਕਾਂ ਦੇ ਇਲਾਜ ਲਈ ਆਕਸੀਜਨ ਨਹੀਂ ਆ ਰਹੀ, ਪੰਜਾਬ 'ਚ ਆਕਸੀਮੀਟਰ ਨਹੀਂ ਆ ਰਹੇ, ਵੈਂਟੀਲੇਟਰ ਨਹੀਂ ਆ ਰਹੇ, ਉਹਦੀ ਖਾਤਰ ਜਾ ਕੇ ਕੇਂਦਰ ਦੇ ਨਾਲ ਆਡਾ ਲਾਉਂਦੇ, ਪੰਜਾਬ ਦੇ ਅਧਿਕਾਰਾਂ ਲਈ ਲਾਉਂਦੇ, GST ਦਾ ਜਿਹੜਾ ਬਕਾਏ ਦੀ ਖਾਤਰ ਲਾਉਂਦੇ। ਲੇਕਿਨ ਇਹ ਲਾ ਰਹੇ ਨੇ ਉੱਥੇ ਕੁਰਸੀ ਦੀ ਖਾਤਰ। ਉਹ ਕਹਿੰਦਾ ਮੈਨੂੰ ਕੁਰਸੀ ਪਹਿਲਾਂ, ਉਹ ਕਹਿੰਦਾ ਮੈਨੂੰ ਕੁਰਸੀ ਪਹਿਲਾਂ। ਔਰ ਇਹ ਜਿਹੜਾ ਮਸਲਾ ਬੜਾ ਗੰਭੀਰ ਹੈ, ਔਰ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕੀ ਹੱਲ ਨਿਕਲਦਾ। ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਨੂੰ ਕੋਈ ਚੈਲੰਜ ਨਜ਼ਰ ਨਹੀਂ ਆ ਰਿਹਾ, ਕਿਉਂਕਿ ਕਾਂਗਰਸ ਪਾਰਟੀ 'ਚ ਇੰਨੀ ਕੇਂਦਰ ਦੇ ਵਿੱਚ ਵੀ ਗੜ੍ਹ ਹੈ ਨਹੀਂ ਕਿ ਕੈਪਟਨ ਦੀ ਕੁਰਸੀ ਨੂੰ ਕੋਈ ਆਂਚ ਆਉਂਦੀ ਹੋਵੇ। ਕੈਪਟਨ ਅਮਰਿੰਦਰ ਅਗਲੀ ਵਾਰ ਵੀ ਇਹਨਾਂ ਦਾ ਲੱਗਦਾ ਉਮੀਦਵਾਰ ਮੁੱਖ ਮੰਤਰੀ ਚਿਹਰਾ ਹੋਊਗਾ। ਹੁਣ ਵੀ ਮੁੱਖ ਮੰਤਰੀ ਦੀ ਕੁਰਸੀ ਕਿਧਰੇ ਨਹੀਂ ਹਿੱਲਣ ਲੱਗੀ। ਉਹ ਤਾਂ ਚਰਨ ਬਰਾੜ ਵੇਲੇ ਹੀ ਹਿੱਲੀ ਸੀ ਕਿ ਚੱਲ ਸਿਟਿੰਗ ਮੁੱਖ ਮੰਤਰੀ ਹਿਲਾਤਾ ਸੀ ਬੀਬੀ ਭੱਠਲ ਨੇ। ਹੁਣ ਕੁਛ ਨਹੀਂ ਹਿੱਲਣ ਲੱਗਿਆ। ਇਹ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾ ਸਕਦੇ ਨੇ, ਕਿ ਦਲਿਤ ਭਾਈਚਾਰੇ 'ਚ ਉਪ ਮੁੱਖ ਮੰਤਰੀ ਬਣ ਸਕਦਾ। ਇਸ ਵਿਸ਼ੇ ਦੇ ਉੱਤੇ ਮਸਲਾ ਹੱਲ ਕਰ ਸਕਦੇ ਨੇ ਜੀ। ਅੱਛਾ, ਕੋਟਕਪੂਰਾ ਗੋਲੀकांड ਬੁਰਜ ਜਵਾਹਰ ਸਿੰਘ ਤੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਬਰਗਾੜੀ ਦੇ ਵਿੱਚ ਉਹਨਾਂ ਨੇ ਬੇਅਦਬੀ ਕਰ ਦਿੱਤੀ। ਕੋਟਕਪੂਰੇ ਇਕੱਠੇ ਹੋਏ, ਕੋਟਕਪੂਰੇ ਡਾਂਗ ਵਰੀ, ਮੁੜ ਕੇ ਗੋਲੀਆਂ ਚੱਲੀਆਂ ਬਾਈਬਲ ਦੇ ਵਿੱਚ। ਇਹ ਚਾਰੇ ਚੀਜ਼ਾਂ ਦਾ ਇੱਕ ਦਿਨ ਆਪਾਂ ਡਿਟੇਲ 'ਚ 1 ਘੰਟਾ ਇੱਕ ਦਿਨ ਰੱਖ ਕੇ ਸੈੱਟ ਗੱਲ ਕਰਾਂਗੇ, ਇਹਦੇ ਬਾਰੇ ਸ਼ੁਰੂ ਤੋਂ ਗੱਲਬਾਤ ਵੀ ਕਰਾਂਗੇ। ਹੁਣ ਸੈਣੀ ਇਸ ਦੇ ਸੰਬੰਧੀ ਸਿੱਟ ਦੇ ਸਾਹਮਣੇ ਪੇਸ਼ ਹੋਇਆ ਜੀ। ਜੀ ਗੱਲ ਅੱਜ ਸੁਮੇਧ ਸਿੰਘ ਸੈਣੀ ਨਵੀਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੈ, 3 ਮੈਂਬਰੀ ਸੀਨੀਅਰ 3 IPS ਅਫਸਰ ਨੇ, ਉਹਨਾਂ ਦੇ ਸਾਹਮਣੇ ਜਾ ਕੇ ਪੇਸ਼ ਹੋਇਆ। ਲਗਾਤਾਰ 4 ਘੰਟੇ ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਹੋਈ। ਹੋਰ ਵੀ ਕੁਝ ਅਫਸਰ ਨੇ ਜਿਹੜੇ ਉਸ ਸਮੇਂ ਤੇ ਉਹ ਜਾ ਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋਏ ਨੇ। ਦੁਬਾਰੇ ਤੋਂ ਜਾਂਚ ਆ ਜਿਹੜੀ ਉਹ ਸ਼ੁਰੂ ਹੋਈ ਹੈਗੀ। ਹਾਲਾਂਕਿ ਇਹਦੇ ਉੱਤੇ ਬਹੁਤ ਸਾਰੇ ਸਵਾਲ ਲੱਗ ਰਹੇ ਨੇ ਕਿ ਕੀ ਇਹ ਜਾਂਚ ਆ ਜਿਹੜੀ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਪੂਰੀ ਹੋ ਸਕਦੀ ਆ,
ਜਾਂ ਕੀ ਇਹਦੇ ਤੇ ਫੈਸਲਾ ਲਿਆ ਜਾ ਸਕਦਾ, ਕਿਉਂਕਿ ਜਾਂਚ ਪੂਰੀ ਹੋਊਗੀ, ਉਸ ਤੋਂ ਬਾਅਦ ਚਲਾਨ ਪੇਸ਼ ਹੋਊ, ਫਿਰ ਮਸਲਾ ਅਦਾਲਤ ਦੇ ਵਿੱਚ ਹੋਊਗਾ, ਅਦਾਲਤ ਦੇ ਵਿੱਚ ਸੁਣਵਾਈ ਚੱਲੂਗੀ। ਸੋ ਇਸ ਕਰਕੇ ਸਮਾਂ ਤਾਂ ਲੱਗੇਗਾ। ਇਸ ਸਰਕਾਰ ਦੇ ਹੁੰਦਿਆਂ ਇਨਸਾਫ ਮਿਲਣ ਦੀ ਆਸ ਆ ਜਿਹੜੀ ਉਹ ਘੱਟ ਹੈ। ਉਂਝ ਉਧਰੋਂ ਅੱਜ ਸਮੇਰ ਸਿੰਘ ਸੈਣੀ ਪੇਸ਼ ਹੋਏ ਨੇ, ਤੇ ਇਧਰੋਂ ਦੂਜੇ ਬੰਨਿਓ ਜਿਹੜੇ ਬਲਜੀਤ ਸਿੰਘ ਦਾਦੂਵਾਲ ਸਮੇਤ ਹੋਰ ਕਈ ਸਿੱਖ ਸੰਸਥਾਵਾਂ ਦੇ ਵੱਲੋਂ ਨੂੰ ਕੱਲ੍ਹ ਨੂੰ 1 ਜੂਨ 2021 ਨੂੰ ਇਨਸਾਫ ਲਈ ਬਰਗਾੜੀ ਪਹੁੰਚਣ ਦਾ ਸੱਦਾ ਦਿੱਤਾ ਗਿਆ ਗਾ। ਤਾਂ ਉਹਨਾਂ ਨੇ ਕਿਹਾ ਕਿ ਮੁੜ ਸੰਘਰਸ਼ ਸ਼ੁਰੂ ਹੋਣ ਦਾ ਵੀ ਐਲਾਨ ਕਰਾਂਗੇ। ਸੋ ਹੋ ਸਕਦਾ ਹੈ ਬਰਗਾੜੀ 'ਚ ਦੁਬਾਰੇ ਮੋਰਚਾ ਲੱਗੇ, ਜਾਂ ਕੀ ਫੈਸਲਾ ਦਿੰਦੇ ਨੇ ਉਹ, ਕਿਸ ਤਰੀਕਾ ਕਿਹੜੀਆਂ ਸ਼ਖਸੀਅਤਾਂ ਪਹੁੰਚਦੀਆਂ ਨੇ। ਲੋਕਾਂ ਦਾ ਇੱਕ ਵਾਰ ਹੌਸਲਾ ਟੁੱਟਿਆ ਜਦੋਂ ਬਰਗਾੜੀ 'ਚੋਂ ਮੋਰਚਾ ਉੱਠਿਆ, ਦੁਬਾਰੇ ਉਹ ਹੌਸਲਾ ਬੰਨ ਪਾਉਂਦੇ ਨੇ ਜਾਂ ਨਹੀਂ ਪਾਉਂਦੇ, ਇਹ ਕੱਲ੍ਹ ਨੂੰ ਪਤਾ ਲੱਗੂ। ਲੇਕਿਨ ਉਹਨਾਂ ਨੇ ਸੱਦਾ ਗਾ ਜਿਹੜਾ ਉਹ ਕੱਲ੍ਹ ਨੂੰ ਬਰਗਾੜੀ ਪਹੁੰਚਣ ਦਾ ਦਿੱਤਾ ਹੋਇਆ। ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਉਸ ਮੋਰਚੇ ਦੇ ਉੱਤੇ ਲੱਗੀਆਂ ਹੋਈਆਂ ਨੇ। ਈਗਲ ਸਾਹਿਬ, ਧੰਨਵਾਦ ਜੀ। ਅਖੀਰ ਦੇ ਵਿੱਚ ਜੇ ਕੋਈ ਖਬਰ ਰਹਿੰਦੀ ਹੈ 30 ਸੈਕਿੰਡ ਦੇ ਵਿੱਚ ਕੋਈ ਹੋਰ ਸੁਣਾ ਸਕਦੇ ਹੋ? ਜੀ ਗੱਲ ਸਾਹਿਬ, ਇਸ ਤੋਂ ਇਲਾਵਾ ਗੱਲਬਾਤ ਕਰੀਏ, ਕਿਸਾਨ ਅੰਦੋਲਨ ਵਧੀਆ ਚੱਲ ਰਿਹਾ ਹੈਗਾ। ਅੱਜ ਬਬੀਤਾ ਫੁਗਾਟ ਦਾ ਹਰਿਆਣਾ 'ਚ ਘਿਰਾਓ ਕੀਤਾ, ਔਰ ਪੰਜਾਬ ਦੇ ਵਿੱਚ ਇੱਧਰ ਕਿਸਾਨ ਆਗੂਆਂ ਨੇ ਸਿੱਧੇ ਤੌਰ ਦੇ ਉੱਤੇ ਐਲਾਨ ਕੀਤਾ ਹੈ ਕਿ ਹੁਣ ਸਰਜੀਤ ਕੁਮਾਰ ਜਿਆਣੀ ਪੰਜਾਬ ਦੇ ਪਿੰਡਾਂ 'ਚ ਵੜ ਕੇ ਦਿਖਾਵੇ ਦਾ ਘਿਰਾਓ ਕਰਾਂਗੇ। ਉਧਰ ਜੋਗਿੰਦਰ ਸਿੰਘ ਉਗਰਾਹਾਂ ਨੇ 3 ਦਿਨ ਦਾ ਮੋਰਚਾ ਪਟਿਆਲੇ ਲਾਇਆ, ਔਰ ਉਹਨੇ ਐਲਾਨ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲਿਆ ਹੋਇਆਗਾ, ਔਰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੇ ਲਈ ਕੈਪਟਨ ਅਮਰਿੰਦਰ ਸਿੰਘ ਵੀ ਕੁਛ ਨਹੀਂ ਕਰ ਰਿਹਾ। ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਬੋਲੀ ਬੋਲ ਰਿਹਾ ਗਾ। ਸੋ ਲਗਾਤਾਰ ਕਿਸਾਨ ਸੰਘਰਸ਼ ਚੱਲ ਰਿਹਾ। ਮੀਂਹ ਝੱਖੜ ਦੇ ਬਾਵਜੂਦ ਵੱਡੀ ਗਿਣਤੀ ਕਿਸਾਨ ਨੇ ਜਿਹੜੇ ਉਹ ਦਿੱਲੀ ਨੂੰ ਕੂਚ ਅਜੇ ਵੀ ਕਰ ਰਹੇ ਨੇ। ਈਗਲ ਸਾਹਿਬ, ਧੰਨਵਾਦ ਜੀ। ਕੱਲ ਨੂੰ ਫੇਰ 9:15 ਵਜੇ ਗੱਲਬਾਤ ਹੋਏਗੀ। ਸ਼ੁਕਰੀਆ ਜੀ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਟਰੱਕਰਸ ਦਾ ਕੱਲ ਇੱਕ ਜਿਹੜੀ ਗੈਦਰਿੰਗ ਹੋਈ, ਜੇ ਮੈਂ ਖਬਰ ਤੇ ਇਹਦੇ ਅੱਗੇ ਹੀ ਜਾ ਕੇ ਮੈਂ ਇਸ ਵਿਸ਼ੇ ਤੇ ਗੱਲ ਕਰਨੀ। ਪਹਿਲਾਂ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਦੀ ਗੱਲਬਾਤ ਮੈਂ ਕਰਦਿਆਂ ਕਿ UTA ਨੇ ਕੱਲ ਪੂਰਾ ਪੈਂਡੈਮਿਕ ਦੇ ਚਲਦਿਆਂ, ਕੋਵਿਡ ਦੇ ਚਲਦਿਆਂ ਪੂਰੀ ਜਿਹੜਾ ਸੁਰੱਖਿਆ ਦੇ ਨਾਲ ਜਿਹੜਾ ਸਟੇਜ ਹੈ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦਾ ਸ਼ਹੀਦਾਂ ਦੀ ਸਟੇਜ ਆ, ਜਿੱਥੇ ਯੋਧਿਆਂ ਦੀਆਂ ਪਿਕਚਰਾਂ ਲੱਗੀਆਂ ਹੋਈਆਂ, ਅਤੇ ਉਹਨਾਂ ਯੋਧਿਆਂ ਦਾ ਦਿਨ ਵੀ ਆ ਰਿਹਾ ਜੂਨ ਦੇ ਪਹਿਲੇ ਹਫ਼ਤੇ, ਉਹ ਉੱਥੇ ਇਕੱਠ ਜਿਹੜਾ ਕੀਤਾ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ। ਦੇਖੋ ਇੱਕ ਗੱਲ ਮੈਂ ਕਹਾਂ, ਜਿੰਨੇ ਮੈਂਬਰ ਨੇ ਉਹਦੇ ਹਿਸਾਬ ਨਾਲ ਸਾਰੇ ਨਹੀਂ ਪਹੁੰਚੇ। ਬਸ ਇਹੀ ਜਿਹੜੀ ਮਾੜੀ ਕਿਸਮਤ ਕਮਿਊਨਿਟੀ ਦੀ ਹੈ ਹੀ ਇਹ ਹੈ ਬਈ, ਮੇਰਾ ਨਹੀਂ ਇਹ ਇਸ਼ੂ, ਇਹ ਕਿਸੇ ਦਾ ਇਸ਼ੂ ਹੈ। ਗੋਲੀ ਚੱਲਦੀ ਹੈ, ਬੱਚੇ ਮਰਦੇ ਆ, ਇਹ ਸਾਡੇ ਨਹੀਂ ਬੱਚੇ ਹੈ, ਇਹ ਕਿਸੇ ਦੇ ਨੇ। ਸਾਡੇ ਤਾਂ ਠੀਕ ਨੇ, ਸਾਡੇ ਤਾਂ ਘਰੇ ਬੈਠੇ ਨੇ। ਮੈਂ ਅੱਗੇ ਵੀ ਬਹੁਤ ਵਾਰ ਕੁਹਾਰਵਾਲਾ ਦੀ ਤੁਹਾਨੂੰ ਗਜ਼ਲ ਸੁਣਾਈ ਹੈ ਵੀ ਇਹ ਲਾਂਬੂਆਂ ਦਾ ਪਤਾ ਨਹੀਂ ਕਿਹਦੇ ਤਰ੍ਹਾਂ ਮੂਹਰੇ ਖੜ ਜਾਣੇ ਨੇ। ਆ ਜਿਹੜੇ ਵੱਧ ਪੈਸਿਆਂ ਵਾਲਿਆਂ ਨੂੰ ਭੁਲੇਖਾ ਹੋ ਗਿਆ ਨਾ ਕਮਿਊਨਿਟੀ 'ਚੋਂ ਕਮਾਈ ਕਰਕੇ, ਬਈ ਅਸੀਂ ਤਾਂ ਹੁਣ ਇਸ ਤੋਂ ਬਾਹਰ ਨਿਕਲ ਗਏ, ਸਾਡੇ ਕੋਲ ਤਾਂ ਡਰਾਈਵਰ ਨੇ ਗੱਡੀਆਂ ਖੜੀਆਂ 4-4 ਮਿਲੀਅਨ ਦੀਆਂ। ਇਹ ਇਸੇ ਕਮਿਊਨਿਟੀ ਦੇ ਵਿੱਚੋਂ ਕਮਾਏ ਨੇ। ਇਹਨਾਂ ਨੂੰ ਵਾਸਤਾ ਦੇ ਕੇ ਇਹਨਾਂ ਦੇ ਨਾਲ ਹੀ ਇਹਨਾਂ ਨੂੰ ਵੇਚਿਆ। ਇਹਨਾਂ ਨੇ 50-50 ਜਿਹੜੇ ਨੇ ਟ੍ਰੇਡਸਮੈਨਾਂ ਨੇ ਕੰਮ ਕੀਤੇ ਨੇ, ਅਤੇ ਇਹੀ 50-50 ਨੇ 5-5 ਮਹੀਨੇ ਪੈਸੇ ਨਹੀਂ ਲਏ ਵੀ ਕੋਈ ਨਾ ਵੇਚ ਕੇ ਦੇ ਦਿਓ। ਬਸ ਇੱਕ ਪ੍ਰੋਜੈਕਟ ਹੋ ਗਿਆ ਅਤੇ ਖਤਮ। ਇਹੀ ਟ੍ਰੇਡਸਮੈਨ 'ਚੋਂ ਆ ਜਿਹੜੇ ਵੱਡੇ ਇਨਵੈਸਟਰ ਫਿਰਦੇ ਨੇ ਤੁਰੇ, ਇਹ ਟ੍ਰੇਡਸਮੈਨਾਂ ਤੋਂ ਲਿਆਓ, ਲੱਖ ਕੱਢਿਓ, 2-2 ਲੱਖ ਕੱਢਿਓ, ਤੁਹਾਨੂੰ ਨਾਲ 2-2 ਦੇ ਦਿਆਂਗੇ 2 ਸਾਲਾਂ ਨੂੰ। ਹੁਣ ਉਹਨੂੰ ਪਤਾ ਹੈ ਗਰੀਬ ਨੂੰ ਵੀ ਮੇਰੇ ਤੋਂ 2 ਲੱਖ 'ਚ ਕੋਈ ਮੇਰਾ ਬਣਨਾ ਨਹੀਂ, ਅਤੇ ਕਰਕੇ ਇਕੱਠੇ ਦੇ ਕੇ ਡਾਊਨ, ਅਤੇ ਲਓ ਜੀ ਤੁਹਾਨੂੰ 2 ਲੱਖ ਨਾਲ 1.5 ਲੱਖ ਦੇ ਦਿਆਂਗੇ, ਲੱਖ ਦੇ ਦਿਆਂਗੇ। ਬਸ ਮੈਂ ਬੇਨਤੀ ਕਰਾਂ, ਬਹੁਤ ਔਖੇ 2-2 ਲੱਖ ਮਿਲਦੇ ਨੇ। ਸਵਾਰ ਕੇ ਲਿਖਤ ਪੜ੍ਹਤ ਤੇ ਕਿਸੇ ਪ੍ਰੋਜੈਕਟ 'ਚ ਜੇ ਬਿਨਾਂ ਸ਼ੇਅਰ ਹੋਲਡਰ ਤੋਂ ਪੈਸੇ ਦੇਤੇ, ਬਹੁਤ ਵੱਡਾ ਇਸ਼ੂ ਹੈ। ਹੁਣ ਆ ਚੱਲ ਰਹੀਆਂ ਨਾ ਵੱਡੀਆਂ ਬੈਂਕਾਂ, ਪੰਜਾਬੀ ਨਾਂ ਜਿਹੜੇ ਵੱਡੇ ਬੋਰਡ ਲੱਗੇ ਹੋਏ ਸੀ, ਕੱਢਤੇ ਉਹਨਾਂ ਨੇ। ਕੋਈ ਨਾ ਕੋਈ ਪੌਂਜੀ ਸਕੀਮ ਅੰਦਰੋਂ ਲੱਭਦੀ ਆ, ਪਰ ਇੰਸਟੀਟਿਊਟ ਨਹੀਂ ਦੱਸਦੇ ਹੁੰਦੇ ਕਿਉਂਕਿ ਬਦਨਾਮੀ ਉਹਨਾਂ ਦੀ ਹੁੰਦੀ ਹੈ। ਬਹੁਤ ਕੁਝ ਚੱਲ ਰਿਹਾ। RRSP ਤੋਂ ਪੈਸੇ ਚੱਕ ਲਓ, ਉਹਨੂੰ ਮੌਰਗੇਜ ਕੰਪਨੀ ਪ੍ਰਾਈਵੇਟ ਬਣਾ ਲਓ, ਮੌਰਗੇਜ ਕੰਪਨੀ 'ਚ ਫੰਡ ਲੈ ਜਾਓ, ਉਹ ਫੰਡਾਂ ਦੇ ਅਗੇਂਸਟ ਹੋਰ ਫੰਡ ਲੈ ਜਾਓ। ਬਹੁਤ ਪੌਂਜੀ ਸਕੀਮ ਹੈ ਇੱਕ, ਉੱਪਰੋਂ ਚੱਲਦੀ ਹੈ A ਤੋਂ Z ਤੱਕ, ਥੱਲੇ ਤੱਕ ਜਾਂਦੀ ਹੈ। A ਵਾਲੇ ਪੈਸੇ ਜਿਹੜੇ ਨੇ ਲੈ ਲਏ, B ਤੋਂ ਲੈ ਕੇ A ਨੂੰ ਦੇਤੇ, C ਤੋਂ ਲੈ ਕੇ B ਨੂੰ ਲੈ ਤੇ, D ਤੋਂ ਲੈ ਕੇ C ਨੂੰ ਦੇਤੇ, E ਤੋਂ ਲੈ ਕੇ D ਨੂੰ ਲੈਤੇ। ਇਹਨੂੰ ਪੌਂਜੀ ਸਕੀਮ ਕਹਿੰਦੇ ਨੇ। ਜਿੱਦਣ ਅਖੀਰ ਮੁੱਕਣ ਲੱਗਦੇ ਆ ਫਿਰ ਪਤਾ ਲੱਗਦਾ। ਸੋ ਇਹ ਫਿਰ ਆਵਾਂ ਇਸ ਗੱਲ 'ਤੇ ਕਿ ਇਹ ਵਧੀਆ ਇੱਕ ਵੱਡਾ ਇਕੱਠ ਹੋਇਆ। ਜੋਨਾਥਨ ਜਿਹੜਾ ਆਫਿਸ ਮੈਨੇਜਰ ਆ UTA ਦਾ ਅਤੇ ਲੌਬੀਇਸਟ ਦੇ ਤੌਰ 'ਤੇ ਕੰਮ ਕਰਦਾ, ਉਹਨੇ ਦੱਸਿਆ ਵੀ ਕਿੱਥੋਂ ਸਾਡੇ ਨਾਲ ਜਿਹੜਾ ਕਮਿਸ਼ਨਰ ਹੈ
ਪੋਰਟ ਮੈਟਰੋ ਵੈਨਕੂਵਰ ਦਾ, ਇਹਨਾਂ ਲਈ ਜਿਹੜੀ ਜੌਬ ਕ੍ਰੀਏਟ ਕੀਤੀ ਸੀ 14 ਤੋਂ ਬਾਅਦ, ਉਹ ਇੱਕ ਜੀ ਤੁਹਾਨੂੰ ਕਮਿਸ਼ਨਰ ਦਿੰਦੇ ਆ, ਤੁਹਾਡੀਆਂ ਮੁਸ਼ਕਲਾਂ ਸਿੱਧੀਆਂ ਹੱਲ ਕਰਿਆ ਕਰੂ, ਸਾਡੇ ਤੱਕ ਆਉਣ ਦੀ ਨਹੀਂ ਲੋੜ ਹੈ। ਇਹ ਕਮਿਸ਼ਨਰ ਤੁਹਾਡੀ ਫੈਸਿਲੀਟੇਟਰ ਹੈ, ਤੁਹਾਡਾ ਜਿਹੜੀ ਗੱਲ ਇਹਨੂੰ ਮਰਜ਼ੀ ਕਹੋ ਇਹ ਤੁਹਾਨੂੰ ਕਰੂ। ਕਮਿਸ਼ਨਰ ਜੀ ਕਰਦੇ ਨੇ ਮੌਜਾਂ, 2 ਦਿਨ ਆ ਜਾਓ, 1.5 ਦਿਨ ਚਲੇ ਜਾਓ, ਵਿਕਟੋਰੀਆ ਰਹਿ ਲਓ, ਜ਼ੂਮ ਕਰ ਲਓ, ਇਹ ਕਰ ਲਓ। ਸਭ ਤੋਂ ਵੱਡਾ ਹੁਣ ਖਲਾ ਕਿੱਥੇ ਆ ਕਿ ਜਿਹੜਾ ਰੌਲਾ ਪਾਉਂਦੇ ਸੀ ਨਾ ਰਾਜਨੀਤਿਕ ਆ ਕੇ ਮੇਰੇ ਦੂਸਰੇ ਪ੍ਰੋਗਰਾਮਾਂ 'ਚ, ਇਹਨਾਂ 'ਚ, ਲਓ ਜੀ ਸਾਲ ਦਾ 7,000 ਬਣ ਜੂ, ਸਾਲ ਦਾ 20,000 ਬਣ ਗਿਆ। ਹੁਣ ਇਹਨਾਂ ਦਾ ਰੌਲਾ ਸੀ ਵੀ ਸਵੇਰ ਦੇ 2 ਘੰਟੇ ਅਸੀਂ 84 ਤੋਂ ਬਿਨਾਂ ਹੀ ਬਿਨਾਂ 84 ਪਾਈ ਫਿਰੀ ਜਾਂਦੇ, ਸਾਨੂੰ ਕੁਛ ਮਿਲਦਾ ਨਹੀਂ। ਲੈ ਮਿਲਣ ਲੱਗ ਗਏ, ਹੁਣ ਛੱਡਣੀ ਆ 84 ਤੇ ਇੰਨੇ ਮਿਲ ਗਏ। ਹੁਣ ਉਹ 84 ਖਾਲੀ ਜਾਂ ਭਰੀ ਹੋਈ ਤਾਂ ਜਿਹੜੀ ਮਿਲਦੀ ਆ, ਖਾਲੀ ਨੂੰ ਬਿਨਾਂ ਲਾਇਸੈਂਸ ਵਾਲੇ ਟਰੱਕ ਚਲਾਉਂਦੇ ਫਿਰਦੇ ਨੇ। ਆਫ ਡੌਕ ਜਿੰਨਾ ਪੋਰਟ ਤੋਂ ਅੰਦਰ ਤੱਕ ਪਾਸ ਤੋਂ ਬਿਨਾਂ ਜਾਣ ਨਹੀਂ ਦਿੰਦੇ। ਪੋਰਟ ਤੋਂ ਮੰਨ ਲਓ ਡੈਲਟਾ ਪੋਰਟ ਤੋਂ ਇੱਕ ਕੰਟੇਨਰ ਕੱਢਿਆ, ਉਹ ਕੰਟੇਨਰ ਨੂੰ 1 ਕਿਲੋਮੀਟਰ ਬਾਹਰ ਆ ਕੇ ਨੌਨ ਲਾਇਸੈਂਸਡ ਜਿਹੜਾ ਟਰੱਕਰ ਆ ਉਹਦੇ ਪਿੱਛੇ ਪਾ ਦਿੰਦੇ ਨੇ। ਬਸ ਖਤਮ, ਉਹ ਆਫ ਡੌਕ ਕੰਮ ਹੋ ਗਿਆ, ਉਹਦੇ ਲਈ ਲਾਇਸੈਂਸ ਤੋਂ ਬਿਨਾਂ ਉਹ ਕੰਮ ਹੋ ਰਿਹਾ ਹੈ। ਉਹਦਾ ਰੌਲਾ ਹੈ ਤੇ ਉਸ ਰੌਲੇ ਤੋਂ ਸਾਰੇ ਭੱਜ ਰਹੇ ਨੇ। ਕਦੇ ਫੈਡਰਲ ਇਸ਼ੂ ਆ ਜਾਂਦਾ, ਕਦੇ ਪ੍ਰੋਵਿੰਸ਼ੀਅਲ ਇਸ਼ੂ ਆ ਜਾਂਦਾ ਹੈ। ਰਾਜਨੀਤਿਕਾਂ ਦੀਆਂ ਉਹਨਾਂ ਨੇ ਰਿਕਾਰਡਿੰਗਾਂ ਸੁਣਾਤੀਆਂ ਜਦ ਆਪੋਜੀਸ਼ਨ 'ਚ ਬੈਠੇ ਸੀ, ਉਹ ਕਹਿੰਦੇ ਵੀ 1 ਘੰਟਾ ਮੈਨੂੰ ਦੇ ਦਿਓ, 1 ਘੰਟੇ 'ਚ ਸਾਰੇ ਮਸਲੇ ਹੱਲ ਕਰ ਦੂੰ। ਕਹਿ ਤਾਂ ਦਿੱਤਾ ਹੁਣ, ਕਿਉਂਕਿ ਜਿੱਤਣਾ ਸੀ, ਜਿੱਤ ਕੇ ਮਿਨਿਸਟਰ ਬਣਨਾ ਸੀ। ਹੁਣ ਅਗਲੇ ਨੇ ਝਾਂਜਰ ਬੰਨ੍ਹਤੀ, ਉਹ ਛਣਕਦੀ ਆ ਮੁੜ ਮੁੜ ਕੇ, ਰਿਕਾਰਡਡ ਹੈ। ਤੇ ਕਾਰਨ ਇਹ ਹੈ, 2014 ਦੀ ਗੱਲ ਹੈ, ਜਦ ਪਹਿਲੀ ਵੱਡੀ ਕੌਨਵਾਈ ਤੁਰੀ ਪੋਲਾ ਜਿਹੜਾ ਏਰੀਆ 91 ਤੇ, ਉਸ ਦਿਨ ਉਹ ਜਦ ਤੁਰੇ ਤੇ ਉੱਥੇ ਮੈਂ ਗਿਆ ਸਾਂ, ਇੰਨਾ ਉਤਸ਼ਾਹ ਸੀ ਸ਼ੁਰੂਆਤ ਕਰਨ ਵੇਲੇ। ਹੌਲੀ ਹੌਲੀ ਬਸ ਖਿੰਡ ਕੇ ਜਿਹਦਾ ਸੂਤ ਹੈ। ਸਭ ਤੋਂ ਵੱਡੀ ਗੱਲ, ਇੱਕ ਵੱਡੀ ਕੰਪਨੀ ਜਿਹਦੇ ਕਾਲੇ ਟਰੱਕ ਨੇ, ਜਿਨ੍ਹਾਂ ਤੇ ਦੇਖ ਕੇ ਬੰਦੇ ਸੋਚਦੇ ਵੀ ਇਹ ਤਾਂ ਗਏ 4 ਕੈਨ ਲਾ ਕੇ 2 ਵਜੇ ਨੂੰ ਮੁੜਾਉਂਦੇ, ਤਾਂ ਪੈਸੇ ਬਹੁਤ ਬਣਾਉਂਦੇ ਆ। 2021 ਦਾ ਟਰੱਕ ਤੇ 17 ਸਾਲ ਦੀ ਜੌਬ ਵਾਲੇ ਇੱਕ ਬੰਦੇ ਨੂੰ ਉਸ ਕੰਪਨੀ ਨੇ ਕੱਢਤਾ। 7 ਕੱਢਤੇ ਟਰੱਕ, 2 ਉੱਥੇ ਕਾਲੇ ਕੱਲ ਖੜੇ ਸੀ, ਲਾਈਵ ਕੀਤਾ ਹੋਇਆ ਫੇਸਬੁੱਕ ਤੇ, ਦੇਖ ਲਿਓ ਜਾ ਕੇ। ਉਹ ਕਹਿੰਦਾ ਕਿੱਧਰ ਨੂੰ ਜਾਈਏ ਹੁਣ, ਜਵਾਕ ਹਾਣਦੇ ਨੇ, 20 ਸਾਲਾਂ ਦੇ ਨੇ, ਹੁਣ ਸਾਂਭਣ ਦੀ ਲੋੜ ਹੈ। ਹੁਣ ਮੈਂ ਹਾਈਵੇ ਤੇ ਜਾਵਾਂ, ਮੁੜ ਕੇ ਜਦ ਜਵਾਕ ਕਿਤੇ ਪੁੱਠੇ ਰਾਹਾਂ 'ਚ ਪੈਂਦੇ ਨੇ, ਫਿਰ ਪੁਲਿਸ ਟਾਊਨ ਹਾਲ ਦੇ ਵਿੱਚ ਆ ਕੇ ਤੇ ਰਾਜਨੀਤਿਕ ਕਹਿੰਦੇ ਨੇ ਮਾਪਿਆਂ ਦੀ ਪਰਵਰਿਸ਼ ਦਾ ਬਹੁਤ ਔਖਾ ਹੈ, ਮਾਪੇ ਨਹੀਂ ਪਰਵਰਿਸ਼ ਕਰਦੇ। ਕਾਮਾਗਾਟਾ ਮਾਰੂ ਦੇ ਸਮਾਰਕਾਂ ਤੇ ਜਾ ਕੇ ਇੱਥੇ ਆਏ ਸੀ ਸਾਡੇ ਪੁਰਖੇ, ਆ ਜਿਹੜੇ ਜਿਉਂਦੇ ਜੀ ਕਾਮਾਗਾਟਾ ਮਾਰੂ ਤੇ ਚੜੇ ਫਿਰਦੇ ਆ, ਪਿੱਟਦੇ ਆ, ਜਿਨ੍ਹਾਂ ਦੇ ਘਰ ਦੇ ਖਰਚੇ ਨਹੀਂ ਚੱਲਦੇ। ਕੋਈ ਮਨੋਰੋਗੀ ਬਣ ਗਿਆ, ਕੋਈ ਐਡਿਕਸ਼ਨ 'ਚ ਚਲੇ ਜਾਊ, ਕਿਸੇ ਦਾ ਘਰ ਟੁੱਟ ਜੂ, ਕਿਸੇ ਦਾ ਡਿਵੋਰਸ ਹੋ ਜੂ, ਕਿਸੇ ਦੇ ਸਿਰ ਤੇ ਛੱਤ ਨਹੀਂ ਰਹਿਣੀ, ਇਹ ਕਿਹੜੇ ਖੂਹ 'ਚ ਜਾਣਗੇ? ਹੈ ਕੋਈ ਵਾਲੀ ਵਾਰਸ? ਆ ਕਰਿਓ ਫੋਨ 604 204 0600 ਤੇ ਕੋਈ ਰਾਜਨੀਤਿਕ ਆ ਕੇ ਕਹਿ ਦੇਵੇ ਮੈਂ ਇਹਨਾਂ ਦਾ ਜਿੰਮਾ ਉੱਠਦਾ, ਕਰੋ ਫੋਨ ਜੇ ਜੁਰਕਾ ਹੈ ਕਿਸੇ 'ਚ। ਗਰੰਟਡ ਕੀਤੀਆਂ ਹੋਈਆਂ ਨੇ, ਬੇੜਾ ਤਾਂ ਬੈਠਿਆ ਭਾਈਚਾਰੇ ਦਾ, ਜਿਹੜੇ ਅੰਨੇ ਹੋ ਕੇ ਪਾਉਂਦੇ ਆ ਵੋਟਾਂ ਕਿਸੇ ਨੂੰ ਆਪਣੇ ਤੌਰ ਤੇ, ਮੇਰਾ ਸਹੀ ਆ ਫਲਾਣੇ ਨਾਲ, ਬਸ ਤੂੰ ਖੂਹ 'ਚ ਜਾ, ਮੇਰੇ ਵੀਜ਼ੇ ਲੱਗਣਗੇ, ਮੇਰੇ ਕਾਗਜ਼ ਮਿਲਦੇ ਨੇ, ਮੈਨੂੰ ਆਇਆ ਹੁੰਦਾ, ਮੈਨੂੰ ਨਿੱਜ ਨੇ ਐਡਾ ਬੁਰਾ ਹਾਲ ਕੀਤਾ। ਇਹਦੇ 'ਚੋਂ ਤੁਸੀਂ ਬਾਹਰ ਨਿਕਲੋ, ਨਹੀਂ ਇੱਕ ਇੱਕ ਕਰਕੇ ਭਾਈਚਾਰੇ 'ਚੋਂ ਫੁੰਡੇ ਜਾਓਗੇ। ਕੱਲੀ ਕੱਲੀ ਸੋਟੀ ਅਗਲੇ ਤੋੜ ਦੇਣਗੇ। ਉਹਨਾਂ ਨੂੰ ਸਾਡੀ ਖਸਲਤ ਦਾ ਪਤਾ ਲੱਗ ਗਿਆ। ਗਾਹਾਂ ਉਹਨਾਂ ਦੇ ਵਿੱਚੋਂ ਜਿਹੜੇ ਤੁਸੀਂ ਚੁਣ ਕੇ ਭੇਜੇ ਨੇ, ਉੱਪਰ ਪ੍ਰੀਮੀਅਰ ਦੇ ਨੇੜੇ ਕਿਹਨੇ ਹੋਣਾ, ਉੱਥੇ ਗਾਹਾਂ ਠਿੱਬੀਆਂ ਲੱਗਦੀਆਂ ਨੇ। ਉਹ ਕਹਿੰਦਾ ਮੈਨੂੰ ਲਾ ਲਾ ਨੇੜੇ, ਆ ਜਿਹੜਾ 5-4 ਆ ਫਿਰਦੇ ਨੇ ਤੁਰੇ, ਇਹਨਾਂ ਨੂੰ ਤਾਂ ਅਕਲ ਹੈ ਨਹੀਂ। ਮੈਂ ਤੇਰੇ ਨਾਲ ਰਿਹਾ, ਮੈਂ ਤੈਨੂੰ ਘੁਮਾਉਂਦਾ ਰਿਹਾ ਗੱਡੀ 'ਚ, ਮੈਨੂੰ ਪਤਾ ਹੈ ਹਾਊ ਟੂ ਡੂ ਇਟ। ਤੇ ਗਾਹਾਂ ਮੁੱਖ ਮੰਤਰੀ ਦੀ ਕੁਰਸੀ ਤੇ ਨਿਗਾ ਤੇ ਭਾਈਚਾਰੇ ਵੱਲ ਪਿੱਠ ਕਰਕੇ, ਤੇ ਪਾਊ ਕਿਹੜਾ ਵੋਟਾਂ ਤੁਹਾਨੂੰ? ਇਹਨਾਂ ਬਿਨਾਂ ਕੱਖ ਨਹੀਂ ਹੈ। ਇਹਨਾਂ ਵੱਲ ਤਾਂ ਸਾਡੇ ਸਾਹਿਬ ਨੇ, ਜਿਹਨੇ ਵਰੋਸਾਇਆ ਹੱਥ ਕਰਕੇ ਕਹਿਤਾ ਸੀ ਵੀ ਇਹਨਾਂ ਦੀ ਕਿਰਪਾ ਦੇ ਨਾਲ ਹੈ ਸਜਿਆ ਹੋਇਆ ਮੈਂ, ਇਹਨਾਂ ਵੱਲ ਹੱਥ ਕਰਕੇ 4 ਪੁੱਤ ਵਾਰ ਕੇ ਗੁਰੂ ਦੇ ਮਹਿਲਾਂ ਨੂੰ ਗੁਰੂ ਨੇ ਕਹਿਤਾ ਸੀ ਆਹ ਬੈਠਿਆ ਮੇਰੇ। ਇਹ ਉਹ ਤਾਕਤ ਹੈ ਲੋਕਾਂ ਦੀ। ਵਕਤ ਦੇ ਮਾਰੇ ਖਿੰਡੇ ਫਿਰਦੇ ਆ, ਮਿੰਨਤਾਂ ਕਰਦੇ ਆ, ਪਰ ਕੋਈ ਸੁਣਦਾ ਨਹੀਂ, ਤੇ ਅਖੀਰ ਘਰ ਦੇ ਇਕੱਲੇ ਇਕੱਲੇ ਬੈਠੇ ਬਰਬਾਦੀ ਕਰ ਰਹੇ ਹੋ। ਮਰਜ਼ੀ ਹੈ ਤੁਹਾਡੀ, ਜਿਹੜੀ ਤੁਹਾਡੀ ਰਿਪਰੈਜ਼ੈਂਟੇਸ਼ਨ, ਜਿਹੜਾ ਬੰਦਾ ਤੁਹਾਨੂੰ ਜਿਤਾਇਆ, ਜੇ ਤੁਹਾਡੇ ਹੱਕ ਦੇ ਵਿੱਚ ਹੱਥ ਮਾਰ ਕੇ ਮੇਜ਼ ਤੇ ਬੋਲ ਹੀ ਨਹੀਂ ਸਕਦਾ, ਉਹ ਤਾਂ ਤੁਸੀਂ ਕੀ ਕਰਾਉਣਾ, ਕੀ ਕਰੂਗਾ ਤੁਹਾਡੇ ਲਈ? ਤੁਹਾਡੇ ਕੋਲ ਕੁਛ ਪਕੌੜੇ ਚੱਬ ਕੇ
ਗਾਹਾਂ ਜਾ ਕੇ ਅਸੈਂਬਲੀ ਤੇ ਆਟੋਵਾ 'ਚ ਗੱਲਾਂ ਹੋਰ। ਇੱਥੇ ਤੁਹਾਡੇ ਦੁੱਖ, ਉੱਥੇ ਗਾਇਕਾਂ ਦੀਆਂ ਚੜ੍ਹਦੀ ਕਲਾ ਦੀਆਂ ਗੱਲਾਂ। ਸਾਲ 'ਚ ਇੱਕ ਦੀ ਵਾਰ ਮਿਲਣ ਨੂੰ ਮਿਲਦਾ 2-4 ਮਿੰਟ, ਉਹਦੇ 'ਚ ਬਸ ਉਹ ਕਰੋ ਜਿਹਦੇ ਨਾਲ ਤੁਹਾਡੀ ਚੜ੍ਹਤ ਹੋਵੇ। ਬਾਕੀ ਛੱਡ ਦਿਓ ਲੋਕਾਂ ਨੂੰ, ਕਿਉਂਕਿ ਲੋਕਾਂ ਨੂੰ ਤਾਂ ਉਹਨੂੰ ਪਤਾ ਹੈ, ਲੋਕਾਂ ਦੀ ਤਾਂ ਇਹਨਾਂ ਨੂੰ ਪਤਾ ਹੈ ਵੀ ਤੁਹਾਡੇ ਭੋਗ ਤੇ ਜਾਇਆ ਹੋਣਾ, ਤੁਹਾਡੇ ਸੰਸਕਾਰ ਤੇ ਜਾਇਆ, ਪੰਜਾਬ ਗਏ ਤਾਂ ਤੁਹਾਡੇ 5-7 ਦੇ ਜਿਨ੍ਹਾਂ ਦੇ ਉੱਪਰ ਵਾਲੇ ਤੁਹਾਡੇ ਘਰੇ ਜਾ ਆਵਾਂਗੇ, ਰਾਤ ਕੱਟੇ ਆਵਾਂਗੇ, ਉੱਥੇ ਸੌਂ ਆਵਾਂਗੇ ਤੁਹਾਡੇ ਘਰੇ। ਬਸ ਉਹਦੇ ਬਾਅਦ ਨੌਕਰੀਆਂ ਪੱਕੀਆਂ, 15 ਲਾ ਲਓ ਸਾਲ, 18 ਲਾ ਲਓ, 20 ਸਾਲ ਲਾ ਲਓ, 25 ਲਾ ਲਓ, ਕਿਸੇ ਨੇ ਨਹੀਂ ਹਟਾਉਣਾ, ਕਿਉਂਕਿ ਮੌਕੇ ਤੇ ਉਹਨਾਂ ਨੂੰ ਪਤਾ ਹੈ ਰਿਸ਼ਤੇਦਾਰੀਆਂ, ਇਲਾਕਾ। ਮਲਵਈ ਨੂੰ ਨਹੀਂ ਪਾਉਣੀ ਵੋਟ, ਅਸੀਂ ਦੁਆਬੀ ਹਾਂ। ਉਹ ਦੁਆਬੀਆਂ ਨੂੰ ਤਾਂ ਪਾਉਣੀ ਓ ਨਹੀਂ, ਅਸੀਂ ਮਾਝੇ ਦੇ ਹਾਂ। ਮਾਲਵੇ ਵਾਲਿਆਂ ਨੇ ਦੋਨਾਂ ਨੂੰ ਨਹੀਂ ਪਾਉਣੀ। ਬਸ ਹਰ ਰੋਜ਼ ਮਾੜੇ ਹਾਲ ਨੇ ਕਮਿਊਨਿਟੀ ਦੇ। ਕਿਤੇ ਲਾਉਂਡਰੀ 'ਚ ਤੁਹਾਡੀਆਂ ਧੀਆਂ ਧਿਆਣੀਆਂ ਦੀ ਬੇਇੱਜ਼ਤੀ ਹੁੰਦੀ ਹੈ, ਕਿਤੇ ਰੈਜ਼ੀਡੈਂਟ ਕੇਅਰ ਅਟੈਂਡੈਂਟਸ ਰੁਲੀਆਂ ਫਿਰਦੀਆਂ ਸੜਕ ਤੇ ਖੜ੍ਹ ਕੇ 5-5 ਘੰਟੇ ਖੜੀਆਂ ਰਹਿੰਦੀਆਂ, 2 ਘੰਟੇ ਲੈ ਕੇ ਆਉਂਦੀਆਂ ਨੇ। ਕਿਤੇ ਆ ਫਿਰਦੇ ਆ $1.5 ਲੱਖ ਲਾ ਕੇ ਕਹਿੰਦੇ ਫੜਾ ਜਾ ਉਰੇ। ਕਾਰਨ ਕੀ? ਉਹ ਜਿਹੜਾ ਲਾਇਸੈਂਸ ਸੀ, ਜਿਹੜਾ ਉਹ ਪੋਰਟ ਪਾਸ ਸੀ, ਜਦ ਬੰਦੇ ਦੀ ਮਲਕੀਅਤ ਤੋਂ ਕੱਢ ਕੇ ਕੰਪਨੀਆਂ ਨੂੰ ਦੇਤਾ, ਕੰਪਨੀਆਂ ਮਰਜ਼ੀ ਕਰਨਗੀਆਂ। ਹੁਣ ਉਹਦੇ ਬਾਅਦ ਤੁਸੀਂ ਮੂਵ ਨਹੀਂ ਕਰ ਸਕਦੇ। ਅੰਦਰੋਂ ਤੁਸੀਂ ਲਿਆਓ, ਤੁਹਾਨੂੰ ਅਸੀਂ ਫਿੱਟ ਕਰਾਂਗੇ, ਤੁਹਾਡੇ ਟਰੱਕਾਂ 'ਚੋਂ ਧੂੰਆਂ ਨਿਕਲਦਾ, ਬਾਕੀ BC ਦੇ ਕਿਸੇ ਟਰੱਕ 'ਚੋਂ ਧੂੰਆਂ ਨਹੀਂ ਨਿਕਲਦਾ। ਤੁਹਾਡੇ ਤੇ ਉੱਪਰ ਅਸੀਂ ਏਜ ਲਾਵਾਂਗੇ, ਇੰਨੇ ਸਾਲਾਂ ਨੂੰ ਤੁਹਾਨੂੰ ਟਰੱਕ ਕੱਢਣਾ ਪੈਣਾ। ਤੁਹਾਡੇ ਧੂੰਆਂ ਰੋਕਣ ਵਾਲੇ ਯੰਤਰ ਦੇ ਨਾਲ ਟਰੱਕਾਂ ਨੂੰ ਅੱਗ ਲੱਗ ਜਾਵੇ, ਰਾਜਵਿੰਦਰ ਵਰਗੇ ਮੁੰਡੇ ਸੜਕ ਤੇ ਸੜ ਜਾਣ, ਸੜੋ, ਸਾਡਾ ਕੋਈ ਮਤਲਬ ਨਹੀਂ ਹੈ। ਪਰ ਤੁਹਾਡੇ ਟਰੱਕਾਂ ਨਾਲ ਧੂੰਆਂ ਹੁੰਦਾ, BC 'ਚ ਕਿਸੇ ਟਰੱਕ ਨਾਲ, ਬਾਕੀ BC 'ਚ ਪਾਣੀ ਤੇ ਚੱਲਦੇ ਨੇ ਟਰੱਕ, ਉਹਨਾਂ 'ਚੋਂ ਨਿਰੀ ਆਕਸੀਜਨ ਨਿਕਲਦੀ ਹੈ। ਕਿਹਨੇ ਕਹਿਣਾ, ਕਿਹਨੇ ਦੱਸਣਾ? ਤੁਸੀਂ, ਮੈਂ ਤਾਂ ਇੱਥੇ ਬੋਲਣ ਵਾਲੇ ਆ। ਮੀਡੀਆ ਨੇ ਗੱਲ ਕਰਤੀ, ਮੀਡੀਆ ਨੇ ਪਹੁੰਚਦੀ, ਸਾਰੀ ਚੀਜ਼ ਪਹੁੰਚਦੀ ਹੈ, ਪਰ ਉਹਦੇ ਤੇ ਪੈਂਤੜਾ ਤਾਂ ਨਹੀਂ ਨਾ ਹੁੰਦਾ। ਉਹਨਾਂ ਨੂੰ ਪਤਾ ਇਹਨਾਂ ਦਾ ਕੀ ਹੈ, ਕੌਣ ਸੁਣਦਾ ਨਗਾਰਖਾਨੇ 'ਚ ਤੂਤੀ ਦੀ। ਕਿਉਂਕਿ ਤੁਹਾਡਾ ਇਕੱਠ ਨਹੀਂ, ਤੁਸੀਂ ਸੁਨੇਹਾ ਨਹੀਂ ਦਿੱਤਾ ਅੱਜ ਤੱਕ, ਤੁਸੀਂ ਪੁੱਠੇ ਮੂੰਹ ਭੁਆ ਕੇ ਨਹੀਂ ਸਿੱਟੇ ਇੱਕ ਵਾਰ। ਉਹ ਕਹਿੰਦੇ ਇਹਨਾਂ ਦਾ ਕੀ ਹੈ, ਇੱਕ ਵਾਰ ਅਸੀਂ ਕਿਤੇ ਇੱਕ ਵਾਰ ਜਿੱਤੇ, ਅਸੀਂ 7-7 ਵਾਰ ਤਾਂ ਜਿੱਤ ਗਏ, ਸਾਨੂੰ ਕੀ ਡਰ ਹੈ ਇਹਨਾਂ ਦਾ? ਚੱਕਰ ਪਾਵਾਂਗੇ, ਅਸੀਂ ਚਲਾਵਾਂਗੇ ਮੌਕੇ ਤੇ ਆ ਕੇ, ਚਹੇਤਿਆਂ ਨੂੰ ਖੁਸ਼ ਕਰਾਂਗੇ, ਕਿਸੇ ਨੂੰ ਪੋਸਟਿੰਗ ਦੀ ਗੱਲ ਕਰਾਂਗੇ, ਕਿਸੇ ਨੂੰ ਐ ਕਰਾਂਗੇ, ਕਿਸੇ ਨੂੰ ਉਹ ਕਰਾਂਗੇ, ਜਿਤਾਉਣਗੇ ਆਪੇ। ਕਿਉਂਕਿ 10 ਬੰਦਿਆਂ ਪਿੱਛੇ ਇੱਕ ਬੰਦਾ, ਉਹਨੂੰ ਫੜ ਲੈਣਾ, ਉਹਨੇ 10 ਬੰਦਿਆਂ ਨੂੰ ਜਾ ਕੇ ਕਹਿ ਦੇਣਾ ਭਾਈ ਕੰਮ ਹੋਊਗਾ, ਨੂੰ ਕਰਾਉਣਾ ਪੈਣਾ, ਮੈਨੂੰ ਨਾ ਕਿਹੋ ਜੇ ਫੇਰ ਕੰਮ ਕਰਾਉਣਾ ਆ, ਕਰਾ ਲਓ ਕੰਮ। 604-204-0600 ਤੁਹਾਡੀਆਂ ਖਬਰਾਂ ਤੇ ਜਾਣ ਤੋਂ ਪਹਿਲਾਂ ਮੇਰੇ ਕੋਲ 4 ਮਿੰਟ ਨੇ ਤੇ 2 ਕਾਲਰ ਨੇ, 2-2 ਮਿੰਟ ਲਾ ਲਿਓ ਤੇ ਫਿਰ ਨਹੀਂ ਤਾਂ ਖਬਰਾਂ ਤੋਂ ਬਾਅਦ ਫੇਰ ਆ ਜਿਓ। ਸਰਾਗ ਗਗਨ ਸਿੰਘ, ਲਾਈਨ ਨੰਬਰ 1। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵੀ ਰਾਜਨੀਤਿਕ ਤਾਂ ਜਿਹੜੇ ਹੈਗੇ, ਚਾਹੇ ਉਹ ਪੋਰਟ ਆ, ਚਾਹੇ ਉਹ ਕਮਿਸ਼ਨਰ ਆਫਿਸ ਆ, ਮੈਂ ਸ਼ਰੇਆਮ ਓਪਨਲੀ ਕਹਿੰਦਾ ਵੀ ਜਿੰਨੇ ਰੇਸਿਸਟ ਬੰਦੇ ਆ ਨਾ, ਉੱਥੇ ਮੈਨੇਜਮੈਂਟ ਦੇ ਵਿੱਚ ਬਿਠਾਣੇ ਹੋਣਾ। ਰਹੀ ਗੱਲ ਜਿਹੜੀ ਇਕੱਠ ਦੀ ਆ, ਭਾਈਚਾਰਾ ਅੱਜ ਵੀ ਇਕੱਠਾ, ਕੋਈ ਇਹੋ ਜਿਹੀ ਗੱਲ ਨਹੀਂ। ਇੱਕ ਜਿਹੜਾ ਪਾਸਟ ਤੋਂ ਜਿਹੜੀ ਐਗਜ਼ਾਮਪਲ, ਉਹ ਇਹ ਜ਼ਰੂਰ ਆ ਵੀ ਤੁਸੀਂ ਦੇਖੋ ਵੀ ਸਰੀ ਸੀਗੀ ਜਿਹਨੇ ਕ੍ਰਿਸਟੀ ਕਲਾਰਕ ਦੇ 2 ਕੈਬਨਿਟ ਦੇ ਮਿਨਿਸਟਰ ਸਰੀ ਚੋਂ ਹਰਾ ਕੇ ਭੇਜੇ। ਸਰੀ ਸੀ ਜਿਹਨੇ 16 ਸਾਲ ਤੋਂ ਜਿਹੜੀ NDP ਜਿਹਦਾ ਰਾਜ ਖੋਸਿਆ ਸੀ ਨਾ, ਉਹ ਰਾਜ ਸਰੀ ਨੇ ਹੀ ਦਵਾਇਆ ਸੀ। ਤੇ ਇਹ ਰਾਜਨੀਤਿਕਾਂ ਨੂੰ ਵੀ ਇਹ ਕੋਈ ਚੈਲੰਜ ਨਹੀਂਗਾ। ਪਰ ਹਾਂ, ਜਿਹੜੀ ਇੱਕ ਚੀਜ਼ ਜ਼ਰੂਰ ਹੈ ਵੀ ਜਿਹੜੀ ਇਹ ਭਾਜੀ ਪਾਈ ਹੈ ਇਹਨਾਂ ਨੇ, ਇਹ ਹੁਣ ਏਦਾਂ ਨਹੀਂ ਮੁੱਕਦੀ। ਇਹ ਹੁਣ ਜਿਵੇਂ ਤੁਸੀਂ ਕਿਹਾ ਨਾ, ਜਿਹੜੀ ਹੁਣ ਝਾਂਜਰ ਲੱਤ ਨੂੰ ਬੰਨੀ ਹੋਆ, ਇਹ ਇੰਨੀ ਸੌਖੀ ਨਹੀਂ ਛੁੱਟਦੀ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਜਿਹੜੇ ਪ੍ਰੋਟੈਸਟ ਆ ਉਹ ਸ਼ੁਰੂ ਹੋਣਗੇ। ਜਿਵੇਂ ਕੱਲ ਵੀ ਆਪਾਂ ਗੱਲ ਕੀਤੀ ਸੀ, ਵੀਰਵਾਰ ਸ਼ਾਮ ਤੱਕ ਦਾ ਸਮਾਂ ਦਿੱਤਾ, ਜੇ ਕੁਛ ਕਰਦੇ ਠੀਕ ਆ, ਨਹੀਂ ਤਾਂ ਅਗਲਾ ਪ੍ਰੋਗਰਾਮ ਅਗਲੇ ਸ਼ੁੱਕਰਵਾਰ ਤੁਹਾਡੇ ਪ੍ਰੋਗਰਾਮ 'ਚ ਅਨਾਉਂਸ ਹੋਊਗਾ। ਧੰਨਵਾਦ ਗਗਨ ਸਿੰਘ ਜੀ। ਸਰਾਗ ਗਰੇਵਾਲ, ਹਰਵੀਰ ਸਿੰਘ ਗਰੇਵਾਲ ਜੀ, ਲਾਈਨ ਨੰਬਰ 3। ਕੀ ਐਨਾਲਾਈਜ਼ ਕਰਦੇ? ਸਤਿ ਸ਼੍ਰੀ ਅਕਾਲ ਜੀ। ਵੈਸੇ ਐਨਾਲਿਸਿਸ ਤਾਂ ਤੁਸੀਂ ਕਾਫੀ ਜ਼ਿਆਦਾ ਕਰਤਾ, ਪਰ ਮੈਨੂੰ ਤਾਂ ਨਾ ਅੱਜ ਸੱਚ ਪੁੱਛੋ ਜੀ, ਅਸੀਂ ਇੱਕ ਉਹ ਕਰੈਕਟਰ ਆ ਜਿਹਨੂੰ ਅਸੀਂ ਸਾਰਾ ਦਿਨ ਨਾ ਰੇਡੀਓ ਤੇ ਕੱਲ ਉਹਨੂੰ ਗਾਲਾਂ ਕੱਢਦਾ ਵੀ ਇਹਨੂੰ ਅਕਲ ਨਹੀਂ, ਇਹ ਅਨਪੜ੍ਹ ਆ, ਇਹ ਉਹ ਆ, ਟਾਂਡੀ ਮੰਗਤਾ। ਅੱਜ ਮੈਨੂੰ ਉਹ ਯਾਦ ਆ ਰਿਹਾ ਵੀ ਸਾਡੇ ਨਾਲੋਂ ਬਹੁਤ ਜ਼ਿਆਦਾ ਸਿਆਣਾ ਬੰਦਾ, ਉਹ ਮਾਈ ਨਾ ਕਰੇ ਕੋਈ। ਠੀਕ। ਅੱਜ ਤੋਂ ਕਈ ਸਾਲ ਪਹਿਲਾਂ ਦਾ ਉਹ ਬੰਦਾ ਰੌਲਾ ਪਾਉਂਦਾ ਵੀ ਸਾਡੇ ਬੰਦਿਆਂ ਨੂੰ ਸਿਆਸਤ ਵਿੱਚ ਨਾ ਵਾੜੋ, ਇਹ ਬੇੜਾ ਗਰਕ ਕਰ ਦੇਣਗੇ। ਤੁਹਾਡੇ ਸਾਹਮਣੇ ਹੋ ਰਿਹਾ, ਔਰ ਕਰਨਗੇ। ਦੂਸਰੀ ਗੱਲ ਜਿਹੜੀ ਹੈਗੀ, ਅਸੀਂ
ਅਪਰਚੂਨਿਸਟਿਕ ਮਾਈਂਡ ਸੈਟ ਦੇ ਲੋਕ ਹਾਂ। ਅਸੀਂ ਪੈਸਾ ਬਣਾਉਣ ਇੱਥੇ ਆਏ ਹਾਂ। ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਨਾ, ਪੈਸਾ ਹੀ ਸਾਡਾ ਫੋਕਸ ਆ, ਉਹੀ ਅਸੀਂ ਬਣਾਉਣਾ। ਉਹਦੇ ਬਦਲੇ 'ਚ ਸਿਸਟਮ ਜਿੰਨਾ ਮਰਜ਼ੀ ਖਰਾਬ ਹੋ ਜੇ, ਅਸੀਂ ਉਹ ਇੰਡੀਵਿਜੂਅਲ ਫਾਇਦੇ ਦੀ ਖਾਤਰ ਉਹ ਕਰਨਾ ਹੀ ਕਰਨਾ ਜੀ। ਦੂਸਰੀ ਗੱਲ ਜਿਹੜੀ ਹੁਣ ਸਿਆਸਤਦਾਨਾਂ ਦੀ ਆ ਜਾਂਦੀ ਹੈ, ਕੋਈ ਮਾਈਂਡ ਨਾ ਕਰੇ ਪਲੀਜ਼। ਸਿਆਸਤਦਾਨਾਂ ਨੂੰ ਵੀ ਤਕਰੀਬਨ ਪਤਾ ਹੀ ਹੈ ਮੇਰਾ ਵੀ, ਮੈਂ ਸਟ੍ਰੇਟ ਫਾਰਵਰਡ ਬੰਦਾ ਜੀ। ਇਹਨਾਂ ਦੇ ਵੀ ਵੱਸ ਦੀ ਗੱਲ ਮੇਰਾ ਖਿਆਲ ਹੈ ਨਹੀਂ, ਕਿਉਂਕਿ ਅਸੀਂ ਬਲਾਕ ਵੋਟਿੰਗ ਇਕੱਠੇ ਹੋ ਕੇ ਬੈਠ ਗਏ ਕੁਛ ਸੈਗਮੈਂਟਸ ਦੇ ਵਿੱਚ। ਸਿਆਸਤਦਾਨਾਂ ਦੀ, ਪਾਰਟੀਆਂ ਦੀ ਮਜਬੂਰੀ ਬਣ ਗਈ ਵੀ ਇੱਥੇ ਉਹਨਾਂ ਹਿੱਸਿਆਂ ਦੇ ਵਿੱਚ ਉਹਨਾਂ ਨੂੰ ਸਾਡੇ ਬੰਦੇ ਖੜੇ ਕਰਨ ਤੋਂ ਬਿਨਾਂ ਉਹ ਜਿੱਤ ਨਹੀਂ ਸਕਦੇ। ਬਿਲਕੁਲ ਠੀਕ। ਔਰ ਸਾਡੇ ਬੰਦਿਆਂ ਨੂੰ ਮਾਈਂਡ ਨਾ ਕਰਿਓ ਪਲੀਜ਼, ਮੈਂ ਕਹਿੰਦਾ ਇਹਨਾਂ ਨੂੰ ਕਾਕਸ ਦੇ ਵਿੱਚ ਪੁੱਛਦਾ ਕੋਈ ਨਹੀਂ। ਇਹ ਸਿਰਫ ਕੋਰਮ ਪੂਰਾ ਕਰਨ ਲਈ, ਮੈਜੋਰਟੀ ਬਣਾਉਣ ਲਈ ਜਿਤਾਏ ਜਾਂਦੇ ਨੇ। ਫੈਸਲੇ ਸਿਰਫ 5-4 ਬੰਦੇ ਕਰਦੇ ਨੇ ਔਰ ਇਹਨਾਂ ਨੂੰ ਲਿਖ ਕੇ ਫੜਾ ਦਿੰਦੇ ਨੇ, ਪੰਜਾਬੀ ਦੇ ਰੇਡੀਓ 'ਚ ਜਾ ਕੇ ਪ੍ਰਚਾਰ ਦੋ। ਇਸ ਤੋਂ ਬਾਅਦ ਸਾਡਾ ਕੋਈ ਰੋਲ ਨਹੀਂ। ਕੋਈ ਮਾਈਂਡ ਕਰੇ, ਕਿਸੇ ਨੂੰ ਚੰਗੀ ਲੱਗੇ ਮਾੜੀ ਲੱਗੇ, ਇਹ ਫੈਕਟ ਆ। ਥੈਂਕ ਯੂ ਜੀ। ਧੰਨਵਾਦ ਜੀ। ਇਹ ਜ਼ਿਆਦਾਤਰ ਹੈ, ਪਰ ਇੱਕ ਅੱਧੇ ਨੂੰ ਜਿਹੜਾ ਮੁੱਖ ਮੰਤਰੀ ਪੁੱਛਦਾ, ਇੱਕ ਅੱਧੇ ਨੂੰ ਜਿਹਨਾਂ ਨੂੰ ਗੱਲਬਾਤ ਕਰਨੀ ਆਉਂਦੀ ਹੈ, ਉਹਨੂੰ ਉਹ ਨੇੜੇ ਲਾ ਲੈਂਦਾ। ਪਰ ਉਹ ਫਿਰ ਹੁਣ ਉਹਨੂੰ ਇਨ ਜਨਰਲ ਦਿਖਦਾ, ਉਹ ਕਹਿੰਦਾ ਵੀ ਇਹਨਾਂ ਨਾਲ ਤਾਂ ਕਹਾਣੀ ਹੈ ਨਹੀਂ, ਮੈਂ ਉੱਪਰਲੀ ਸਤ੍ਹਾ 'ਤੇ ਚਲੇ ਜਾਵਾਂ, ਹੁਣ ਥੱਲਿਓਂ ਤਾਂ ਆ ਗਿਆ, ਹੁਣ ਮੈਂ ਲੀਡਰ ਬਣੂੰਗਾ, ਫਿਰ ਮੈਂ ਲੀਡਰ ਵਾਲੇ ਪਾਸੇ ਨੂੰ ਜਾਵਾਂ। ਸੋਚਣੀ ਹੋ ਜਾਂਦੀ ਹੈ ਬੰਦੇ ਦੀ। ਫਿਰ ਉਹ ਆਪਣੇ ਜਿਹੜੇ ਨੇ ਘੋੜੇ 'ਤੇ ਤਿਰਛੀਆਂ ਤੇ ਹਾਥੀ ਸੈੱਟ ਕਰਨ ਲੱਗ ਜਾਂਦਾ ਗਰੁੱਪਾਂ ਦੇ ਵਿੱਚ। 2 ਇੱਧਰ ਹੋ ਜਾਓ, 2 ਇੱਧਰ ਹੋ ਜਾਓ, ਤੁਸੀਂ ਲੜ ਪਓ, ਆਹ ਲੜ ਪਓ, ਇਹਨੂੰ ਖਿੱਚ ਲਾ, ਇਹਨੂੰ ਨਹੀਂ। ਉਹ ਆਪਣੀ ਉਹ એનર્ਜੀ 'ਚ ਤੁਰੇ ਫਿਰਦੇ ਆ। ਗਾਂਹ ਕੀ ਹੋਣਾ? ਗਾਂਹ ਜਿਹੜਾ ਕੁਛ ਹੋ ਰਿਹਾ, ਪਿੱਟਦੇ ਨੇ ਲੋਕ। ਇਸੇ ਹੀ 20-30 ਦੇ ਇਕੱਠ ਦੇ ਵਿੱਚ ਵੋਟਾਂ 'ਚ ਤੁਸੀਂ ਤੁਰੇ ਫਿਰਦੇ ਹੋ ਵੀ 5 ਬਿਠਾ ਦਿਓ, 5 ਕੋਲੇ ਆਵਾਂਗੇ। ਹੁਣ 200 ਹੈ, 200 ਦੇ ਵਿੱਚ ਕੋਈ ਵੀ ਨਾ ਆਇਆ, ਉੱਥੇ ਇੱਕ ਵੀ ਨਹੀਂ ਆਇਆ ਕਿਸੇ ਵੀ ਲੈਵਲ ਦਾ। ਬਾਕੀ ਭਾਈਚਾਰਾ ਸੋਚ ਲਵੇ ਇਹਦੇ ਬਾਰੇ। ਆ ਕੇ ਫੇਰ ਗੱਲ ਕਰਦੇ। 604 204 0600 ਅੱਜ ਮੈਂ ਗੱਲਬਾਤ ਕਰਨੀ ਚਾਹੁੰਦਾ ਭਾਈਚਾਰੇ ਦੇ ਨਿੱਤ ਦੇ ਮਸਲਿਆਂ ਦੀ ਸੁਣਵਾਈ। ਮੁਸ਼ਕਿਲ ਕਿੱਥੇ ਹੈ? ਕੀ ਸਾਨੂੰ ਪ੍ਰੈਜ਼ੈਂਟ ਨਹੀਂ ਕਰਨਾ ਆਉਂਦਾ ਵੀ ਮੁਸ਼ਕਿਲ ਕੀ ਹੈ, ਜਾਂ ਸਾਨੂੰ ਦੱਸਣਾ ਨਹੀਂ ਆਉਂਦਾ ਅਸੀਂ ਕਿਹੜੀ ਮੁਸ਼ਕਿਲ 'ਚੋਂ ਹੈ, ਜਾਂ ਅਸੀਂ ਇਕੱਠੇ ਨਹੀਂ, ਜਾਂ ਸਾਡੀ ਖਬਰ ਅੱਗੇ ਤੱਕ ਪਹੁੰਚਦੀ ਨਹੀਂ। ਜੇ ਖਬਰ ਅੱਗੇ ਤੱਕ ਪਹੁੰਚਣ ਦੀ ਵੀ ਗੱਲ ਕਰੀਏ, ਜਿਹੜੇ ਰਾਜਨੀਤਿਕ ਬੰਦੇ ਨੇ, ਜਿਹੜੇ ਭਾਈਚਾਰੇ ਨੇ ਚੁਣ ਕੇ ਭੇਜੇ ਨੇ, ਉਹਨਾਂ ਨੇ ਦੁਬਾਰਾ ਵੀ ਆਉਣਾ ਜਿੱਤਣ। ਜੇ ਪਹਿਲੇ ਉਹ ਕੰਮ ਨਹੀਂ ਕਰਦੇ, ਦੁਬਾਰਾ ਕਿਵੇਂ ਜਿੱਤ ਜਾਂਦੇ? ਫਿਰ ਪਹਿਲੀ ਵਾਰ ਤਾਂ ਬਹੁਤ ਘੱਟ ਨੇ, ਸਾਰੇ ਦੂਜੀ ਵਾਰ, ਕੋਈ ਤੀਜੀ ਵਾਰ, ਕੋਈ 5ਵੀਂ ਵਾਰ, ਕੋਈ 6ਵੀਂ ਵਾਰ। ਤੇ ਜਾਂ ਫਿਰ ਜਿਵੇਂ ਸਰਦਾਰ ਗਰੇਵਾਲ ਕਹਿ ਕਹਿੰਦੇ ਨੇ, ਉਹਨਾਂ ਦੀ ਸੁਣੀ ਦੀ ਨਹੀਂ ਕੋਈ। ਉਹ ਕਹਿੰਦੇ ਵੀ ਨਹੀਂ, ਇਹ ਇਨਫਿਲ ਕਰਨਾ ਪੈਣਾ, ਜਿੰਨੇ ਕੁ ਅਸੀਂ ਓਟਵਾ 'ਚ ਆ, ਜਿੰਨੇ ਕਿਸੇ ਸੂਬੇ 'ਚ ਆ, ਇਹ 2-4 ਲਿਆਉਣੇ ਪੈਣੇ ਨੇ ਸਾਨੂੰ, ਇਹ ਮਜਬੂਰੀ ਆ ਕਿਉਂਕਿ ਇਹ ਗਿਣਤੀ 'ਚ ਨੇ। ਇਹ ਮਿਨੋਰਟੀ, ਡਾਇਵਰਸਿਟੀ, ਇਹ ਬੁੱਕੇ ਆ ਜੀ, ਇਹ ਤਰ੍ਹਾਂ ਦੇ ਫੁੱਲ ਖਿੜੇ ਹੋਏ ਨੇ ਜੀ। ਤੇ ਸ਼ੁਰੂਆਤ ਦੇ ਸਮੇਂ 'ਚ ਜਦ ਕੱਲਾ ਕਹਿ ਰਿਹਾ ਸੀ ਕੋਈ, ਉਹ ਕੰਮ ਕਰਦੇ ਰਹੇ। ਜਦ ਅਸੀਂ ਬਹੁਤਾਤ 'ਚ ਹੋ ਗਏ, ਸਾਡੇ ਕੰਮ ਹੋਣੋਂ ਬੰਦ ਹੋ ਗਏ। ਇਹ ਰੇੜਕਾ ਕਿੱਥੇ ਆ? ਹਰਮਨ ਪੰਗੂ ਜੀ, ਤੁਸੀਂ 에ਅਰ ਤੇ ਹੋ, ਲਾਈਨ ਨੰਬਰ 1। ਹੈਲੋ, ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਗਿਲ ਸਾਹਿਬ, ਆਪਾਂ ਕੱਲ ਵੀ ਇਕੱਠੇ ਹੋਏ ਸੀ ਮੀਟਿੰਗ 'ਚ ਗੁਰਦੁਆਰਾ ਸਾਹਿਬ ਜੀ ਜੀ। ਤੇ ਆਫ ਡੌਕ ਤੇ ਟਰੱਕਿੰਗ ਬਾਰੇ ਤੁਸੀਂ ਤੇ ਗਗਨ ਸਿੰਘ ਨੇ ਕਾਫੀ ਵਿਸਤਾਰ 'ਚ ਦੱਸਿਆ ਯਾਰ ਜੀ। ਪਰ ਇਸ ਦੇ ਨਾਲ ਇੱਕ ਮੁੱਦਾ ਹੋਰ ਆ ਜੀ। ਜੀ। ਟਰੱਕ ਓਨਰ ਆਪਰੇਟਰ ਦੇ ਟੈਗ ਦੀ ਮੂਵਮੈਂਟ ਦੀ ਗੱਲ। ਆਪਾਂ ਉਹ ਕੱਲ ਵੀ ਗੱਲ ਕੀਤੀ ਸੀ। ਅਸੀਂ 7 ਓਨਰ ਆਪਰੇਟਰ ਲਾਸਟ 1.5 ਮਹੀਨੇ ਤੋਂ ਘਰੇ ਬੈਠੇ ਆ ਜੀ। ਜੀ। ਕੰਪਨੀ ਸਾਨੂੰ ਕੰਮ ਦੇਣ ਨੂੰ ਤਿਆਰ ਹੈ, ਜਿਹੜੀ ਕੰਪਨੀ 'ਚ ਅਸੀਂ ਨਵੀਂ 'ਚ ਜਾਣਾ ਜੀ। ਪਰ ਕਮਿਸ਼ਨਰ ਸਾਹਿਬ ਕਹਿ ਰਹੇ ਜੀ ਨਹੀਂ ਜੀ, ਤੁਸੀਂ ਅਜੇ ਵੇਟ ਕਰੋ, ਅਸੀਂ ਰਿਵਾਈਜ਼ ਕਰਦੇ ਹਾਂ ਵੀ ਕਿਹੜੀ ਕੰਪਨੀ 'ਚ ਕੰਮ ਹੈਗਾ, ਅਸੀਂ ਤੁਹਾਨੂੰ ਉੱਥੇ ਭੇਜਾਂਗੇ ਜੀ। ਜਦ ਕਿ ਇਹ ਸਿਰਫ ਜੇ ਕਮਿਸ਼ਨਰ ਸਾਹਿਬ ਅਲਾਓ ਕਰਨਾ, ਸਾਡਾ ਸਿਰਫ 1 ਜਾਂ 2 ਦਿਨ ਦਾ ਕੰਮ ਸੀ। ਅਸੀਂ ਸਾਨੂੰ 1.5 ਮਹੀਨਾ ਹੋਇਆ ਘਰੇ ਬੱਚਿਆਂ ਨੂੰ। ਅਸੀਂ MLA ਸਾਹਿਬ ਰਿਚਾ ਸ਼ਹਿਰ ਦੇ ਕੰਸਟੀਚੁਐਂਸੀ 'ਚੋਂ ਆਏ ਹਾਂ ਤੇ ਇਹਨਾਂ ਨੂੰ ਮੈਨੂੰ ਲੱਗਦਾ ਮੈਂ ਜ਼ਿਆਦਾ ਨਹੀਂ ਤੇ 15-20 ਵਾਰੀ ਕਾਲ ਕੀਤੀ, ਪਰ ਇਹਨਾਂ ਦੇ ਸਟਾਫ ਨੇ ਮੇਰੀ ਕਦੀ ਗੱਲ ਨਹੀਂ ਕਰਵਾਈ। ਹੁਣ ਇੱਥੇ ਗੱਲ ਆ ਕੇ ਮੁੱਕਦੀ ਹੈ, ਜੇ ਇੱਕ ਸਿੰਗਲ ਓਨਰ ਆਪਰੇਟਰ ਜੇ ਆਦੀ ਮਰਜ਼ੀ ਨਾਲ ਕੰਮ ਨਹੀਂ ਕਰ ਸਕਦਾ ਕਿਤੇ ਜਾ ਕੇ, ਤੇ ਸਲੇਵਰੀ ਤੋਂ ਵੱਧ ਹੋਰ ਕੀ ਹੋ ਰਿਹਾ ਜੀ। ਜਦ ਕਿ ਸਾਨੂੰ ਚਾਹੀਦਾ ਜੀ, ਜਦੋਂ
ਜੇ ਇੱਕ ਕੰਪਨੀ ਕੋਲ ਕੰਮ ਹੈ ਨਹੀਂ, ਸਾਨੂੰ ਚਾਹੀਦਾ ਵੀ ਅਸੀਂ ਨੈਕਸਟ ਡੇ ਕਿਸੇ ਦੂਸਰੀ ਕੰਪਨੀ 'ਚ ਕੰਮ ਕਰ ਸਕੀਏ ਜੀ। ਹੁਣ 1.5 ਮਹੀਨੇ ਤੋਂ ਸਾਡੇ ਵਾਸਤੇ ਅਸੀਂ 7 ਬੰਦੇ ਆ ਜੀ। ਜ਼ਿੰਮੇਵਾਰ ਕੌਣ ਆ ਜੀ? ਸਾਡੀਆਂ ਪੇਮੈਂਟਸ ਟਰੱਕ ਕੇ ਜਾ ਰਹੀਆਂ, ਘਰਾਂ ਦੇ ਖਰਚੇ ਆ ਜੀ, ਤੇ ਸਾਡਾ ਜ਼ਿੰਮੇਵਾਰੀ ਇਹ ਕੌਣ ਚੱਕਦਾ ਜੀ? ਕੋਈ ਨਹੀਂ ਜੀ। ਅਸੀਂ ਇਹੀ ਚਾਹੁੰਦੇ ਆ ਜੀ, ਜਾਂ ਤਾਂ ਕੋਈ ਵੀ ਹੈਗੇ MLA ਜਾਂ MP ਸੁਣਦੇ ਆ ਜੀ, ਘੱਟੋ ਘੱਟ ਬੰਦੇ ਨੂੰ, ਜੇ ਇੱਕ ਬੰਦਾ ਕੰਮ ਕਰਨ ਦੀ ਰੈਡੀ ਆ, ਕੰਪਨੀ ਕੰਮ ਦੇਣ ਨੂੰ ਤਿਆਰ ਆ, ਤੇ ਇਹਨਾਂ ਨੂੰ ਕੀ ਪ੍ਰੋਬਲਮ ਆ ਵੀ ਸਾਨੂੰ ਇਹ ਕੰਮ ਕਰਨ ਵਾਸਤੇ ਰੋਕ ਕਿਉਂ ਰਹੇ ਆ ਜੀ? ਕਮਿਸ਼ਨਰ ਸਾਹਿਬ ਕਹਿੰਦੇ ਜੀ ਨਹੀਂ ਜੀ ਤੁਸੀਂ ਆਹ ਪਾਰਟੀਕੂਲਰ ਇਹਨਾਂ ਕੰਪਨੀ ਜਾਓ, ਉੱਥੇ ਪਹਿਲਾਂ ਹੀ ਕੰਮ ਹੈ ਨਹੀਂਗਾ, ਜੇ ਅਸੀਂ ਤੇਲ ਪਾਉਣ ਤੇ ਜਾ ਕੇ ਬਹਿ ਜਾਵਾਂਗੇ ਜੀ ਸਾਨੂੰ ਤਾਂ ਉੱਥੇ ਮਿਲਣਾ ਹੀ ਨਹੀਂ ਕੰਮ ਜੀ। ਫਿਰ ਘਰੇ ਬੈਠੇ ਜਾਂ ਕਿਸੇ ਕੰਪਨੀ ਵਿੱਚ ਹੋ ਗਿਆ ਤਾਂ ਉਹ ਸੇਮ ਗੱਲ ਆ ਜੀ। ਪਲੀਜ਼ ਜੇ ਤੁਹਾਡੇ ਮਾਧਿਅਮ ਰਾਹੀਂ ਕੋਈ ਸੁਣਦਾ ਜੀ, ਉਹਨਾਂ ਨੂੰ ਕਹੋ ਵੀ ਘੱਟੋ ਘੱਟ ਇੱਕ ਆਮ ਬੰਦੇ ਨੂੰ ਕੰਮ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਜੀ। ਹੁਣ ਇਸ ਦੇ ਨਾਲ ਇੱਕ এনवायरमेंट ਵੀ ਹੁੰਦਾ ਜੀ, ਕਿਸੇ ਵੀ ਕੰਪਨੀ ਵਿੱਚ ਜਾਂਦੇ ਉੱਥੇ এনवायरमेंट ਵੀ ਹੁੰਦਾ ਆ, ਮੈਂਟਲੀ ਤੌਰ ਤੇ ਬੰਦਾ ਡਿਸਟਰਬ ਵੀ ਹੁੰਦਾ ਆ, ਪਰ ਇਹ ਆਜ਼ਾਦੀ ਮੈਨੂੰ ਲੱਗਦਾ ਇਹ ਥਰਡ ਵਰਲਡ ਕੰਟਰੀ ਵਾਲਾ ਕੰਮ ਇੱਥੇ ਹੋ ਰਿਹਾ ਜੀ। ਸਾਡੀ ਤਾਂ ਆਜ਼ਾਦੀ ਵੀ ਰਹੀ, ਇਹਨਾਂ ਨੇ ਖੋਲੀ ਹੈ ਜੀ। ਧੰਨਵਾਦ ਜੀ। ਧੰਨਵਾਦ ਜੀ। ਕਰਨ ਬਸਰਾਨ ਜੀ, ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਕੀਮਤੀ ਸਮੇਂ ਦੇ ਵਿੱਚੋਂ 에ਅਰਵੇਵਜ਼ ਦੇ ਉੱਤੇ ਸਾਡਾ ਜਿਹੜਾ ਸੁਨੇਹਾ ਉਹ ਪਹੁੰਚਾ ਰਹੇ ਆ। ਐਂਡ ਕੱਲ ਉੱਥੇ ਜਿੰਨੀ ਵੀ ਮੀਡੀਆ ਆਊਟਲੈਟਸ ਤੋਂ ਆਏ ਸੀ, ਇਨਕਲੂਡਡ ਹਰਜੀਤ ਸਿੰਘ ਗਿੱਲ, ਆਪਣੇ ਵਿਜੇ ਹੋਣੀ, ਪ੍ਰਭਜੋਤ ਕਾਲੋਂ ਸਾਡੀ ਭੈਣ ਜੀ, ਤੇ ਮੁੰਡਾ ਮਨਦੀਪ ਸੀਗਾ, ਹੋਰ ਜਿਹੜੇ ਚੈਨਲ ਹੈਗੇ ਆ, ਐਂਡ ਗੁਰਪ੍ਰੀਤ ਸੋਤਾ ਸਾਹਿਬ, ਸਾਰਿਆਂ ਦਾ ਧੰਨਵਾਦ। ਐਂਡ ਜਿੰਨੇ ਵੀ ਸਾਡੇ ਭਰਾ ਉੱਥੇ ਇਕੱਠੇ ਹੋਏ ਸੀ, ਦੇਖੋ ਮੈਂ ਇੱਕ ਮੈਂਬਰ ਦੇ ਤੌਰ ਉੱਤੇ ਬੇਨਤੀ ਕਰਦਾ, ਬਹੁਤ ਧੰਨਵਾਦ ਉਹਨਾਂ ਦਾ ਵੀ, ਕਿਉਂਕਿ ਗਿੱਲ ਸਾਹਿਬ ਬਹੁਤ ਛੋਟੇ ਜਿਹੇ ਨੋਟਿਸ ਉੱਤੇ ਐਡਾ ਵੱਡਾ ਇਕੱਠ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਐਂਡ ਸੈਕੰਡਲੀ ਕੋਵਿਡ ਕਰਕੇ ਬਹੁਤ ਜ਼ਿਆਦਾ ਉੱਥੇ ਜਿੰਨਾ ਵੀ ਸੀਗਾ ਦੂਰ ਦੂਰ ਖੜੇ ਹੋ ਕੇ ਸੋ ਬੇਨਤੀ ਕੀਤੀ ਗਈ ਸੀ, ਔਰ ਉਹ ਸ਼ਾਮ ਨੂੰ ਫਿਰ ਲੋਕਾਂ ਦੇ ਬਹੁਤ ਫੋਨ ਆਏ ਕਿ ਸਾਨੂੰ ਦੱਸੋ ਯਾਰ ਕੀ ਕਰੀਏ, ਸਾਡੀ ਸੁਣਦੇ ਨਹੀਂ ਹੈਗੇ। ਮੈਂ ਬੇਨਤੀ ਸਿਰਫ ਗਿੱਲ ਸਾਹਿਬ ਇੱਕੋ ਕਰੂੰਗਾ ਕਿ ਗਗਨ ਹੁਣੀ ਬਹੁਤ ਕੁਛ ਕਹਿ ਗਏ ਆ, ਬਾਕੀ ਵੀ ਸਾਰੇ ਕਾਲਰ ਕਹਿ ਗਏ ਆ, ਸਾਡੇ ਜਿੰਨੇ ਵੀ ਮਾਨਯੋਗ ਸਤਿਕਾਰਤ ਸਾਡੇ ਆਨਰੇਬਲ ਮਿਨਿਸਟਰ ਸਾਹਿਬ ਹੈਗੇ ਆ, ਮਿਨਿਸਟਰ ਆਫ ਲੇਬਰ ਹੈਰੀ ਬੈਂਸ ਸਾਹਿਬ, ਸਾਡੇ MLA ਜਗਰੂਪ ਬਰਾੜ ਹੋ ਗਏ, ਰਚਨਾ ਸਿੰਘ ਹੋ ਗਏ, ਗੈਰੀ ਬੱਗ ਹੋ ਗਿਆ, ਜਿੰਨੀ ਸਿਮਸ ਹੋ ਗਏ, ਐਂਡ ਕਾਲੋਂ ਸਾਹਿਬ ਹੋ ਗਏ, ਮੈਂ ਇਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਦੇਖੋ ਅਸੀਂ ਸਮਝ ਸਕਦੇ ਹਾਂ, ਪਰ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੁਗਾਉਣਾ ਚਾਹੀਦਾ। ਔਰ ਦੂਸਰੀ ਗੱਲ ਇਹ ਹੈ, ਸਾਡੀ ਕੋਈ ਨਜਾਇਜ਼ ਮੰਗ ਨਹੀਂ ਹੈਗੀ। ਕ੍ਰਿਸਟੀ ਕਲਾਰਕ ਗਵਰਨਮੈਂਟ ਨੇ 2014 ਦੇ ਵਿੱਚ ਜਿਹੜੇ ਪੁਆਇੰਟ ਹੈਗੇ 14 ਪੁਆਇੰਟਸ ਹੈ ਉਹਨਾਂ ਉੱਤੇ ਸਾਈਨ ਕੀਤੇ ਹੋਏ ਆ। ਸੋ ਅਸੀਂ ਕੋਈ ਨਵੀਂ ਮੰਗ ਨਹੀਂ ਇਹਨਾਂ ਤੋਂ ਕਰ ਰਹੇ ਹੈਗੇ ਕਿ ਅਸੀਂ ਜੀ ਹੁਣ ਇਹਨਾਂ ਦਾ ਕੋਈ ਐਡਵਾਂਟੇਜ ਲੈਣਾ ਚਾਹੁੰਦੇ ਹੈਗੇ ਆ। ਸੋ ਉਸ ਵੇਲੇ ਉਹਨਾਂ ਨੇ ਕੀਤੇ ਸੀ ਸਾਈਨ, ਉਹਨਾਂ ਵਿੱਚੋਂ ਕੁਝ ਲਾਗੂ ਕਰਵਾਇਆ, ਇਹਨਾਂ ਦਾ ਬਹੁਤ ਧੰਨਵਾਦ। ਮੈਂ ਫਿਰ ਕਹਿਣਾ ਹੈਗਾ ਕਿ ਸਾਨੂੰ ਕੋਈ ਇਹਨਾਂ ਨਾਲ ਕੋਈ ਰੰਜਿਸ਼ ਨਹੀਂ ਹੈਗੀ। ਇਸੇ ਵੇਵਜ਼ ਦੇ ਉੱਤੇ, ਇਸੇ ਰੇਡੀਓ ਦੇ ਉੱਤੇ ਗਿੱਲ ਸਾਹਿਬ ਜਿਸ ਵੇਲੇ ਇਲੈਕਸ਼ਨ ਤੋਂ ਪਹਿਲਾਂ ਟੈਕਸੀ ਵਾਲੇ ਆ ਕੇ ਇਹਨਾਂ ਦੇ ਉੱਤੇ ਇਤਰਾਜ਼ ਜਤਾਉਂਦੇ ਸੀਗੇ, ਆਹੀ ਆਵਾਜ਼ ਸੀਗੀ ਮੇਰੀ ਆਪਣੀ, ਜਦ ਵੇਲੇ ਮੈਂ ਕਹਿੰਦਾ ਸੀਗਾ ਕਿ ਨਹੀਂ ਜੋ ਇਹਨਾਂ ਨੇ ਹਰਡਲ ਲਾਏ ਹੈਗੇ ਆ ਉਹਨਾਂ ਦੇ ਨਾਲ ਟੈਕਸੀ ਇੰਡਸਟਰੀ ਆ ਕਾਫੀ ਸੇਫ ਹੋ ਰਹੀ ਹੈਗੀ ਆ। ਮੈਂ ਆਲਵੇਜ਼ ਇਹ ਗੱਲ ਕਰਦਾ ਹੁੰਦਾ ਸੀਗਾ ਨਾ ਜੀ। ਸੋ ਕ੍ਰਿਟੀਸਾਈਜ਼ ਕਰਨਾ ਸਾਡਾ ਕੋਈ ਏਜੰਡਾ ਨਹੀਂ ਹੈਗਾ। ਸਾਡਾ ਏਜੰਡਾ, ਸਾਡੀ ਤਾਂ ਬੇਨਤੀ ਇਹਨਾਂ ਨੂੰ ਕਿ ਪਲੀਜ਼ ਹੈਰੀ ਸਾਹਿਬ, ਇਹ ਜਿਹੜਾ ਕਮਿਸ਼ਨਰ ਆ ਇਹ ਬਿਠਾਇਆ ਤਾਂ ਤੁਸੀਂ ਸਾਡੇ ਲਈ ਸੀਗਾ, ਸਾਡੇ ਕੰਮਕਾਰ ਕਰਨ ਵਾਲਿਆਂ ਲਈ, ਜਦ ਕਿ ਇਹ ਹੱਥ ਠੋਕਾ ਬਣ ਗਿਆ ਹੈਗਾ ਆ ਪੈਸੇ ਵਾਲਿਆਂ ਦਾ। ਕੱਲ ਉੱਥੇ ਗਗਨ ਹੁਣੀ ਦੱਸਿਆ ਸੀਗਾ ਕਿ ਉਹਨੇ ਕਿਹਾ ਕਿ ਸਾਡਾ ਇਹਨਾਂ ਨੇ ਕੀ ਕਰ ਲਿਆ ਹੈਗਾ ਬੈਂਕਟ ਹਾਲ ਵਾਲਿਆਂ ਨੇ। ਮੈਂ ਇਹਨਾਂ ਨੂੰ ਦੱਸ ਦੇਵਾਂ, ਬੈਂਕਟ ਹਾਲ ਵਾਲੇ ਕਦੇ ਵੀ NDP ਨੂੰ ਵੋਟ ਨਹੀਂ ਪਾਉਂਦੇ, ਨਾ ਹੀ ਟਰੱਕਾਂ ਦੀਆਂ ਕੰਪਨੀਆਂ ਵਾਲੇ ਵੋਟ ਪਾਉਂਦੇ ਸੀ, ਨਾ ਹੀ ਉਹ ਪਾਉਣਗੇ। ਜਿਹੜਾ ਗਰੀਬ ਤਬਕਾ ਹੈਗਾ ਜਿਹਦੀ ਨੁਮਾਇੰਦਗੀ ਕਰਦੀ ਹੈ NDP ਪਾਰਟੀ, ਉਹ ਸਾਡੇ ਵਰਗੇ ਗਰੀਬ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਆ, ਉਹੀ ਇਹਨਾਂ ਦੇ ਵੋਟਰ ਆ। ਇਹ ਭੁੱਲ ਜਾਣ ਕੇ ਇਹਨਾਂ ਨੂੰ ਜਿਹੜੇ ਸਰਮਾਏਦਾਰ ਹੈਗੇ ਉਹ ਵੋਟਾਂ ਪਾਉਂਦੇ ਆ, ਕਦੇ ਨਹੀਂ ਪਾਉਣਗੇ ਉਹ ਹਾਲੇ ਵੀ। ਜਿੰਨੀਆਂ ਮੀਟਿੰਗਾਂ ਅਟੈਂਡ ਹੋ ਰਹੀਆਂ ਹੈਗੀਆਂ ਆਪੋਜੀਸ਼ਨ ਦਾ ਲੀਡਰ ਲਿਆਉਣੇ ਨੂੰ, ਉਹਨਾਂ ਵਿੱਚ ਕੌਣ ਆ? ਕੋਈ ਮਿਲੀਅਨਰ ਆ, ਕੋਈ ਬਿਲੀਅਨਰ ਆ, ਕੋਈ ਟ੍ਰਿਲੀਅਨਰ ਆ, ਕੋਈ ਸਾਡੇ ਵਰਗਾ ਬੰਦਾ ਹੈਗਾ ਦੱਸਣ ਉੱਥੇ ਇਹ। ਸੋ ਦੂਸਰੀ ਗੱਲ ਇਹੀ ਆ ਕਿ ਕਮਿਸ਼ਨਰ ਆ ਜਿਹੜਾ, ਮੈਨੂੰ ਇਸ ਤਰ੍ਹਾਂ ਲੱਗਦਾ ਹੈਗਾ ਗਿੱਲ ਸਾਹਿਬ ਕਿ ਇਤਿਹਾਸ ਆਪਣਾ ਮੈਨੂੰ ਦੁਹਰਾਉਂਦਾ ਹੈ, ਕਹਿੰਦੇ ਕੀਤੀਆਂ ਦੁੱਲੇ ਦੀਆਂ ਲੱਦੀ ਦੇ ਪੇਸ਼ ਆਈਆਂ। ਸੋ ਮੈਨੂੰ ਇਹ ਲੱਗਦਾ ਹੈਗਾ ਕਿ ਕਮਿਸ਼ਨਰ ਸਾਹਿਬ ਦੀਆਂ ਕੀਤੀਆਂ ਕਿਤੇ ਜਿੰਨੇ ਵੀ ਸਾਡੇ ਇਹ ਨੁਮਾਇੰਦਗੀ ਕਰਦੇ ਸਾਡੇ ਇਹਨਾਂ ਦੇ ਪੇਸ਼ ਨਾ ਆ ਜਾਣ, ਕਿਉਂਕਿ ਮਰਦਾ ਕੀ ਨਹੀਂ ਕਰਦਾ, ਫਿਰ ਇਹੀ ਗੱਲ ਹੁੰਦੀ ਹੈਗੀ ਆ ਜੀ। ਸੋ ਜਾਂ ਹੌਰਗਨ ਸਾਹਿਬ ਆ ਜਿਹੜੇ, ਉਹਨਾਂ ਦੇ ਜਿਹੜੇ ਚੀਫ ਸੈਕਟਰੀ ਸੀਗੇ ਉਹ ਇਲੈਕਸ਼ਨ ਤੋਂ ਪਹਿਲਾਂ ਬਹੁਤ ਵਾਅਦੇ ਕਰਦੇ ਸੀਗੇ, ਇਹਨਾਂ ਨੇ ਮਿਲਵਾਇਆ ਸੀਗਾ, ਉਹਨਾਂ ਨੂੰ ਤੱਕ ਇਹ ਗੱਲ ਸਾਡੀ ਪੁੱਜਣੀ ਚਾਹੀਦੀ ਹੈਗੀ ਆ। ਔਰ ਗਿੱਲ ਸਾਹਿਬ ਦੇਖੋ, ਹੁਣ ਅਸੀਂ ਤਾਂ ਇਹੀ ਕਰਾਂਗੇ ਕਿ ਜਿੱਦਾਂ ਜੇ ਇਹਨਾਂ ਨੂੰ ਨਹੀਂ ਸਾਡੀ ਆਵਾਜ਼ ਸੁਣਦੀ ਹੈਗੀ, ਅਸੀਂ ਇਹਨਾਂ ਦੇ ਘਰਾਂ ਮੂਹਰੇ ਜਾਵਾਂਗੇ, ਦਫ਼ਤਰਾਂ ਮੂਹਰੇ ਜਾਵਾਂਗੇ, ਸਾਡੇ ਕੋਲ ਤਾਂ ਹੋਰ ਕੋਈ ਰਾਹ ਹੈ ਨਹੀਂ ਹੁਣ। ਸੋ ਬੇਨਤੀ ਇਹਨਾਂ ਨੂੰ ਇਹੀ ਆ ਕਿ ਸਾਡੀ ਤਵੱਜੋ ਦੇਣ, ਜਿਨ੍ਹਾਂ ਨੂੰ ਵੀਰਵਾਰ ਤੱਕ ਦਾ ਟਾਈਮ ਦਿੱਤਾ ਆ ਵੇਵਜ਼ ਖੁੱਲੀ ਆ ਤੁਹਾਡੇ ਨਾਲ। ਜਦੋਂ ਕੋਈ ਮਰਜ਼ੀ ਅਨਾਉਂਸਮੈਂਟ ਕਰਨੀ ਹੁੰਦੀ ਹੈ, $150 ਕਿਸੇ ਨੂੰ ਦੇਣਾ ਹੁੰਦਾ ਗਰੀਬ ਗੁਰਬੇ ਨੂੰ, ਉਸ ਵੇਲੇ ਆ ਕੇ ਰੇਡੀਓ ਤੇ ਦੱਸਦੇ ਆ ਕਿ ਜੀ ਆਹ ਅਨਾਉਂਸਮੈਂਟ ਹੋ ਗਈ। $5000 ਦੀ ਇਨੀਸ਼ੀਏਟਿਵ ਦਿੱਤੀ ਹੈਗੀ ਆ ਫੈਡਰਲ ਗਵਰਨਮੈਂਟ ਨੇ, ਉਹ MP ਸਾਹਿਬ ਆ ਕੇ ਦੱਸੀ ਜਾ ਰਹੇ ਹੈਗੇ ਆ
ਤੇ ਮਤਲਬ ਸਾਡੇ ਲਈ ਵੀ ਆ ਕੇ ਆਵਾਜ਼ ਚੱਕਣ ਕੋਈ ਤਾਂ ਬਹੁਤ ਇਹਨਾਂ ਦੀ ਮਿਹਰਬਾਨੀ ਹੋਊਗੀ। ਮੈਂ ਇਹ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ, ਹਾਲੇ ਤਾਂ ਬੇਨਤੀ ਉਹ ਕਰਦੇ ਆ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਬਿਲਕੁਲ ਜੀ, 5000 ਦਾ ਐਨਰਜੀ ਐਫੀਸ਼ੀਐਂਟ ਦੀ 1 ਘੰਟੇ 'ਚ 5 ਜਗ੍ਹਾ ਅਨਾਊਂਸਮੈਂਟ ਕੀਤੀ ਹੈ, ਕਿਉਂਕਿ ਫਿਰ ਉਹ ਚੰਗੀ ਇੱਕ ਖਬਰ ਜਿਹੜੀ ਭਾਈਚਾਰੇ ਨੂੰ ਦੇਣੀ ਹੁੰਦੀ ਹੈ। ਫਿਰ ਐਂ ਵੀ ਹੁੰਦਾ ਵੀ ਪਹਿਲਾਂ ਕਿਹਨੇ ਦੇਣੀ ਹੈ। ਇੰਦਰਪਾਲ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮਾਫੀ ਚਾਹੁੰਦਾ ਜੀ ਪਹਿਲਾਂ ਜੇ ਮਗਰ ਕੋਈ ਡਿਸਟਰਬੈਂਸ ਆਈ ਆਵਾਜ਼ ਦੀ। ਤਾਂ ਮੈਂ ਕਹਿਣਾ ਚਾਹੁੰਦਾ ਜੀ ਵੀ ਦੇਖੋ, ਮੈਂ ਐਬਸਫੋਰਡ ਤੋਂ ਬਿਲੋਂਗ ਕਰਦਾ ਸੀਗਾ ਜੀ, ਹੁਣ ਵੀ ਜਿਵੇਂ ਦਿਲ ਉੱਥੇ ਰਹਿੰਦਾ ਵਾ। ਮੈਂ ਜੱਟੀ ਸਿੱਧੂ ਆਪਦੇ ਸਾਹਮਣੇ ਜਿੱਤਦਾ ਵੀ ਦੇਖਿਆ, ਜਿਵੇਂ ਆਪਦੀ ਸੁਰਤ 'ਚ ਜਦੋਂ ਮੈਂ ਆਇਆ ਭਾਈਚਾਰੇ ਨੇ ਕਿਵੇਂ ਉਹਨੂੰ ਜਿਤਾਇਆ ਤੇ ਭਾਈਚਾਰੇ ਨੇ ਉਹਨੂੰ ਹਰਾਇਆ ਕਿਵੇਂ ਆ, ਉਦੋਂ ਵੱਧ ਸ਼ਿੱਦਤ ਨਾਲ ਉਹ ਵੀ ਮੈਂ ਦੇਖਿਆ ਐਤਕੀ ਲਾਸਟ ਟਾਈਮ ਮੈਂ ਉੱਥੇ ਸੀਗਾ ਨਾ। ਸੋ ਐਬਸਫੋਰਡ ਵਾਲਿਆਂ ਨੇ ਬਹੁਤ, ਰੇਡੀਓ ਤੇ ਘੱਟ ਗੱਲ ਹੁੰਦੀ ਹੈ ਐਬਸਫੋਰਡ ਵਾਲਿਆਂ ਦੀ, ਮੈਨੂੰ ਬਹੁਤ ਟਾਈਮ ਤੋਂ ਜਿਵੇਂ ਨਾਰਾਜ਼ਗੀ ਸੀ, ਬਸ ਉਦੋਂ ਕੀ ਹੁੰਦੀ ਹੈ ਜਦੋਂ ਕੋਈ ਮਾੜਾ ਮੋਟਾ ਕੋਈ ਹੋਲ ਹੋ ਜਾਵੇ, ਸਰੀ ਜਿੰਨੀ ਇੰਪੋਰਟੈਂਸ ਨਹੀਂ ਦਿੰਦੇ। ਹਾਲਾਂਕਿ ਕਿੱਡਾ ਭਾਈਚਾਰਾ, ਕਿੰਨਾ ਸੈਟਅਪ ਉੱਥੇ ਹੈਗਾ, ਸਾਰਾ ਸਿਸਟਮ। ਉਹਨਾਂ ਨੂੰ ਐਤਕੀ ਐਬਸਫੋਰਡ ਵਾਲਿਆਂ ਨੂੰ ਕੋਈ ਰੰਜ ਨਹੀਂ ਹੈਗੀ। ਆਹ ਪੂਰਾ ਸਾਥ ਦਿੱਤਾ ਉਹਨੇ ਕਿਸਾਨ ਅੰਦੋਲਨ 'ਚ, ਤੁਹਾਨੂੰ ਸਾਰਿਆਂ ਨੂੰ ਪਤਾ। ਬ੍ਰੈਡ ਨੇ MP ਨੇ ਉਹ ਕੋਈ ਵੀ ਇਸ਼ੂ, ਭੁਪਿੰਦਰ ਆ ਪਿਛਲੇ ਦਿਨੀ ਇੱਕ ਲਾਉਂਡਰੀ ਦਾ ਇਸ਼ੂ ਆਇਆ, ਉਹਨੂੰ ਮੈਂ ਦੱਸਿਆ, ਨਾਲੇ ਪ੍ਰਾਈਵੇਟ ਕੰਪਨੀ ਆ, ਪਰ ਉਹਦੇ ਕੱਪੜੇ ਜਿਹੜੇ ਨੇ ਉੱਥੋਂ ਧੋ ਕੇ ਸਾਡੇ ਹੈਲਥ ਕੇਅਰ 'ਚ ਆਉਂਦੇ ਨੇ। ਮੈਂ ਬ੍ਰੈਡ ਨੂੰ ਮਨਵੀਰ ਗਰੇਵਾਲ ਦੇ ਰਾਹੀਂ ਗੱਲ ਕੀਤੀ, ਉਹ ਕਹਿੰਦਾ ਇਸ਼ੂ ਹੀ ਕੋਈ ਨਹੀਂ, ਆ ਮੇਰਾ ਆਫਿਸ ਮੈਨੇਜਰ ਆ ਮੁੰਡਾ ਤੁਹਾਡਾ, ਇਹਦੇ ਨਾਲ ਗੱਲ ਕਰੋ। ਹਾਲਾਂਕਿ ਉਹਦੇ ਅਧਿਕਾਰ ਖੇਤਰ ਤੋਂ ਵੀ ਬਾਹਰ ਆ। ਇਹ ਆ ਸਵਾਲ। ਹਾਂਜੀ, ਮਤਲਬ ਰੰਜ, ਕੋਈ ਰੰਜ ਨਹੀਂ ਹੈਗੀ ਸਾਡੇ ਲਈ। ਜਿੰਨਾ ਅਸੀਂ ਉਹਨੂੰ ਮੁੱਲ ਵੋਟਾਂ ਪਾਈਆਂ, ਉਹਨੇ ਆਲਰੇਡੀ ਮੁੱਲ ਮੋੜਤਾ। ਜੇ ਕੱਲ ਨੂੰ ਕੋਈ ਉਹਦੀ ਸਟ੍ਰੈਟਜੀ ਬਦਲਦੀ ਆ, ਉਹ ਇੱਕ ਡਿਫਰੈਂਟ ਗੱਲ ਆ। ਸੋ ਮੈਂ ਕਹਿਣਾ ਚਾਹੁੰਦਾ ਸੀ, ਪੰਜਾਬ 'ਚ ਆਪਾਂ ਇੱਕ ਲਫ਼ਜ਼ ਵਰਤਦੇ ਆ, ਜਲੂਸ। ਇਹ ਦੋ ਢੰਗਾਂ ਨਾਲ ਵਰਤਿਆ ਜਾਂਦਾ ਜਲੂਸ। ਇੱਕ ਤਾਂ ਜਦੋਂ ਨਗਰ ਕੀਰਤਨ ਲੰਘਦਾ ਜਾਂ ਉਹ ਲੰਘਦਾ, ਉਦੋਂ ਵੀ ਆਪਾਂ ਕਹਿੰਦੇ ਵੀ ਜਲੂਸ ਨਿਕਲਿਆ ਇੱਕ ਸਹੀ ਪਾਸੇ ਨੂੰ। ਇਹ ਹੁਣ ਜਲੂਸ ਦਾ ਜਿਹੜਾ ਦੂਜਾ ਮਤਲਬ ਆ ਨਾ, ਉਹ ਵੈਸੇ ਤਾਂ ਗਗਨ ਸਿੰਘ ਜੀ, ਵੀਰ ਜੀ ਆ ਪਹਿਲਾਂ ਵਾਲੇ ਕਹਿ ਗਏ ਆ, ਹੁਣ ਤੁਹਾਨੂੰ ਇਹ ਜਲੂਸ ਦਾ ਦੂਜਾ ਢੰਗ ਕਰਨਾ ਪੈਣਾ, ਕਿਉਂਕਿ ਅਸੀਂ ਆਪਦੀਆਂ ਜਦ ਆਪਾਂ ਇਹ ਕਹਿੰਦੇ ਆ ਵੀ ਇਹ ਇੰਡੀਅਨ ਰਾਜਨੀਤੀ ਨੇ, ਪੰਜਾਬੀ ਨੇ ਬੰਦੇ, ਇਹ ਇੰਡੀਆ ਸਟਾਈਲ ਨਾਲ ਚੱਲਦੇ। ਇਹਨਾਂ ਨੂੰ ਸਾਡੀ ਨਬਜ਼ ਦਾ ਪਤਾ ਲੱਗ ਗਿਆ ਕਿ ਇਹਨਾਂ ਨੂੰ ਕਿਵੇਂ ਸੈੱਟ ਰੱਖਣਾ, ਇਹਨਾਂ ਨੂੰ ਲਾਲਚ ਦੇਣਾ। ਪਰ ਹੁਣ ਤੁਹਾਨੂੰ ਵੀ ਇੰਡੀਆ ਸਟਾਈਲ ਹੀ ਉਹ ਜਲੂਸ ਦਾ ਕਰਨਾ ਪੈਣਾ ਹੱਲ, ਕੋਈ ਨਾ ਕੋਈ। ਧੰਨਵਾਦ। ਸੁਰਚਰਨ ਸਿੰਘ ਔਲਖ ਜੀ, ਲਾਈਨ ਨੰਬਰ 4। ਹੈਲੋ ਜੀ, ਸਰਦਾਰ ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਵੇਖੋ ਜੀ, ਤੁਸੀਂ ਤਾਂ ਗਾਹੇ ਬਹਾਏ ਇਹ ਜਿਹੜੇ ਲੀਡਰ ਹੀ ਚੁਣੇ ਜਾਂਦੇ ਆ ਸਾਡੇ, ਉਹਨਾਂ ਦੇ ਬਾਰੇ ਗੱਲਾਂ ਕਰਦੇ ਰਹਿੰਦੇ ਜੀ, ਕੌਮ ਨੂੰ ਦੱਸਦੇ ਜੀ ਵੀ ਇਹਨਾਂ ਦਾ ਕਿਰਦਾਰ ਕੀ ਆ, ਤੇ ਉਹਦੇ ਵਿੱਚ ਚਲੋ ਵਧੀਆ ਤੁਸੀਂ ਕੰਮ ਕਰ ਰਹੇ ਜੇ, ਪਰ ਇਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਜੀ। ਬਿਲਕੁਲ। ਉਹਦਾ ਕਾਰਨ ਕੀ ਆ ਕਿ ਇਹ ਸਾਡੀ, ਮੈਨੂੰ ਏਦਾਂ ਲੱਗਦਾ ਵਾ ਵੀ ਸਾਡੀ ਇਹ ਹੈਰੀਡਿਟੀ ਦੇ ਵਿੱਚ ਹੀ ਆਉਂਦੀ ਆ ਗੱਲ, ਸਾਡੇ ਕਿ ਲਹੂ ਦੇ ਵਿੱਚ ਹੀ ਛਪੀ ਹੋਈ ਆ ਪੰਜਾਬੀਆਂ ਦੇ। ਅਸੀਂ ਬਾਹਰ ਤੇ ਬਹੁਤ ਰੌਲਾ ਪਾਉਂਦੇ ਹਾਂ, ਤੇ ਜਿੱਥੇ ਜਾ ਕੇ ਚੀਜ਼ ਦਾ ਹੱਲ ਹੋਣਾ ਵਾ, ਉੱਥੇ ਜਾ ਕੇ ਸਾਡੀ ਜ਼ੁਬਾਨ ਬੰਦ ਹੋ ਜਾਂਦੀ ਹੈ। ਹੁਣ ਤੁਸੀਂ ਦੇਖੋ, ਇਹਦੇ ਬਾਰੇ ਇੱਕ ਕਿਤਾਬ ਮੇਰੇ ਕੋਲ ਪਈ ਆ, ਮੇਰੇ ਸਰਾਣੇ ਪਈ ਰਹਿੰਦੀ, ਕਦੇ ਕਦੇ ਮੈਂ ਪੜ੍ਹ ਲੈਂਦਾ ਵਾਂ। ਉਹ ਇੱਕ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਿਆ ਸੀ, ਤਰਲੋਚਨ ਸਿੰਘ। ਉਹਨੇ ਇਹੋ ਜਿਹੇ ਬੰਦਿਆਂ ਦੇ ਭੇਦ ਖੋਲ੍ਹੇ ਆ ਵੀ ਇਹ ਬੰਦੇ ਜਿਹੜੇ ਤੁਸੀਂ ਇਲੈਕਟ ਕਰਕੇ ਭੇਜਦੇ ਜੇ, MP ਜਾਂ ਆਪਣੇ MLA ਬਣਦੇ ਆ, ਉਹ ਕਿਰਦਾਰ ਕੀ ਹੈ ਜਦੋਂ ਵਿਧਾਨ ਸਭਾ ਜਾਂ ਪਾਰਲੀਮੈਂਟ 'ਚ ਬੈਠੇ ਆ ਹੁੰਦੇ ਆ, ਉਦੋਂ ਉਹ ਕੀ ਕਰਦੇ ਆ। ਉਹਦੇ ਵਿੱਚ ਉਹਨੇ ਬੜੇ ਡਿਟੇਲ 'ਚ ਗੱਲਾਂ ਲਿਖੀਆਂ। ਉਹ ਕਹਿੰਦੇ ਇਹਨਾਂ ਨੂੰ ਪਤਾ ਹੀ ਨਹੀਂ ਗਾ ਵੀ ਉੱਥੇ ਕੇਸ ਆ, ਟਾਪਿਕ ਤੇ ਬਹਿਸ ਹੋ ਰਹੀ ਆ, ਉਹਦਾ ਮਤਲਬ ਕੀ ਆ, ਸਾਡੀ ਕੌਮ ਤੇ ਜਾਂ ਸਾਡੇ ਪ੍ਰਦੇਸ਼ ਤੇ ਉਹਨਾਂ ਤੇ ਕੋਈ ਲਾਗੂ ਹੋਣਾ ਵਾ ਜਾਂ ਕਿਸ ਤਰ੍ਹਾਂ ਉਹਦਾ ਅਸਰ ਹੋਣਾ, ਇਹਨਾਂ ਨੂੰ ਕੋਈ ਪਤਾ ਨਹੀਂ। ਉੱਥੇ ਜਾ ਕੇ ਗੁੱਗੇ ਬਣ ਕੇ ਜਾਂ ਸੁੱਤੇ ਰਹਿੰਦੇ ਆ, ਤੇ ਜਾਂ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ। ਉਹਨੇ ਬੜੀਆਂ ਮਿਸਾਲਾਂ ਦਿੱਤੀਆਂ। ਉਹ ਕਹਿੰਦਾ ਮੈਂ ਬਿਲਕੁਲ ਇਹਨਾਂ ਗੱਲਾਂ ਵਿੱਚ ਅਲਰਟ ਸੀਗਾ। ਜਦੋਂ ਮੈਂ ਘੱਟ ਆਪਣੀ ਕਮਿਸ਼ਨ ਦਾ, ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਜਦੋਂ ਮੈਨੂੰ ਬਣਾਇਆ ਗਿਆ, ਉਹਨੇ 15-20 ਗੱਲਾਂ ਦਾ ਡਿਟੇਲ ਦੱਸਿਆ ਵੀ ਉਹਨੇ ਕਿਸ ਤਰ੍ਹਾਂ ਉਹਨਾਂ ਦੇ ਕੰਮ ਕਰਕੇ ਤੇ ਪੰਜਾਬ ਦੇ ਮਸਲੇ ਜਿਹੜੇ ਆ ਕਿਸ ਤਰ੍ਹਾਂ ਉਹਨੇ, ਜਿਹਨਾਂ ਨੇ 84 ਦੇ ਵਿੱਚ ਕਤਲੇਆਮ 'ਚ ਹਿੱਸਾ ਲਿਆ ਸੀ, ਉਹਨਾਂ ਦੇ ਵਿੱਚ ਸਜ਼ਾਵਾਂ ਦਿਵਾਉਣ ਦਾ ਕਿੰਨਾ ਕੰਮ ਕੀਤਾ। ਫਿਰ ਉਹਨੇ ਕਿ ਅਰਜਨ ਸਿੰਘ ਆਪਣਾ ਏਅਰ ਮਾਰਸ਼ਲ ਹੋਇਆ, ਉਹਦੀ ਮਿਸਾਲ ਦਿੱਤੀ ਆ। ਕਹਿੰਦੇ ਵੀ ਸਾਡੇ ਕੋਈ ਪੁੱਛਦਾ ਨਹੀਂ ਆ ਵੀ ਸਾਡੇ ਬੜੇ ਸਾਡੇ ਜਰਨੈਲ ਹੋਇਆ, ਤੇ ਜਦੋਂ ਅਹੁਦੇ ਦੇਣ ਦੀ ਗੱਲ ਆਉਂਦੀ ਹੈ ਜਾਂ ਉਹਨਾਂ ਨੂੰ ਇਗਨੋਰ ਕਰ ਜਾਂਦੇ। ਉਹ ਕਹਿੰਦਾ ਸੀ ਮੈਨੂੰ ਸਾਰਾ ਪਤਾ ਸੀ ਅਰਜਨ ਸਿੰਘ ਨੇ ਜੋ ਕੰਮ ਕੀਤਾ, ਤੇ ਮੈਂ ਜਦੋਂ ਵਾਜਪਾਈ ਕੋਲ ਜਾ ਕੇ ਖੜ ਕੇ ਜਾ ਕੇ ਉਹਨੂੰ ਕਿਹਾ ਕਿ ਗੱਲ ਦੱਸ ਕਿਹੜੀ ਇਹਦੇ 'ਚ ਘੱਟ ਹੈ, ਇਹਨੂੰ ਕਿਉਂ ਨਹੀਂ ਉਹਦਾ ਦਿੱਤਾ ਗਿਆ ਏਅਰ ਮਾਰਸ਼ਲ ਦਾ। ਉਹ ਕਹਿੰਦਾ ਵਾਜਪਾਈ ਨੇ ਉਸੇ ਬੜੀ ਆਰਡਰ ਕਰ ਦਿੱਤੇ ਵੀ ਇਹਦੇ ਤੇ ਅਮਲ ਹੋਊਗਾ, ਔਰ ਅਰਜਨ ਸਿੰਘ ਨੂੰ ਏਅਰ ਮਾਰਸ਼ਲ ਜਿਹੜਾ ਉਹ ਬਣਾਇਆ ਜਾਊਗਾ। ਉਹਨੇ ਹੋਰ ਬੜੀਆਂ ਗੱਲਾਂ ਦੱਸੀਆਂ ਇਹਦੇ ਕਿਤਾਬ ਦੇ ਵਿੱਚ। ਅੱਖੀ ਦਿੱਤਾ ਕਿਤਾਬ ਹੈਗੀ, ਨੇੜੋਂ ਤੱਕਿਆ ਇਤਿਹਾਸ,
ਗਿਆਨੀ ਜੈਲ ਸਿੰਘ ਬਾਰੇ ਬੜੀਆਂ ਗੱਲਾਂ ਕੀਤੀਆਂ, ਜਿਹੜਾ ਮੈਂ ਤੇ ਬਾਹਲੀਆਂ ਨਾਲ ਨਹੀਂ ਸਹਿਮਤ ਉਹਦੇ ਨਾਲ, ਪਰ ਉਹਨੇ ਕਾਫੀ ਜ਼ਿਆਦਾ ਕਿਹਾ ਵੀ ਗਿਆਨੀ ਜੈਲ ਸਿੰਘ ਨੂੰ ਉਹਨੇ ਬਹੁਤ ਜ਼ਿਆਦਾ ਉਹਦੀ ਸਿਫਤ ਕੀਤੀ ਆ ਵੀ ਉਹ ਬਹੁਤ ਗ੍ਰੇਟ ਬੰਦਾ ਸੀਗਾ। ਉਹ ਆਪਣੇ ਦੁਸ਼ਮਣਾਂ ਦੇ ਨਾਲ ਵੀ ਬਹਿ ਕੇ ਗੱਲ ਕਰ ਸਕਦਾ ਹੈ, ਆਪਣੇ ਦੁਸ਼ਮਣਾਂ ਨਾਲ ਉਹਦੇ 'ਚ ਇੰਨੀ ਉਹ ਕਹਿੰਦਾ ਵੀ ਜਦੋਂ ਉਹ ਹੈਗਾ ਸੀਗਾ ਆਪਣਾ ਪ੍ਰੈਜ਼ੀਡੈਂਟ ਆਫ ਇੰਡੀਆ ਸੀਗਾ, ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਬੰਦੇ ਸੀ ਉਹ ਜ਼ਿਆਦਾ ਮਿਲਦੇ ਸੀਗੇ ਕਾਂਗਰਸ ਦੇ ਨਾਲੋਂ, ਉਹਨੂੰ ਜਾ ਕੇ ਤੇ ਆਪਣੇ ਗੱਲਾਂ ਉਹਦੇ ਨਾਲ ਖੁੱਲ੍ਹ ਕੇ ਗੱਲਾਂ ਕਰਦੇ ਸੀ ਜਿਹੜੇ ਆਪੋਜੀਸ਼ਨ ਦੇ ਬੰਦੇ ਸੀਗੇ। ਇਹ ਉਹ ਮਤਲਬ ਇੰਨਾ ਖੁੱਲ੍ਹ ਦਿਲਾ ਬੰਦਾ ਸੀਗਾ, ਹਰ ਕਿਸੇ ਦੀ ਗੱਲ ਉਹ ਸੁਣਦਾ ਸੀਗਾ। ਜੀ ਜੀ। ਸੋ ਇੱਕ ਬੜਾ ਕੀ ਕਿਤਾਬ ਪੜ੍ਹਨ ਵਾਲੀ ਹੈ, ਜੇ ਕਿਤੇ ਲੋੜ ਹੋਈ ਬੇਸ਼ੱਕ ਮੇਰੇ ਕੋਲ ਤੁਸੀਂ ਕਰ ਸਕਦੇ ਜੀ। ਠੀਕ ਹੈ, ਥੈਂਕ ਯੂ। ਲੇਲ ਸਾਹਿਬ ਲਾਈਨ ਨੰਬਰ 1 ਸਰ ਕੁਲਵੀਰ ਸਿੰਘ ਜੀ। ਹਾਂਜੀ, ਸਤਿ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਜਿਹੜੀਆਂ ਗੱਲਾਂ ਆਪਾਂ ਨਾ ਤੁਸੀਂ ਸਾਰੇ ਆਪਾਂ ਇੱਕ ਪੋਲੀਟੀਸ਼ੀਅਨ ਦੀ ਜਿਹੜੀ ਇੱਕ ਇਸ਼ਾਰੇ ਤੇ ਅਸੀਂ ਨਾ ਨੱਚਣ ਲੱਗ ਪੈਂਦੇ ਆ, ਉਹਨਾਂ ਦੀ ਗੱਲਾਂ ਤੇ ਵਿਸ਼ਵਾਸ ਕਰਨ ਲੱਗ ਪੈਂਦੇ ਆ। ਸਾਨੂੰ ਉਹਨਾਂ ਚਿਰ ਉਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਿੰਨਾ ਚਿਰ ਉਹ ਸਾਡੀਆਂ ਗੱਲਾਂ ਲਾਗੂ ਨਹੀਂ ਕਰਦੇ। ਅਸੀਂ ਮਾੜੀ ਜਿਹੀ ਗੱਲ ਸੁਣ ਕੇ ਤਾਂ ਕਰਦੇ ਵੀ ਸਾਡੇ ਨਾਲ ਜੀ, ਸਾਡੇ ਉਹ ਬੱਲੇ ਬੱਲੇ ਹਾ ਕਰਕੇ ਜੀ ਸਾਡੇ ਨਾਲ 2 ਮਿੰਟ ਜੀ ਉੱਥੇ ਪਾਰਟੀ ਕਰ ਲਓ, ਉੱਥੇ ਬਹਿ ਜਾਓ, ਤੁਹਾਨੂੰ ਬਸ ਤੁਹਾਡਾ ਹੀ ਬਣ ਜਾਣਾ ਉਸ ਸਮੇਂ, ਹੈ ਨਾ। ਉਸ ਤੋਂ ਬਾਅਦ ਜਦੋਂ ਮਤਲਬ ਨਿਕਲ ਗਿਆ ਤੂੰ ਕਹਿਣ ਤੇ ਮੈਂ ਕਹਿਣ। ਹੁਣ ਇਹ ਟਰੱਕਿੰਗ ਕੰਪਨੀ ਜਿਹੜੀ ਆ ਸਾਰੇ ਵਿੱਚ ਕੋਈ ਵੀ ਆ ਅੱਜ ਕੰਟਰੈਕਸ਼ਨ ਦੇ ਵਿੱਚ ਵੀ ਜੋ ਅੱਜ ਕੀਮਤਾਂ ਦਾ ਵੀ ਆਹ ਲੱਕੜ ਦਾ ਕਾਹਦਾ ਵੀ ਵਾਧਾ ਹੋਇਆ, ਇਹਦੇ ਵਿੱਚ ਕਿਸੇ ਪੋਲੀਟੀਸ਼ੀਅਨ ਨੇ ਆਪਣੀ ਮਹਿੰਗਾਈ ਦੇ ਤੌਰ ਤੇ ਕੋਈ ਹਾਲਾ ਨਾਰਾ ਕਿਸੇ ਲਈ ਨਹੀਂ ਮਾਰਿਆ ਨਾ ਵੀ ਅੱਜ ਇਹ ਆਪਾਂ BC ਦੇ ਵਿੱਚ ਇੰਨੀ ਲੱਕੜ ਆ, ਇੰਨਾ ਕੁਝ ਹੋ ਰਿਹਾ, ਸਾਰਾ ਕੁਝ ਹੋ ਰਿਹਾ ਆ, ਕਿ ਕਿੰਨੀ ਹਾਈ ਪ੍ਰਾਈਸ ਜਾ ਰਹੀ ਹੈ ਨਾ, ਇੱਥੇ ਕੋਈ ਕੰਟਰੋਲ ਨਹੀਂ ਇਹਨਾਂ ਦਾ। $5,000 ਜਾਂ $2,000 ਦੇਣ ਨਾਲ ਕੋਈ ਇਹ ਕੰਟਰੋਲ ਨਹੀਂ ਹੋਣਾ ਚੀਜ਼ਾਂ ਨੇ। ਇਹਦੀ ਕੋਈ ਜਿਹੜੀ ਪੱਕਾ ਪ੍ਰੋਪਰ ਢੰਗ ਲੱਭਣਾ ਚਾਹੀਦਾ ਵੀ ਜਿਹੜੇ ਪੱਕੇ ਪ੍ਰੋਪਰ ਢੰਗ ਨਾਲ ਇਹ ਟਰੱਕਿੰਗ ਕੰਪਨੀ ਦੀ ਵੀ ਜਿਹੜੀ ਹੱਲ ਹੋਵੇ, ਮਸਲਾ ਹੱਲ ਹੋਵੇ, ਤੇ ਜੋ ਬਾਕੀ ਲੋਕ ਹੈ ਉਹਨਾਂ ਦਾ ਵੀ ਹੱਲ ਹੋਵੇ ਨਾ। ਇਹ ਤਾਂ ਬਸ ਵੋਟਾਂ ਲਈਆਂ 4 ਸਾਲਾਂ ਨੇ ਕੰਨਾਂ 'ਚ ਉਂਗਲੀ ਪਾਈ ਆ, ਹੁਣ ਇਹਨੀ ਬਸ ਕੋਈ ਨਾ ਚੰਗਾ ਜਿਹੜਾ ਮਾੜਾ ਜਿਹਾ 2000 ਦੇਣਾ ਤਾਂ ਅਸੀਂ 2000 ਲੈਣ ਨੂੰ ਅਸੀਂ ਵੀ ਜਿੱਦਾਂ ਨਾ ਭੱਜਦੇ ਹਾਂ ਵੀ 2000 ਮਿਲ ਗਿਆ ਬਸ ਠੀਕ ਆ, ਬਹਿ ਜਾਓ ਆਰਾਮ ਨਾਲ ਨਾ। ਇਹ ਨਹੀਂ ਦੇਖਦੇ ਵੀ ਸਾਡਾ ਆਉਣ ਵਾਲਾ ਫਿਊਚਰ ਜਿਹੜਾ ਹੈ ਉਹ 2000 ਨਾਲ ਨਹੀਂ ਚੱਲਣਾ। ਆਉਣ ਵਾਲਾ ਫਿਊਚਰ ਸਾਡਾ ਸਟੱਡੀ ਆਪਣੇ ਹੱਥੀਂ ਕੰਮ ਕਰਕੇ ਚੱਲਣਾ ਹੈ ਨਾ, ਅਸੀਂ ਉਹਦੇ ਨਾਲ ਕਿੱਦਾਂ ਚੱਲਣਾ ਆ, ਉਹ ਚੀਜ਼ ਸੋਚਣੀ ਪੈਣੀ ਸਾਨੂੰ। ਨਹੀਂ ਤਾਂ ਅਸੀਂ ਇਹ ਚੀਜ਼ਾਂ ਆਪਣੇ ਧਿਆਨ 'ਚ ਰੱਖ ਕੇ ਨਾ ਚੱਲੇ ਤਾਂ ਸਾਡਾ ਆਉਣ ਵਾਲਾ ਸਮਾਂ ਜਿੱਦਾਂ ਇੰਡੀਆ ਦੇ ਵਿੱਚ ਹਾਲਾਤ ਬਣੇ ਨਹੀਂ ਤੇ ਕੈਨੇਡਾ ਦੇ ਵਿੱਚ ਵੀ ਬਣ ਜਾਣੇ ਆ। ਥੈਂਕ ਯੂ ਵੀਰ ਜੀ। ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ 604 503 87 87 78 43 128 ਸਟਰੀਟ ਤੇ ਤਾਜ਼ੀ ਗਰੋਸਰੀ, ਤਾਜ਼ੇ ਫਲ ਸਬਜ਼ੀਆਂ, ਘਰ ਦਾ ਸਾਰਾ ਸਮਾਨ ਇੱਕ ਜਗ੍ਹਾ ਤੋਂ, ਕੀਮਤਾਂ ਘੱਟ, ਸਮਾਨ ਵਧੀਆ। ਡੇ ਟੂ ਡੇ ਹੋਲਸੇਲ.ca 604 503 87 87 ਕੋਈ ਜਾਣਕਾਰੀ ਚਾਹੀਦੀ ਹੋਵੇ। ਸਰ ਬਲਜਿੰਦਰ ਸਿੰਘ ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਆਪਾਂ ਕੱਲ ਵੀ ਮਿਲੇ ਸੀ, ਉੱਥੇ ਮਿਲੇ ਸੀਗੇ ਤਾਂ ਮਸਲਾ ਉੱਥੇ ਦਾ ਉੱਥੇ ਹੀ ਆ ਜੀ। ਇਹਨਾਂ ਨੂੰ ਵੀ ਹੈਗਾ ਹੁਣ ਵੀ ਸਾਡੀਆਂ ਵੋਟਾਂ ਨਾਲ ਤਾਂ ਜਿੱਤ ਤਾਂ ਗਏ ਆ ਤੇ ਸਾਨੂੰ ਗਾਂਹ ਕਿਹੜੀ ਲੋੜ ਆ ਹੁਣ ਇਹਨਾਂ ਦੀ, ਇਸ ਕਰਕੇ ਸਾਡੀ ਗੱਲ ਹੀ ਨਹੀਂ ਸੁਣਦੇ ਕੋਈ ਵੀ। ਇਹ ਸੁਣ ਜਾਂਦੇ ਆ, ਵੀਡੀਓ ਰਿਕਾਰਡਿੰਗ ਵੀ ਕੱਲ ਚਲਾਈ ਆ, ਤੁਹਾਨੂੰ ਸੁਣਾਇਆ ਵੀ ਆ, ਬਸ ਚੇਤਾ ਭੁਲਾ ਲਿਆ ਕਹਿੰਦੇ ਬਸ ਅਸੀਂ ਕਰ ਰਹੇ ਆ ਜਿਹੜਾ ਕੋਈ ਕਰਦੇ ਆ, ਸਾਨੂੰ ਇੱਕ ਵੀ ਕਰ ਦੇਣ ਦੱਸੋ ਵੀ ਅਸੀਂ ਆਹ ਕੀਤਾ। ਕੋਈ ਵੀ ਕੋਈ ਪੁਆਇੰਟ ਲੈ ਕੇ ਰੈਡੀ ਤੁਹਾਡੇ ਤੇ ਆ ਕੇ ਕਹਿ ਦੇਣ ਵੀ ਅਸੀਂ ਆਹ ਕੁਛ ਕੀਤਾ, ਬਸ ਕਰ ਰਹੇ ਆ ਪਤਾ ਨਹੀਂ ਕੀ ਕਰਦੇ ਆ। ਥੈਂਕ ਯੂ ਵੀਰ ਜੀ। ਸਰ ਜੋਰਾ ਸਿੰਘ ਜੀ ਲਾਈਨ ਨੰਬਰ 3। ਹਾਂਜੀ ਗੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਥੈਂਕ ਯੂ ਤੁਹਾਡਾ ਤੇ ਸਾਰੇ ਮੀਡੀਆ ਦਾ ਕੱਲ ਆਉਣ ਦਾ। ਤੇ ਬਾਕੀ ਅਸੀਂ ਐ ਹੈਰਾਨ ਆ, ਮੈਂ ਤਕਰੀਬਨ 172 ਤੇ 143 ਦਿਨ ਹੈਰੀ ਲੈਸ ਨੂੰ ਅਸੀਂ ਤੀਸਰੀ ਵਾਰੀ ਵੋਟਾਂ ਆਪਦੀਆਂ, ਮਾਂ ਬਾਪ ਦੀਆਂ, ਹੋਰ ਭੈਣ ਭਾਈ ਦੇ ਪਾਈਆਂ, ਕੰਮ ਤਾਂ ਕੋਈ ਲਿਆ ਹੀ ਨਹੀਂ। ਆਹ ਜਿਹੜਾ ਕਮਿਊਨਿਟੀ ਦਾ ਕੰਮ ਕਰਨਾ ਸਹੀ ਕਰਨਾ ਸੀ, ਜਿਹੜੇ ਕਹਿੰਦੇ ਸੀ ਘੰਟੇ 'ਚ ਕੰਮ ਕਰ ਦਾਂਗੇ, ਉਹ ਘੰਟਾ ਹੀ ਨਹੀਂ ਮੁੜ ਕੇ ਆਇਆ ਇਹਨਾਂ ਦਾ। ਫਿਰ ਹੁਣ ਵਿਕਟੋਰੀਆ ਕਹਿੰਦੇ ਜਿਵੇਂ ਹੁਣ ਕੱਲ ਆਉਂਦੇ ਤੇ ਵਿਕਟੋਰੀਆ ਤਾਂ ਰਹਿੰਦੇ ਹੀ ਆ, ਹਰ ਰੋਜ਼ ਹੀ 5-7 ਸਾਲਾਂ ਦੇ ਵਿਕਟੋਰੀਆ ਹੀ ਰਹਿੰਦੇ ਆ। ਮਸਾਂ ਤੁਹਾਡੀ ਸਰਕਾਰ ਕਰਨਾ ਚੱਲ, ਅਸੀਂ ਤਾਂ ਕੋਈ ਨਜਾਇਜ਼ ਵੀ ਨਹੀਂ ਕਹਿੰਦੇ, ਸਹੀ। ਮੈਂ ਤੁਹਾਨੂੰ ਦੱਸਿਆ ਵੀ ਪਤਾ ਹੀ ਨਹੀਂ ਟਰੱਕਾਂ ਦੇ ਵਿੱਚ ਹੁਣ ਇੰਨੀ ਕਮਿਊਨੀਕੇਸ਼ਨ ਆ। ਮੈਂ ਤੁਹਾਨੂੰ ਦੱਸਿਆ ਵੀਕਐਂਡ ਤੇ ਖੜੇ ਦਾ $5100 ਲੱਗ ਗਿਆ। ਉਦੋਂ ਬਾਅਦ MBI ਵੱਖਰੀ ਕਰਾਈ ਆ ਜੀ ਮੇਰੇ ਕੋਲੇ। ਦੱਸੋ ਕਿੱਥੋਂ ਜਵਾਕ ਉਹ ਮਾਈਮਨੋਂ ਕਹਿੰਦੀ ਹੈ ਵੀ ਕਾਰ ਲੈਣੀ ਆ 7-8 ਹਜ਼ਾਰ $7-8 ਲੱਗਿਆ, 5-4 ਮਹੀਨੇ ਫੇਰ ਲੰਘ ਜਾਣ, ਉਹ ਪੁਰਾਣੀ ਨਹੀਂ ਚੱਲੀ ਜਾਂਦਾ। ਦੱਸੋ ਕੀ ਕਰਿਆ ਜਾਵੇ। ਮੈਂ 6 ਦਿਨ ਕੰਮ ਕਰਦਾ, 12 ਤੋਂ 14 ਘੰਟੇ ਰੋਜ਼ ਕੰਮ ਕਰਦਾ, ਇਕੱਲੇ ਕੰਮ ਕਰਨ ਵਾਲੇ ਆ, ਕਦੇ ਕੋਈ ਐਬ ਨਹੀਂ, ਕੋਈ ਹੋਰ ਨਹੀਂ,
ਬਸ ਆਹੀ ਪੂਰੇ ਹੁੰਦੇ ਵੀ ਹੁਣ ਹੁੰਦਾ ਸੀ ਤੇ ਹੁਣ ਹੁੰਦਾ ਸੀ ਤੇ ਹੁਣ ਹੁੰਦਾ ਸੀ। ਪਤਾ ਨਹੀਂ ਕਿਉਂ ਨਹੀਂ ਇਹ ਸੋਚਦੇ ਵੀ ਕਾਫੀ ਮਿਹਨਤ ਕਰਦੇ ਆ ਬੰਦੇ, ਸਾਰੇ ਹੀ ਬੰਦੇ। ਕਈ ਬੰਦੇ ਤਾਂ ਝੋਲੇ 'ਚ ਸਮਾਨ ਪਾ ਕੇ ਬੈਠੇ ਰਹਿੰਦੇ ਆ, ਫੋਨ ਨੂੰ ਝਾਕੀ ਜਾਂਦੇ ਆ, ਹੁਣ ਵੀ ਵੱਜੀ ਟੱਲੀ, ਹੁਣ ਵੀ ਵੱਜੀ। ਬਾਕੀ ਕੋਈ ਆਮ ਕੰਪਨੀਆਂ 'ਚ ਕੋਈ ਤੁਹਾਡਾ ਸਕੈਚੂਅਲ ਨੂੰ ਵੀ ਤੁਸੀਂ ਸਵੇਰੇ 6 ਵਜੇ ਜਾਣਾ ਕਿ ਸ਼ਾਮ ਨੂੰ 6 ਵਜੇ ਕੰਮ ਤੇ ਜਾਣਾ, ਇੰਨੀ ਤਕਲੀਫ ਹੈ। ਥੈਂਕ ਯੂ ਜੀ, ਥੈਂਕ ਯੂ ਵੀਰ ਜੀ। ਭਗਤ ਰਾਮ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਤੁਸੀਂ ਮਾਈਂਡ ਮਤ ਕਰਿਓ, ਮੈਂ ਤੁਹਾਨੂੰ ਮਾੜੀ ਜਿਹੀ ਕੜਵੀ ਗੱਲ ਕਰਨ ਦੱਸੋ ਜੀ, ਦੱਸੋ। ਤੁਹਾਨੂੰ ਮੈਂ ਬਹੁਤ ਬਹੁਤ ਮੰਨਦਾ ਹੈਗਾ ਜੋ ਤੁਹਾਡਾ ਕੈਲੀਬਰ ਹੈ, ਲੇਕਿਨ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ। ਕਹੋ ਜੀ। ਦੇਖੋ ਜੀ, ਤੁਹਾਡੇ ਕੋਲ MLA MP 8-9 ਜਣੇ ਹੈਗੇ, ਅਗਰ ਕ੍ਰਿਕਟ ਦਾ ਮੈਚ ਅਗਰ ਹੋਵੇ ਤਾਂ ਪਹਿਲੇ ਉਹ ਹੋ ਜਾਣਗੇ। ਲੇਕਿਨ ਤੁਸੀਂ ਕਿਸੇ ਅੰਗਰੇਜ਼ ਨੂੰ ਬੁਲਾਉਂਦੇ ਆ, ਕਿਸੇ ਹੋਰ ਕਿਸੇ ਨੂੰ ਬੁਲਾਉਂਦੇ ਰਹਿੰਦੇ ਰੇਡੀਓ ਤੇ। ਆਪਣੇ ਬੰਦੇ ਨੂੰ ਤੁਸੀਂ ਟਾਈਮਲੀ ਹਰ ਹਫ਼ਤੇ ਇੱਕ ਕਰਕੇ ਬੁਲਾਈਏ। ਆਪਣਾ ਕੇਸ ਕੋਈ ਡਿਵੈਲਪ ਉੱਠਦਾ ਹੈਗਾ ਆਪਣਾ ਕਮਿਊਨਿਟੀ ਦੇ ਵਿੱਚ, ਤਾਂ ਉਹਨੂੰ ਡਿਸਕਸ ਹੋ ਜਾਣਾ, ਉਹ ਤੇ ਆਨਸਰ ਲਓ ਕਿ ਵੀ ਤੂੰ ਇਹਦੇ ਲਈ ਕੀ ਕਰ ਰਿਹਾ ਹੈਗਾ। ਤੁਹਾਨੂੰ ਜਿਤਾਇਆ ਹੈਗਾ, ਅਸੀਂ ਇੰਨੇ ਦਿਨਾਂ ਤੋਂ ਜਿਤਾਉਂਦੇ ਹੈਗੇ ਆ, ਜ਼ਿੰਦਗੀ ਪਾਰ ਹੋ ਗਈ। ਤੁਸੀਂ ਇੰਜੋਏ ਕਰਨ ਲਈ ਇੱਥੇ ਆਏ ਹੈਗੇ ਇੰਡੀਆ ਤੋਂ, ਜਾਂ ਤੁਸੀਂ ਸਾਨੂੰ ਮਾਰਨ ਲਈ ਆਏ ਹੈਗੇ ਆ? ਸ਼ੁਰੂ ਕਰ ਦਿੰਦੇ ਆ ਜੀ, 1 by 1 ਸਵਾਲ ਜਵਾਬ। 1 by 1 ਇਹਨਾਂ ਦੇ ਕੰਨ ਖੜੇ ਕਰਾ ਦੋ। ਦੇਖੋ, ਰੇਡੀਓ 'ਚ ਇੰਨੀਆਂ ਗੱਲਾਂ ਹੁੰਦੀਆਂ, ਕਦੀ ਵੀ ਕੋਈ ਪੁਆਇੰਟ ਆਊਟ, ਆਮ ਆਦਮੀ ਜਿੰਨੇ ਵੀ ਸਾਰੇ ਤੁਹਾਡੇ ਨਾਲ ਇੰਟਰੈਕਸ਼ਨ ਕਰਦੇ ਹੈਗੇ ਆ, ਉਹਨੀ ਇੱਕ ਵੀ ਪੁਆਇੰਟ ਦਾ ਕਦੀ ਤੁਹਾਡੇ ਨਾਲ ਗੱਲ ਨਹੀਂ ਕਰਦੇ ਹੈਗੇ। ਉਹਨਾਂ ਦੀ ਪਰਸਨਲੀ ਲੋ ਹੁੰਦੀ ਹੈਗੀ ਆ। ਥੈਂਕ ਯੂ ਸਰ। ਧੰਨਵਾਦ ਜੀ। ਕਹਾਣੀ ਇਹ ਹੈ ਭਗਤ ਰਾਮ ਜੀ, ਤੁਸੀਂ ਵੱਡੇ ਆ, ਸਾਰਾ ਪ੍ਰੋਗਰਾਮ, ਸਾਰੇ ਮੀਡੀਆ ਦਾ ਜਿੰਨੇ ਪੰਜਾਬੀ ਪ੍ਰੋਗਰਾਮ ਨੇ, ਪੂਰੀ ਇੱਕ ਡਿਪਾਰਟਮੈਂਟ ਹੈ ਪੰਜਾਬੀ ਪੱਤਰਕਾਰ ਜਿਹੜੇ ਮੀਡੀਆ ਸੀ ਉਹ ਰੱਖੇ ਹੋਏ ਨੇ ਸਰਕਾਰ ਨੇ। ਸਾਰਾ ਕੁਝ ਤਰਜਮਾ ਕਰਕੇ ਦੱਸਦੇ ਆ ਸੰਬੰਧਿਤ ਬੰਦਿਆਂ ਨੂੰ ਵੀ ਅੱਜ ਆਹ ਗੱਲ ਭਾਈਚਾਰੇ ਚੱਲਦੀ ਹੈ। ਇਹ ਨਹੀਂ ਹੈ ਵੀ ਉਹਨਾਂ ਨੂੰ ਪਤਾ ਨਹੀਂ ਹੈ। ਚੇਲੇ ਬਾਲ ਕੇ ਬਹੁਤ ਨੇ, ਤਾਂ ਸਾਡੀ ਤਾਂ ਛਿੱਕ ਮਾਰੀ ਦੱਸ ਦਿੰਦੇ ਨੇ ਵੀ ਅੱਜ ਛਿੱਕ ਆ ਮਾਰੀ ਤੇ ਬਾਅਦ 'ਚ ਵਾਹਿਗੁਰੂ ਕਿਹਾ ਕਿ MLA ਕਿਹਾ। ਸਭ ਪਤਾ ਹੈ ਉਹਨਾਂ ਨੂੰ। ਆ ਜਾਣਗੇ, ਸੱਦ ਲੈਂਦੇ ਆ, ਰਾਹ ਪਾਉਣਗੇ ਤਾਂ ਹੀ ਆ ਕੁਛ। ਤਾਂ ਮੈਂ ਫਸਟ ਹੈਂਡ ਮੀਟਿੰਗਾਂ ਦੇ ਵਿੱਚ ਬੈਠਿਆ ਹੋਇਆ, ਪਿਛਲੇ 7 ਸਾਲ ਹੋ ਗਿਆ ਕੰਟੇਨਰ ਟਰੱਕਰਸ ਦੇ ਹਰ ਮੀਟਿੰਗ 'ਚ ਮੈਂ ਜਾਂਦਾ। ਰਾਹ ਪਾਉਣ ਤਾਂ ਹੀ ਹੈ। ਇਹ ਜੀ ਫਲਾਣੇ ਆ, ਇਹ ਜੀ ਰਿਕਮੈਂਡੇਸ਼ਨ ਆ, ਹੁਣ ਤੁਸੀਂ ਲਿਖ ਕੇ ਭੇਜ ਦਿਓ, ਅਸੀਂ ਇਹ ਭੇਜ ਦਿਓ। ਉਹ ਚੋਰੀ ਹੋ ਰਹੀ ਆ ਸ਼ਰੇਆਮ। ਕੰਸਲਟੈਂਟ ਬਿਠਾਤੇ, ਕਹਿੰਦੇ ਕੰਸਲਟੈਂਸੀ ਹਾਇਰ ਕੀਤੀ, ਦੇਖਣਗੇ ਵੀ ਆਫ ਡਾਕ ਕੰਮ ਕੌਣ ਕਰਦਾ। ਉਹ ਕਹਿੰਦੇ ਕੰਸਲਟੈਂਸੀ ਨੂੰ ਦੱਸੋ, ਸਾਡੇ ਨਾਲ ਬਿਠਾਓ ਕੰਸਲਟੈਂਟ, ਅਸੀਂ ਦਿਖਾਈਏ ਕਿੰਨੇ ਟਰੱਕ ਜਿਹੜੇ ਬਿਨਾਂ ਲਾਇਸੈਂਸ ਵਾਲੇ ਪੋਰਟ ਦਾ ਕੰਮ ਕਰਦੇ ਆ। ਉਹ ਕਹਿੰਦੇ ਨਹੀਂ, ਕੋਵਿਡ ਹੈ ਹਲੇ, ਚੱਲ ਨਗਾ ਦਿਓ। ਉਹ ਕਹਿੰਦੇ ਇੱਕ ਵੇਅਰ ਹਾਊਸ ਦੇ ਬਾਹਰ ਬੈਠਣਾ, ਨੌਨ ਪੋਰਟ ਦੇ ਜਿਹੜੇ ਪਾਸ ਵਾਲੇ ਟਰੱਕ ਨੇ ਉਹ ਚੱਕ ਕੇ ਲਿਜਾਂਦੇ ਨੇ ਪੋਰਟ ਦਾ ਕੰਟੇਨਰ। ਇਹਦੇ 'ਚ ਕੰਸਲਟੈਂਸੀ ਦੀ ਕਿਹੜੀ ਗੱਲ ਹੈ? ਇਹ ਜਾ ਕੇ ਮੰਗਲ ਤੇ ਦੇਖਣਾ ਵੀ ਪਾਣੀ ਹੈ ਜਾਂ ਨਹੀਂ। ਸਮਝ ਨਹੀਂ ਆਉਂਦੀ। ਜਾਂ ਤਾਂ ਤੁਹਾਡੀ ਸੁਣਨੋਂ ਹਟ ਗਏ, ਜਾਂ ਸਾਡੀ ਉਹਨਾਂ ਨੇ ਨਬਜ ਵੇਖ ਲਈ ਵੀ ਇਹਨਾਂ ਦੇ ਪੱਲੇ ਕੱਖ ਨਹੀਂ, ਵੋਟਾਂ ਵੇਲੇ ਦੇਖਾਂਗੇ, ਹਲੇ ਤਾਂ ਬਹੁਤ ਦੂਰ ਆ। 24 'ਚ ਜਾ ਕੇ ਫਰਵਰੀ ਮਾਰਚ ਸ਼ੁਰੂ ਕਰਾਂਗੇ। ਜਾਨੂੰ ਉਹਨਾਂ ਦੇ ਸ਼ਹਿਰ ਦੇ ਹਸਪਤਾਲ ਵਗੈਰਾ ਅਸੀਂ ਬਣਾ ਦੇਣਾ ਨੇ, ਪਟੋਲੋ ਬ੍ਰਿਜ ਬਣਾ ਦੇਵਾਂਗੇ ਤੇ ਆਮ ਲੋਕਾਂ ਨੇ ਖੁਸ਼ ਹੋ ਜਾਣਾ। ਟਰੱਕਾਂ ਵਾਲੇ, ਇਹ ਤਾਂ 1000-2000 ਪਰਿਵਾਰ ਹੈ, 2000 ਪਰਿਵਾਰ, 4 ਮੈਂਬਰ, 8000। ਇਹ ਜਿਹੜੇ ਗੈਂਗਿਜ਼ਮ 'ਚ ਮਰ ਰਹੇ ਨੇ, ਇਹ 20-50-100 ਪਰਿਵਾਰ ਹੈ। ਇਹਨਾਂ ਦੇ ਕੋਲ ਵੀ ਇਹ ਵੀ 5-7 ਵੋਟ ਹੈ। ਬਾਕੀ ਵੱਡੇ ਬੰਦੇ ਸਹੀ ਨੇ, ਕੰਸਟਰਕਸ਼ਨ ਇੰਡਸਟਰੀ ਸਹੀ ਹੈ, 50% ਜੀ 'ਚ ਕੰਮ ਕਰਦਾ ਲੱਖ ਬੰਦਾ, ਤੇ ਬਾਕੀ ਪੈਸੇ ਧੇਲੇ ਵਾਲੇ ਖੁਸ਼ ਨੇ। ਇਹ ਵੀ ਦੇਖਦੇ ਨੇ ਨਾ ਵੀ ਅਨੁਪਾਤ ਕਿੱਥੇ ਆ ਤੇ ਮਿਹਨਤ ਕਿੱਥੇ ਕਰਨੀ ਹੈ, ਇਹ ਵੀ ਫਰਕ। ਦੋ ਖਬਰਾਂ ਹੋਰ ਵੀ ਮੈਂ ਸਾਂਝੀਆਂ ਤੁਹਾਡੇ ਨਾਲ ਕਰਨੀਆਂ ਨੇ, ਬਸ ਕਾਲਰ ਨੇ 2, ਇਹਨਾਂ ਨਾਲ ਗੱਲਬਾਤ ਕਰ ਲਵਾਂ। TJ ਧਾਮੀ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 1। ਹੈਲੋ, ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ, ਧਾਮੀ ਸਾਹਿਬ, ਸਾਨੂੰ ਟਾਈਮ ਦੇਣ ਦਾ। ਤੇ ਗਿੱਲ ਸਾਹਿਬ, ਤੁਸੀਂ ਸ਼ੁਰੂ ਤੋਂ ਹੀ ਮੀਡੀਆ ਦੇ ਵਿੱਚ ਸਾਡੇ ਹੱਕ 'ਚ ਬਹੁਤ ਆਵਾਜ਼ ਉਠਾਈ, ਸਾਡਾ ਥੈਂਕ ਯੂ। ਧੰਨਵਾਦ ਵੀਰ ਜੀ। ਹਾਂਜੀ, ਤੇ ਮੈਂ ਗੱਲ ਇਹੀ ਕਰਨਾ ਚਾਹਾਂਗਾ ਵੀ ਜਦੋਂ ਵੀ ਸਟ੍ਰਾਈਕ ਦਾ ਰੀਜ਼ਨ ਬਣਿਆ ਉਹ ਇਹੀ ਸੀ ਕਿ ਕੰਪਨੀਆਂ ਇਲੀਗਲ ਟਰੱਕ ਹਾਇਰ ਕਰਦੀਆਂ ਤੇ ਅੰਡਰ ਕਟਿੰਗ ਕਰਦੀਆਂ ਜੀ। ਤੇ ਜਿੰਨਾ ਚਿਰ ਇਹ ਆਫ ਡਾਕ ਟਰੱਕ ਜਿਹੜਾ ਆ ਇਹਨਾਂ ਨੂੰ ਲੀਗਲ ਨਹੀਂ ਕੀਤਾ ਜਾਂਦਾ, ਜਾਂ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਨੂੰ ਜਿੰਨਾ ਚਿਰ ਇਹ ਬੰਦ ਨਹੀਂ ਹੁੰਦੇ ਉਹਨਾਂ ਚਿਰ ਇਹ ਸਮੱਸਿਆ ਦਾ ਕੋਈ ਵੀ ਹੱਲ ਨਹੀਂ। ਕਿਉਂਕਿ
ਅੱਜ ਕੰਪਨੀਆਂ ਰੇਟ ਵੀ ਪੇ ਕਰ ਰਹੀਆਂ, ਪਰ ਉਹ ਆਪਣਾ ਜਿਹੜਾ ਕੰਮ ਆ ਉਹ ਆਫ ਡਾਕ ਟਰੱਕ ਜਿਹੜੇ ਆ ਉਹਨਾਂ ਕੋਲੋਂ ਕੰਮ ਕਰਾ ਰਹੀਆਂ, ਅੰਡਰ ਕਟਿੰਗ ਕਰ ਰਹੀਆਂ। ਤੇ ਜਿੰਨਾ ਚਿਰ ਅੰਡਰ ਕਟਿੰਗ ਬੰਦ ਨਹੀਂ ਹੁੰਦੀ ਉਹਨਾਂ ਚਿਰ ਇਹ ਪ੍ਰੋਬਲਮ ਇਸੇ ਤਰ੍ਹਾਂ ਹੀ ਖੜੀ ਰਹਿਣੀ ਆ। ਦੂਸਰੀ ਗੱਲ ਮੈਂ ਕਰਨੀ ਚਾਹੂੰਗਾ ਵੀ ਜਿਹੜਾ ਇਹ ਹੁਣ ਆ ਕੇ ਕਹਿ ਰਿਹਾ ਵੀ ਅਸੀਂ ਇਹਨੂੰ ਆਵਰਲੀ ਕਰ ਦਿਆਂਗੇ, ਮੈਂ ਤਾਂ ਆਪਣੇ ਗਿੱਲ ਸਾਹਿਬ ਪੁੱਛਣਾ ਚਾਹੂੰਗਾ ਬਈ ਜਿੰਨਾ ਚਿਰ ਆਫ ਡਾਕ ਟਰੱਕ ਬੰਦ ਨਹੀਂ ਹੁੰਦਾ ਉਹਨਾਂ ਚਿਰ ਅੰਡਰ ਕਟਿੰਗ ਤਾਂ ਬੰਦ ਹੀ ਨਹੀਂ ਹੋਣੀ। ਜੇ ਉਹ ਅੱਜ ਰੇਟ ਪੂਰੇ ਨਹੀਂ ਪੇ ਕਰ ਰਿਹਾ, ਕੱਲ ਨੂੰ ਕੀ ਗਰੰਟੀ ਆ ਕੱਲ ਨੂੰ ਇੰਡਸਟਰੀ ਨੂੰ ਆਵਰਲੀ ਲਿਆ ਕੇ ਕੀ ਜਿਹੜੇ ਆਫ ਡਾਕ ਟਰੱਕ ਆ ਉਹ ਤਾਂ ਫਿਰ ਅੰਡਰ ਕਟਿੰਗ ਕਰਨਗੇ, ਉਹ ਤਾਂ ਫਿਰ ਘੱਟ ਰੇਟਾਂ ਤੇ ਕੰਮ ਕਰਨਗੇ। ਧਾਮੀ ਸਾਹਿਬ, ਜਿਹੜਾ ਤੁਸੀਂ ਆਫ ਡਾਕ ਬਿਨਾਂ ਲਾਇਸੈਂਸ ਤੋਂ ਜਿਹੜਾ ਕੰਮ ਕਰਦੇ ਨੇ ਉਹਨਾਂ ਨੂੰ ਲੀਗਲ ਦੀ ਗੱਲ ਕਰਦੇ ਹੋ, ਫਿਰ ਟਰੱਕਾਂ ਦੀ ਬਹੁਤਾਤ ਨਹੀਂ ਹੋ ਜਾਏਗੀ ਜੀ? ਦੇਖੋ ਜੀ, ਜਦੋਂ ਸਟ੍ਰਾਈਕ ਦਾ ਰੀਜ਼ਨ ਜਿਹੜਾ ਕਮਿਸ਼ਨਰ ਨੂੰ ਅਪਾਇੰਟ ਕੀਤਾ ਗਿਆ ਸੀਗਾ ਜੀ, ਉਹ ਇਸੇ ਕਰਕੇ ਅਪਾਇੰਟ ਕੀਤਾ ਗਿਆ ਸੀਗਾ ਵੀ ਜੇ ਕਿਸੇ ਕੰਪਨੀ ਕੋਲ ਕੋਈ ਕੰਮ ਹੈ ਤਾਂ ਉਹ ਟੈਗ ਜਿਹੜਾ ਆ ਅਪਲਾਈ ਕਰ ਸਕਦਾ। ਇਦਾਂ ਨਹੀਂ ਹੈਗਾ ਵੀ ਬੈਕਡੋਰ ਥਾਣੀ ਤੁਸੀਂ ਸਾਰਿਆਂ ਨੂੰ ਅਲੀਗਲ ਕਰ ਦਿਓ, ਕਿਉਂਕਿ ਸਟ੍ਰਾਈਕ ਦਾ ਰੀਜ਼ਨ ਇਹ ਹੁੰਦਾ ਜਦੋਂ ਟੂ ਮਨੀ ਟਰੱਕ ਸਿਸਟਮ ਦੇ ਵਿੱਚ ਆ ਜਾਂਦੇ ਆ। ਪਰ ਉਹਦੇ ਨਾਲ ਦੂਜੀ ਗੱਲ ਇਹ ਵੀ ਆ ਨਾ, ਕਿਉਂਕਿ ਇਸੇ ਕਰਕੇ ਅਸੀਂ ਇਸ ਸੰਘਰਸ਼ ਕਰ ਰਹੇ ਹਾਂ ਕਿ ਇਹਨੂੰ ਪ੍ਰੋਪਰ ਜਿਹੜਾ ਸਿਸਟਮ ਨੂੰ ਸੁਧਾਰਿਆ ਜਾਵੇ। ਇਹ ਉਹਨਾਂ ਚਿੱਕਰ ਜਿੰਨਾ ਚਿੱਕਰ ਸਾਡੇ ਪੋਲੀਟੀਸ਼ੀਅਨ ਇਹਨਾਂ ਵਿੱਚ ਇਨਵੋਲਵ ਨਹੀਂ ਹੁੰਦੇ ਜਾਂ ਸਾਡੀ ਜਿਹੜੀ ਮੈਜੋਰਟੀ ਆ ਅਸੀਂ ਉਹ ਮੁਜ਼ਾਹਰਾ ਨਹੀਂ ਕਰਦੇ, ਇਹਨਾਂ ਦੇ ਅੱਗੇ ਦਫ਼ਤਰਾਂ ਦੇ ਅੱਗੇ ਨਹੀਂ ਜਾਂਦੇ, ਉਹਨਾਂ ਚਿੱਕਰ ਇਹ ਚੀਜ਼ ਹੱਲ ਨਹੀਂ ਹੋਣੀ। ਕਿਉਂਕਿ ਜੇ ਹੁਣ ਤੁਹਾਨੂੰ ਜੇ ਇਹਨਾਂ ਨੇ ਮੁੜ ਕੇ ਹੁਣ ਜੇ ਕਹਿੰਦੇ ਵੀ ਆਵਰਲੀ ਰੇਟ ਕਰਦੇ ਆ, ਕਿਉਂਕਿ ਉਹ ਅੰਡਰ ਕਟਿੰਗ ਤਾਂ ਫੇਰ ਉੱਤੇ ਰਹਿਣੀ ਆ, ਸਮੱਸਿਆ ਫੇਰ ਉੱਤੇ ਦੀ ਉੱਤੇ ਖੜੀ ਰਹਿਣੀ ਆ। ਅੱਜ ਜਿਨ੍ਹਾਂ ਨੇ ਟਰੱਕ ਦੇ ਉੱਤੇ ਲੱਖ 1.5 ਲੱਖ ਰੁਪਇਆ ਲਾਇਆ, ਉਹ ਅੱਜ ਇੰਸ਼ੋਰੈਂਸਾਂ ਕਰਾ ਕੇ ਟਰੱਕ ਉਹਨਾਂ ਦੇ ਜੜ੍ਹਾਂ ਦੇ ਵਿੱਚ ਖੜੇ ਆ ਤੇ ਕੰਪਨੀਆਂ ਆਪਣਾ ਕੰਮ ਕਰਵਾਈ ਜਾ ਰਹੀਆਂ। ਬਿਲਕੁਲ ਡੈਲਟਾ ਪੋਰਟ ਤੋਂ ਜਾਂ ਹੋਰ ਪੋਰਟਾਂ ਦੇ ਉੱਤੋਂ ਜਿਹੜੇ ਲਾਇਸੈਂਸ ਟਰੱਕ ਆ ਉਹਨਾਂ ਦੇ ਉੱਥੋਂ ਕੱਢਦੇ ਆ, ਬਾਹਰ ਸਵਿਚ ਕਰਕੇ ਕੰਪਨੀਆਂ ਲਈ ਜਾਂਦੀਆਂ, ਆਪਣਾ ਕੰਮ ਕਰੀ ਜਾਂਦੀਆਂ। ਪਰ ਜਿਹੜੀ ਸਾਡੀ ਮੈਂਬਰਸ਼ਿਪ ਆ, ਸਾਡੀਆਂ ਜੌਬਾਂ ਅੱਜ ਖਤਰੇ ਦੇ ਵਿੱਚ ਆ, ਸਾਡੇ ਬੱਚਿਆਂ ਦਾ ਫਿਊਚਰ ਅੱਜ ਖਤਰੇ ਦੇ ਵਿੱਚ ਆ। ਗਿੱਲ ਸਾਹਿਬ ਬਿਲਕੁਲ ਠੀਕ ਹੈ, ਇਹ 'ਚ ਕੋਈ ਸ਼ੱਕ ਨਹੀਂ। ਧਾਮੀ ਸਾਹਿਬ, ਕੱਲ ਮੈਂ ਗੱਲਬਾਤ ਕਰ ਰਿਹਾ ਸਾਂ ਕਿ ਸੀਐਨ ਤੋਂ ਜਿਹੜੇ ਭਾਈ ਸਾਹਿਬ ਲੇ ਆਫ ਹੋਏ ਨੇ, ਉਹ ਕਹਿੰਦੇ 1.5 ਲੱਖ ਦਾ ਟਰੱਕ ਆ ਖੜਾ, ਮੈਨੂੰ 17 ਸਾਲ ਹੋ ਗਏ ਇਸ ਜੌਬ ਤੇ ਉਹਦੇ ਬਾਅਦ ਆਹ ਉਮਰ 'ਚ ਮੇਰੇ ਟੀਨੇਜਰ ਬੱਚੇ ਨੇ, ਮੈਂ ਉਹਨਾਂ ਜਵਾਕਾਂ ਨੂੰ ਛੱਡ ਕੇ ਸੜਕ ਤੇ ਘਰ ਤੋਂ 6 ਦਿਨ ਪਰਾਂ ਕਿਉਂ ਜਾਵਾਂ? ਮੁੜ ਕੇ ਜਿੱਦਣ ਜੇ ਜਵਾਕ ਕਿਸੇ ਪਾਸੇ ਮਾੜੇ ਰਾਹ ਤੇ ਪੈ ਗਏ, ਫਿਰ ਇਹਨਾਂ ਨੇ ਪੁਲਿਸ ਵਾਲਿਆਂ ਨੇ ਆ ਕੇ ਕਮਿਊਨਿਟੀ ਵਾਲਿਆਂ ਨੇ ਕਹਿਣਾ ਕਰੋ ਜੀ ਟਾਊਨ ਹਾਲ ਮੀਟਿੰਗ। ਮਾਪਿਆਂ ਦਾ ਕਸੂਰ ਆ, ਮਾਪਿਆਂ ਨੇ ਜਵਾਕ ਨਹੀਂ ਪਾਲੇ। ਕੋਈ ਗੱਲ ਦੇ ਵਿੱਚ ਤਾਂ ਆਵੇ ਬੰਦਾ, ਮੁਸ਼ਕਲ ਨੂੰ ਦੇਖੋ ਤਾਂ ਸਹੀ ਨਾਪ ਕੇ ਕਿਵੇਂ ਹੈ। ਸੰਤੋਖ ਸਿੰਘ ਜੀ, ਲਾਈਨ ਨੰਬਰ 2। ਗਿੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ ਸੰਤੋਖ ਸਿੰਘ ਧੰਨਵਾਦ। ਤੇ ਆਪਣਾ ਟਰੱਕ ਇਧਰਲੇ ਪਾਸੇ ਖੜਾ ਸੀ, ਕੱਲ ਤੁਸੀਂ ਦੇਖਿਆ ਵੀ? ਹਾਂਜੀ ਸੌਰੀ, ਹਾਂਜੀ ਕਾਲਾ ਟਰੱਕ। ਮੈਨੂੰ 20 ਸਾਲ ਹੋ ਗਏ ਇੰਡਸਟਰੀ ਵਿੱਚ ਕੰਟੇਨਰ ਦੇ ਕੰਮ ਕਰਦੇ ਨੂੰ ਜੀ। ਮੈਨੂੰ ਸੀਏ ਨੇ ਚੱਕ ਕੇ ਤਾਂ ਬਾਹਰ ਕੱਢਿਆ ਤੇ ਬੰਦਾ ਮੇਰੀ ਜਗ੍ਹਾ ਮੇਰੇ ਵਾਲਾ ਜਿਹੜਾ ਸਿਸਟਮ ਦੇ ਵਿੱਚ ਟੈਗ ਸੀ ਉਹਨੂੰ ਦੇ ਕੇ ਤਾਂ ਉੱਤੋਂ ਹੁਣ ਕੰਮ ਕਰਾਉਂਦੀ ਆ ਸੀਐਨ। ਤੇ ਲਾ ਲਓ ਹਿਸਾਬ ਪਈ, ਮੇਰੇ ਨਿਆਣੇ ਜਿਹੜੇ ਯੂਨੀਵਰਸਿਟੀ ਜਾਂਦੇ ਆ, ਨਵਾਂ ਮੇਰੇ ਕੋਲ ਟਰੱਕ ਆ ਇਹ 2,11,000 ਦਾ ਆਇਆ ਜੀ। ਇਹਨੂੰ 21 ਦਾ ਟਰੱਕ ਆ ਇਹ। ਮੈਂ ਘਰ ਬੈਠਾ, ਮੇਰੀ ਵਾਈਫ ਨੇ ਪਹਿਲਾਂ ਤੋਂ ਕੰਮ ਨਹੀਂ ਕੀਤਾ ਅੱਜ ਤੱਕ, ਉਹ ਘਰ ਆ ਤੇ 3 ਬੱਚੇ ਮੇਰੇ ਯੂਨੀਵਰਸਿਟੀ ਜਾਂਦੇ ਆ। ਮਹੀਨੇ ਤੋਂ ਉੱਪਰ ਹੋ ਗਿਆ ਮੈਨੂੰ ਘਰ ਬੈਠੇ ਨੂੰ। ਤੇ ਮੈਨੂੰ ਇਹ ਪੋਲਟੈਕਸ ਦੱਸ ਦੇਣ ਵੀ ਕਿੱਧਰ ਨੂੰ ਜਾਣਾ। ਮੈਂ ਏਅਰ ਤੇ ਕੱਲ ਵੀ ਇੰਟਰਵਿਊ 'ਚ ਕਿਹਾ ਸੀ ਤੇ ਅੱਜ ਵੀ ਤੁਹਾਡੀ ਏਅਰ ਤੇ ਕਹਿੰਦਾ ਤੇ ਮੈਂ ਜਾ ਕੇ ਭੁੱਖ ਹੜਤਾਲ ਰੱਖ ਦੇਣੀ ਆ। ਤੇ ਜੇ ਕੁਛ ਕਰ ਸਕਦੇ ਸਿਸਟਮ ਨੂੰ ਸੁਧਾਰ ਲਓ। 20 ਸਾਲ ਹੋ ਗਏ ਸਾਨੂੰ ਦੇਖਦੇ ਨੂੰ ਤੇ ਕੁਛ ਨਹੀਂ ਇੱਥੇ ਹੋਇਆ ਹੈਗਾ। ਇੱਧਰੋਂ ਕੱਢ ਕੇ ਇੱਧਰ ਪਾਤਾ, ਇੱਧਰੋਂ ਕੱਢ ਕੇ ਇੱਧਰ, ਇੱਕ ਪਾਸੇ ਨੂੰ ਟਿਕਲ ਕਰਦੇ ਆ, ਦੂਆ ਪਾਸਾ ਜਾ ਕੇ ਤੇ ਦੂਏ ਪਾਸੇ ਨੂੰ ਘੁਮਾ ਦਿੰਦੇ ਆ। ਭਾਈ ਸਾਹਿਬ, ਕਾਰਨ ਕੀ ਤੁਹਾਨੂੰ ਦੱਸਿਆ ਇੰਨੀ ਸੀਨੀਅਰਿਟੀ 'ਚ ਜਾਂ ਤੁਹਾਨੂੰ ਲੇ ਆਫ ਕੀਤਾ? ਕੀ ਕਿਹਾ ਉਹਨਾਂ ਨੇ? ਉਹਨਾਂ ਨੇ ਕਿਹਾ ਕੰਮ ਹੈ ਨਹੀਂ ਜੀ, ਕੰਮ ਹੈ ਨਹੀਂ। ਪਹਿਲਾਂ ਜਿੱਧਰ ਨੂੰ ਕੰਮ ਕਰਾਉਂਦੇ ਸੀ ਮੈਂ ਕੰਮ ਕਰਦਾ ਸੀ ਜੀ, ਮੈਨੂੰ ਹਾਈਵੇ ਤੇ ਭੇਜਦੇ, ਮੈਂ ਹਾਈਵੇ ਤੇ ਜਾਂਦਾ ਸੀ। ਮੈਂ ਕੰਮ ਜਿੰਨੇ ਬੰਦੇ ਮੇਰੇ ਨਾਲ ਕੰਮ ਕਰਦੇ ਸਾਰਿਆਂ ਨੂੰ ਪਤਾ, ਤਕਰੀਬਨ ਐਵਰੀਵੇਅਰ ਜਿੱਥੇ ਮੈਂ ਇੰਡਸਟਰੀ ਦੇ ਬੰਦੇ ਸਾਰੇ ਹੀ ਜਾਣਦੇ ਮੈਨੂੰ, ਸਾਰਿਆਂ ਨੂੰ ਪਤਾ ਮੈਂ ਹਾਰਡ ਵਰਕ ਆ। ਪਰ ਆਹ ਚੀਜ਼ ਜਿਹੜੀ ਆ ਇਹ ਸਿਸਟਮ ਨੂੰ ਏਦਾਂ ਦਾ ਬਣਾ ਦਿੱਤਾ ਇਹਨਾਂ ਨੇ ਤੇ ਸਕਰੂ ਅਪ ਬੰਦਿਆਂ ਨੂੰ ਕਰੋ, ਇਹ ਖੱਜਲ ਖਰਾਬ ਹੋ ਕੇ ਦੌੜ ਜਾਣ। ਮੈਂ ਕਿੱਥੇ ਜਾਵਾਂ ਹੁਣ? ਜਿਹੜੇ ਮੇਰੇ ਲਾਸਟ 7-8 ਈਅਰ ਕੰਮ ਕਰਨ ਦੇ ਆ, ਨਿਆਣੇ ਮੇਰੇ ਹੁਣ ਸਿਰੇ ਤੇ ਪਹੁੰਚੇ ਹੋ ਆ। ਮੈਂ ਇਹਨਾਂ ਨੂੰ ਕੀ ਦੱਸੋ, ਕੀ ਸਹੂਲਤ ਨਾਲ ਦਊਂਗਾ ਹੁਣ ਮੈਂ? ਕਿੱਥੇ ਜਾਂ ਤਾਂ ਮੈਂ ਕਿਸੇ ਪਾਸੇ ਲੱਗ ਜਾਊਂ ਜਾਂ ਮੇਰਾ ਮਤਲਬ ਸਿਸਟਮ ਦੇ ਵਿੱਚ ਸਿੱਧਾ ਕਰ ਦੂੰ। ਮੈਂ ਤਾਂ ਹੁਣ ਇਹੀ ਸੋਚਿਆ ਸਾਰਾ। ਅੱਛਾ ਭਾਈ ਸਾਹਿਬ, ਇੱਕ ਦੱਸਿਓ, ਜਿਹੜਾ ਇੰਨੇ ਤੁਸੀਂ ਸੀਨੀਅਰ ਸੀ, ਤੁਹਾਨੂੰ ਪੋਰਟ ਪਾਸ ਤੁਹਾਡਾ ਜਿਹੜਾ ਟੈਗ ਮਿਲਿਆ ਸੀ, ਹੁਣ ਉਹ ਟੈਗ ਤੁਸੀਂ ਓਨ ਨਹੀਂ ਕਰਦੇ, ਉਹਨੂੰ ਕੰਪਨੀ ਓਨ ਕਰਦੀ ਆ? ਹਾਂਜੀ, ਬਸ ਆ ਸਿਸਟਮ ਹੀ ਇਦਾਂ ਦਾ ਬਣਾਤਾ, ਕੰਪਨੀ ਨੂੰ ਕੰਟਰੋਲ ਦੇਤਾ ਸਾਰਾ। ਹਾਂਜੀ, ਸਾਰਾ ਕੁਝ ਸਿਸਟਮ ਹੀ ਨਹੀਂ, ਮਤਲਬ ਇਹ ਚੀਜ਼ ਸਕਰੂ ਅਪ, ਮਤਲਬ ਜਿਹੜਾ
ਸਾਡੇ ਕੋਲ ਕੀ ਫਰੀडम ਆ? ਇਹ ਕੰਟਰੀ ਦੀ ਗੱਲਾਂ ਕਰਦੇ ਆ, ਕਾਮਾ ਕਾਟੂ ਦੀ ਮਾਰੂ ਦੀ ਗੱਲ ਕਰਦੇ, ਕਦੀ ਕੁਛ ਕਰਦੇ ਕਦੀ ਕੁਛ ਕਰਦੇ ਆ। ਕੀ ਕੀਤਾ ਇਹ? ਸਲੇਵਰੀ ਤਾਂ ਹੋਰ ਹੈ ਕੀ ਜੀ? ਇਹ ਨਾ ਜੀ, ਕਿਹੜਾ ਕਾਮਾ ਗਾਟਾ ਮਾਰੂ ਆ? ਤੁਸੀਂ ਨਿੱਤ ਕਾਮਾ ਗਾਟਾ ਮਾਰੂ ਹਿੱਕ ਤੇ ਚਾੜਦੇ ਹੋ ਲੋਕਾਂ ਦੇ। ਤੁਹਾਡੇ ਇੱਕ ਬੰਦਾ 20 ਸਾਲ ਦਾ 2 ਲੱਖ ਦਾ ਟਰੱਕ ਲੈ ਕੇ 3 ਬੱਚੇ ਉਹਦੇ ਯੂਨੀਵਰਸਿਟੀ ਜਾਂਦੇ ਨੇ, ਕੰਮ ਤੋਂ ਘਰੇ ਬਹਿ ਗਿਆ, ਉਹਦੇ ਲਈ ਤਾਂ ਕਾਮਾ ਗਾਟਾ ਮਾਰੂ ਉਹਦੇ ਦਰਾਂ 'ਚ ਖੜਾ ਅੱਜ ਜਾ ਕੇ। ਮੈਂ ਫਿਰ ਏਅਰ ਤੇ ਕਹਿਣਾ, ਮੈਂ ਜਾ ਕੇ ਕਮਿਸ਼ਨਰ ਦੇ ਆਫਿਸ ਦੇ ਮੂਹਰੇ ਬਹਿ ਜਾਣਾ। ਮੈਂ ਕਿਹਾ ਮੈਂ ਵਾਰਨਿੰਗ ਦਿੰਦਾ ਇਹਨਾਂ ਪੋਲੀਟਿਕਸਾਂ ਨੂੰ, ਕਰ ਲਓ ਕੁਛ ਜੇ ਕਰਨਾ, ਨਹੀਂ ਤਾਂ ਵੀ ਹਾਈਲਾਈਟ ਹੋਰ ਹੋ ਜਾਣਾ। ਮੈਂ ਤੁਹਾਨੂੰ ਦੱਸ ਦਿੰਦਾ, ਮੈਂ ਕੱਲ ਵੀ ਕਿਹਾ ਸੀ, ਮੈਂ ਅੱਜ ਵੀ ਕਹਿਣਾ ਏਅਰ ਤੇ, ਇਹਨੂੰ ਸਿਸਟਮ ਨੂੰ ਜੇ ਸੁਧਾਰ ਸਕਦੇ ਤਾਂ ਸੁਧਾਰ ਲਓ ਪਲੀਜ਼। ਡਰਾਈ ਡਾਕ ਤੇ ਕੀ ਹੋ ਰਿਹਾ, ਪੋਰਟਾਂ ਤੇ ਕੀ ਹੋ ਰਿਹਾ ਦੇਖ ਲਓ। ਬਚਾਓ ਟਰੱਕ ਕੱਢਦੇ ਆ, ਜਿਹੜਾ ਅਗਲਾ ਚੀਟਿੰਗ ਕਰਾ ਕੇ ਬਾਹਰ 20, 25 ਤੇ $30 ਦੇ ਕੇ, $50 ਦੇ ਕੇ ਸਾਡੇ ਵਰਗੇ ਨੂੰ, ਜਿੱਦਾਂ ਹੁਣ ਮੈਨੂੰ ਕੱਢਣਾ, ਮੇਰੇ ਵਰਗੇ ਨੂੰ ਕਹਿਣਾ ਉੱਥੇ ਆ ਜਾਵੇ, ਤੈਨੂੰ ਲੋਡ ਦਿੰਦੇ ਆ, ਉਹ ਦੇ ਕੇ ਤਾਂ 40-50 ਦੇ ਵਿੱਚ ਡਿਲੀਵਰ ਕਰਾਉਂਦੇ, ਇਹ ਅੰਦਰੋਂ ਕੱਢਦੇ ਇਹ ਆਪਣੇ ਟਰੱਕ ਨਾਲ। ਕੀ ਇਹ ਸਾਰਾ ਸਕਰੂ ਆਪਣੀ ਦੀਦਾ ਨਹੀਂ ਕਿਸੇ ਨੂੰ? ਸਾਰਾ ਕੁਝ ਦੀਦਾ, ਜਾਣ ਕੇ ਹੀ ਆ ਸਾਰਾ ਕੁਝ ਹੋ ਰਿਹਾ। ਥੈਂਕ ਯੂ ਭਾਈ ਸਾਹਿਬ, ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਹੈ, ਕੋਈ ਗੱਲ ਨਹੀਂ, ਨਾਲ ਆ ਤੁਹਾਡੇ, ਹਰ ਵਕਤ ਨਾਲ ਹੈ। ਸਰ ਸੁਖਦੀਪ ਸਿੰਘ ਆਖਰੀ ਕਾਲਰ ਜੀ ਤੁਸੀਂ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਵੀ ਸੀਐਨ 'ਚ ਕੰਮ ਕਰਦਾ ਭਾਜੀ, ਹੁਣ ਮੈਂ ਜਾਣਦਾ ਸਤੋਖ ਭਾਜੀ ਨੂੰ ਪਹਿਲਾਂ ਗੱਲ ਕਰਕੇ ਆਏ ਆ ਜੀ, ਤੇ ਅਸੀਂ ਵੀ ਕਾਫੀ ਬੰਦੇ 7 ਬੰਦੇ ਹੋਰ ਡਿਫੈਕਟ ਹੋਏ ਆ। ਆੜੀ ਭਾਜੀ ਨੂੰ ਪਹਿਲਾਂ ਇੱਕ ਹੋਇਆ ਸੀ ਤੇ 7 ਬੰਦੇ ਹੁਣ ਡਿਫੈਕਟ ਹੋਏ ਅਸੀਂ। ਅੱਛਾ, ਕਹਿੰਦੇ ਕੀ ਨੇ? ਤੁਸੀਂ ਕੱਲ ਮੈਨੂੰ ਨਿੱਜੀ ਤੌਰ ਤੇ ਮਿਲੇ ਵੀ ਸੀ ਤੇ ਤੁਹਾਡੇ ਤੇ ਵੀ ਇਹੀ ਕਿਹਾ ਵੀ ਕੰਮ ਨਹੀਂ ਹੈ ਜੀ? ਹੈ ਹਾਂਜੀ, ਸਾਨੂੰ ਲੇਬ ਕੀਤਾ ਭਾਜੀ। ਤੇ ਲੇਬ ਕੀਤਾ ਤੇ ਹੁਣ ਪੰਗਾ ਭਾਜੀ ਇਹ ਆ ਨਾ ਵੀ ਚੱਲ ਲੇਬ ਕਰਤਾ, ਕੰਮ ਹੈ ਨਹੀਂ ਗਾ ਨਾ। ਤੇ ਰੌਲਾ ਹੁਣ ਇਹ ਮੈਂ TLS ਆ, 17 ਸਾਲ ਮੈਂ ਇੰਡਸਟਰੀ ਕੰਮ ਕਰਦਾ ਆਇਆ ਤੇ 2004 ਤੋਂ ਮੈਂ TLS ਲਿਆ, 8 ਸਾਲ ਮੈਂ ਫਾਰਵਰਡ 'ਚ ਕੀਤਾ, ਹੁਣ 8.5 ਸਾਲ ਮੈਂ ਇੱਥੇ ਕੀਤਾ CN 'ਚ। ਹੁਣ ਮੇਰਾ TLS ਮੂਵ ਨਹੀਂ ਹੋ ਰਿਹਾ ਤੇ ਕਮਿਸ਼ਨ ਤੇ ਉਹ ਜੇ ਕੰਪਿਊਟਰ ਤੇ ਉਹ ਜਿੱਦਾਂ ਸਾਈਨ ਨਹੀਂ ਕਰ ਰਿਹਾ ਵੀ ਮੈਂ ਕੋਈ ਹੋਰ ਕੰਪਨੀ ਭੇਜ ਸਕਦਾ। ਤੇ ਇੱਕ ਭਾਜੀ ਇਹਦਾ ਭਾਜੀ ਉਹਨਾਂ ਦਾ ਪੋਰਟ ਪਾਸ ਅਗਲੇ ਬੰਦਿਆਂ ਨੂੰ ਦੇਤਾ ਆ, ਚੱਕ ਕੇ ਪੋਰਟ ਪਾਸ ਸੀਨੀਅਰ ਬੰਦਿਆਂ ਨੂੰ ਦੇਤਾ। ਤੇ ਅਸੀਂ ਹੁਣ ਇੱਕ ਲੈਟਰ ਪਵਾਈ ਸੀ ਵਕੀਲ ਤੋਂ, ਉਹ ਕਹਿੰਦਾ ਸੀ ਵੀ ਆਪਣੇ ਵੀ ਮੈਂ ਲੋਕਟ ਕਰਦਾ ਆ, ਤੇ ਸਾਨੂੰ ਡਰ ਹੈ ਵੀ ਕਿਤੇ ਉਹ ਸੀਨੀਅਰ ਬੰਦਿਆਂ ਨੂੰ ਨਾ ਸਾਡੇ ਪੋਰਟ ਪਾਸ ਦੇ ਦੇਵੇ। ਆਲਸੋ ਸਾਨੂੰ ਹੁਣ ਹੋਰ ਕਿਸੇ ਕੰਪਨੀ ਕੰਮ ਨਹੀਂ ਮਿਲਦਾ, ਸਾਨੂੰ 3 ਮਹੀਨੇ ਤੇ 3-4 ਮਹੀਨੇ ਹੋਰ ਚਾਹੀਦੇ, ਸਾਨੂੰ ਆਲਮੋਸਟ 6 ਮਹੀਨੇ ਚਾਹੀਦੇ ਵੀ ਜੇ ਇੰਡਸਟਰੀ ਕੰਮ ਹੋਊਗਾ ਫਿਰ ਕਿਸੇ ਕੰਪਨੀ ਹਾਇਰ ਹੋ ਜਾਵਾਂਗੇ। ਹੁਣ ਕੋਈ ਕੰਪਨੀ ਸਾਨੂੰ ਹਾਇਰ ਨਹੀਂ ਕਰਦੀ ਤੇ TLS ਸਾਡੇ ਕੈਂਸਲ ਹੋ ਚੱਲੇ ਆ। ਤੇ ਤੁਹਾਡਾ ਟਰੱਕ ਕਿੰਨੇ ਦਾ ਸੁਖਦੀਪ ਸਿੰਘ ਜੀ? ਭਾਈ ਮੇਰਾ ਨਵਾਂ ਟਰੱਕ 18 ਮਾਡਲ ਹੈ, 3 ਲੱਖ ਚੱਲਿਆ ਹਲੇ। ਹਾਂਜੀ, ਮੇਰੇ ਨਾਲ ਮੇਰੇ ਮੁੰਡਾ ਬੈਠਾ ਨਾਲ, ਜੋ ਸੁਖਵਿੰਦਰ ਸਿੰਘ ਜੋਲ, ਹਾਂਜੀ, ਉਹਨਾਂ ਦਾ ਟਰੱਕ ਵੀ 21 ਮਾਡਲ ਆ, 2 ਲੱਖ ਚੱਲਿਆ, 2 ਲੱਖ ਟਰੱਕ ਉਹਨਾਂ ਦਾ ਭਾਜੀ। ਯਾਰ ਕਮਾਲ ਹੋ ਗਈ। ਮੈਂ ਦਿਲੋਂ ਸੁਖਦੀਪ ਸਿੰਘ ਇਹ ਸੋਚਦਾ ਤੁਹਾਡੇ ਟਰੱਕ ਕਾਲੇ ਜਾਂਦੇ ਦੇਖ ਕੇ ਨਾ, ਮੇਰੇ ਮਨ 'ਚ ਇਹ ਸੀ ਬਈ ਇਹ ਵਧੀਆ ਪੈਸੇ ਬਣਾਉਂਦੇ ਨੇ ਕੰਪਨੀ 'ਚ ਬੰਦੇ ਮੁੰਡੇ। ਚੱਲ ਖੁਸ਼ੀ ਸੀ ਮੈਨੂੰ ਬਈ ਇਹ ਰੌਲਾ ਇਹਨਾਂ ਦਾ ਹੈ ਨਹੀਂ, ਇਹ ਵਧੀਆ ਪੈਸੇ ਬਣਾਉਂਦੇ। ਪਰ ਤੁਹਾਡਾ ਵੀ ਇਹੀ ਕੰਮ, ਮੈਂ ਹੈਰਾਨ ਹੋ ਗਿਆ। ਅੱਲਾ ਜੀ ਭਾਈ ਟਰੱਕ ਲੈ ਕੇ ਆਏ, ਮੇਰਾ ਨਾਮ ਸੁਖਵਿੰਦਰ ਜੋਲ ਆ ਜੀ। 2021 ਦਾ ਨਾਲ ਸੰਤੋਖ ਭਾਈ ਦੇ ਨਾਲ ਖੜੇ ਕੀਤੇ ਟਰੱਕ ਜੀ। 2 ਲੱਖ ਦੇ ਲਏ, 1 ਸਾਲ ਹੋਇਆ ਜੀ ਟਰੱਕ ਲੈਣ ਨੂੰ ਜੀ। ਬਹੁਤ ਮੁਸ਼ਕਲ ਆ ਜੀ ਜੋਲ ਸਾਹਿਬ, ਬਿਲਕੁਲ। ਇਹਦੇ ਲਈ ਹੁਣ ਮੇਰੇ ਖਿਆਲ ਆਪਾਂ ਘੰਟਾ ਹੋ ਗਿਆ, ਇਦੋਂ ਬਾਅਦ ਕੀ ਡਿਸਕਸ ਕਰੀਏ ਹੁਣ। 12 ਸਾਲ ਦੇ ਸਮੇਂ ਤੋਂ ਬਾਅਦ ਲੱਗਦਾ ਹੈ ਫਲਸਤੀਨੀਆਂ ਦੀ ਸ਼ਾਇਦ ਸੁਣੀ ਜਾਵੇ। ਬੈਂਜਾਮਿਨ ਨੇਤਨਯਾਹੂ ਇਜ਼ਰਾਈਲ ਦੀ ਰਾਜਨੀਤੀ 'ਚੋਂ ਬਾਹਰ ਹੋ ਜਾਣ, ਪਰ ਜਿਹੜੇ ਅਗਲੇ ਆ ਰਹੇ ਨੇ 2, ਉਹਨਾਂ 'ਚੋਂ ਇੱਕ ਆ ਜਿਹੜਾ ਫਾਰ ਰਾਈਟ ਪੋਲੀਟੀਸ਼ੀਅਨ ਹੈ ਤੇ ਉਹਨੂੰ ਪਾਣ ਜਿਹੜੀ ਨੇਤਨਯਾਹੂ ਨੇ ਚਾੜੀ ਹੋਈ ਹੈ, ਨੈਫਤਾਲੀ ਬੈਨਟ ਉਸ ਦਾ ਨਾਂ ਹੈ। ਉਸ ਤੋਂ ਬਾਅਦ ਉਹਦੇ ਨਾਲ ਜਿਹੜਾ ਸਾਂਝ ਪਾ ਰਿਹਾ ਉਹ ਸੈਂਟਰ ਦੀ ਇੱਕ ਪਾਰਟੀ ਆ ਯੇਰ ਲਪੀਦ ਵੀ। ਇਹ ਦੋਨੇ ਰਲ ਕੇ ਬਣਨਗੇ, ਪਹਿਲਾਂ ਪ੍ਰਧਾਨ ਮੰਤਰੀ ਇੱਕ ਬਣੇਗਾ, ਫਿਰ ਦੂਸਰਾ ਬਣੇਗਾ। ਐਤਵਾਰ ਨੂੰ ਦੋਨਾਂ ਨੇ ਕਿਹਾ, ਬੈਨਟ ਨੇ ਕਿਹਾ। ਨੇਤਨਯਾਹੂ ਨੇ ਉਹਨੂੰ ਰਾਜਨੀਤੀ ਸੁਣਾਈ ਆ, ਪੈਸੇ ਧੇਲੇ ਵਾਲਾ, ਵੱਡਾ ਬਿਜ਼ਨਸਮੈਨ ਹੈ, ਟੈਕ ਇੰਟਰਪ੍ਰੀਨਰ ਹੈ ਤੇ ਮਲਟੀ ਮਿਲੀਅਨਰ ਹੈ। ਤੇ ਦੂਸਰਾ ਜਿਹੜਾ ਹੈ ਉਹ ਪ੍ਰੈਸ ਦੇ ਵਿੱਚੋਂ ਗਿਆ, TV ਐਂਕਰ, ਬਹੁਤ ਪਸੰਦੀਦਾ। ਤੇ ਹੁਣ 4 ਇਲੈਕਸ਼ਨਾਂ ਜਿਹੜੀਆਂ ਹੋ ਕੇ ਹਟੀਆਂ ਪਿਛਲੀਆਂ 2 ਸਾਲਾਂ ਦੇ ਵਿੱਚ ਹੀ, ਨੇਤਨਯਾਹੂ ਨੇ ਰੌਲਾ ਪਾਇਆ ਜਦ ਹੀ ਕਹਿੰਦਾ ਦੇਸ਼ ਨੂੰ, ਇਸ ਸਾਡੀ ਸਟੇਟ ਨੂੰ, ਇਜ਼ਰਾਈਲ ਨੂੰ ਖਤਰਾ ਹੋ ਸਕਦਾ ਹੈ, ਬੰਦੇ ਗੜਬੜ ਕਰ ਸਕਦੇ ਨੇ, ਇਹ ਉਹ। ਹੁਣ ਉਹ ਦੇਸ਼ ਦੀ ਅਖੰਡਤਾ ਦਾ ਹੀ ਰੌਲਾ ਪਾਏਗਾ, ਦੇਸ਼ ਦੀ ਗੱਲਬਾਤ ਕਰੇਗਾ। 49 ਸਾਲਾ ਬੈਨਟ ਨੇਤਨਯਾਹੂ ਦਾ ਡਿਫੈਂਸ ਮਿਨਿਸਟਰ ਵੀ ਰਿਹਾ ਤੇ ਦੂਸਰੇ ਬੰਨੇ ਜਿਹੜਾ ਨੇਤਨਯਾਹੂ ਨੇ ਉਸੇ ਸਮੇਂ ਕਿਹਾ, ਕਹਿੰਦਾ ਇਜ਼ਰਾਈਲ ਦੀ ਸਿਕਿਉਰਿਟੀ ਲਈ ਇਹ ਖਤਰਾ ਹੈ
ਤੇ ਇਜ਼ਰਾਈਲ ਦੀ ਸਾਡੀ ਸਟੇਟ ਦੇ ਲਈ ਇਹ ਖਤਰਾ ਹੈ। ਹੁਣ ਇਹ ਗੱਲ ਸਿਰੇ ਚੜ੍ਹ ਜਾਏਗੀ ਜਾਂ ਨਹੀਂ, ਹਾਲੇ ਕੁਝ ਨਹੀਂ ਪਤਾ। ਤੇ ਹੁਣ ਇਹ ਐਂਟੀ ਨੈਤਨਯਾਹੂ ਦਾ ਇੱਕ ਸਿਸਟਮ ਦੇ ਤੌਰ 'ਤੇ ਇਹ ਜਿਹੜੀ ਕੋਲੀਸ਼ਨ ਬਣ ਰਹੀ ਹੈ, ਤੇ ਇਹਦੇ 'ਚ ਇੱਕ ਅਰਬ ਇਜ਼ਰਾਈਲੀ ਜਿਹੜੇ ਨੇ ਇਜ਼ਰਾਈਲੀ ਅਰਬ ਨੇ, ਉਹਨਾਂ ਦੀ ਵੀ ਛੋਟੀ ਜਿਹੀ ਪਾਰਟੀ ਹੈ, ਲਪੀਦ ਦੀ ਯਸ਼ ਅਤੀਦ ਹੈ। ਤੇ ਸੋ ਇਸ ਦੇ ਵਿੱਚ ਹੁਣ ਖੈਰ ਫਰਕ ਨਹੀਂ ਕੋਈ, ਜੇ ਆਪਾਂ ਗੱਲ ਕਹੀਏ ਵੀ ਬਹੁਤ ਫਰਕ ਪੈ ਜੂ, ਨਹੀਂ ਫਰਕ ਨਹੀਂ ਪੈਣਾ। ਜਿਹੜਾ ਇਜ਼ਰਾਈਲ ਦੀ ਕਾਇਮੀ ਦੇ ਲਈ ਜਿਹੜੀ ਉਸ ਤੋਂ ਬਾਅਦ ਅਨੈਕਸੇਸ਼ਨ ਹੈ ਵੈਸਟ ਬੈਂਕ ਦਾ ਏਰੀਆ ਲੈਬਨਾਨ ਨਾਲ ਰਲਦਾ, ਜਾਰਡਨ ਦਰਿਆ ਤੋਂ ਉੱਪਰਲੇ ਬੰਨੇ ਇੱਕ ਪਾਸੇ ਉਹ ਜਾਰਡਨ ਨਾਲ ਜਿਹੜਾ ਉਸ ਦੀ ਸੀਮਾ ਲੱਗਦੀ ਹੈ, ਉਹਦੇ ਤੇ ਜਿਹੜੀਆਂ ਬਸਤੀਆਂ ਬਣਾ ਰਿਹਾ ਇਜ਼ਰਾਈਲ 67 ਦੀ ਵਾਰ ਤੋਂ ਬਾਅਦ 6 ਦਿਨਾਂ ਦੀ, ਉਹ ਇੱਕ ਬਹੁਤ ਵੱਡਾ। ਸੋ ਦੇਖਦੇ ਹਾਂ ਬਾਕੀ ਗੱਲ ਸਿਰੇ ਪਹੁੰਚਦੀ ਆ ਜਾਂ ਨਹੀਂ। ਪਰ ਲਪੀਦ ਦਾ ਬਹੁਤ ਨਵਾਂ 57 ਸਾਲ ਦਾ ਮਿਕਸ ਮਾਰਸ਼ਲ ਆਰਟ ਦਾ ਬੰਦਾ ਇਹ ਰਿਹਾ, ਤੇ TV ਐਂਕਰ ਉਸ ਤੋਂ ਬਾਅਦ ਇਹ ਬਣਿਆ। ਇੱਕ ਫਾਰ ਰਾਈਟ ਹੈ ਜਿਹੜਾ ਇਜ਼ਰਾਈਲ ਤੇ ਇਜ਼ਰਾਈਲ ਇਹ ਕਹਿੰਦਾ, ਇਹ ਜਿਹੜਾ ਸੈਂਟਰ ਦਾ ਬੰਦਾ ਹੈ। ਦੇਖਦੇ ਹਾਂ ਜੇ ਇਹ ਗੱਲ ਸਹੀ ਰਹਿ ਜੇ। ਬਾਕੀ ਸਭ ਦਾ ਧੰਨਵਾਦ ਜੀ। ਕਮਿਊਨਿਟੀ ਦੇ ਦੁੱਖ ਬਹੁਤ ਨੇ, ਬਾਕੀ ਰਾਜਨੀਤਿਕਾਂ ਦੀ ਮਰਜ਼ੀ ਹੈ। ਹੁਣ ਅਵਾਲ ਤੁਸੀਂ ਸੁਣ ਕੇ ਹਟਿਓ ਸਰਦਾਰ ਸੰਤੋਖ ਸਿੰਘ, ਉਹ ਕਹਿੰਦੇ ਮੈਂ ਭੁੱਖ ਹੜਤਾਲ 'ਤੇ ਬਹਿ ਜਾਣਾ। ਮਰਜ਼ੀ ਇਹਨਾਂ ਦੀ ਹੈ। ਕਮਿਸ਼ਨਰ ਕੁਛ ਅਸਲ ਜਿਹੜੀ ਇੱਕ ਜੋਬ ਤੁਸੀਂ ਫੈਸਿਲੀਟੇਟ ਕੀਤੀ ਬਈ ਸਿਰਫ ਤੇ ਸਿਰਫ ਇਹ ਤੁਹਾਡੇ ਲਈ ਹੈ। ਉਹ ਬੰਦਾ ਤੁਹਾਡੀ ਬਾਂਹ ਨਹੀਂ ਫੜਦਾ, ਤੁਹਾਨੂੰ ਉਹਦੇ ਕੋਈ ਪਤਾ ਸਤਾ ਕਰ ਲੈਣਾ ਸੀ ਉਹਦੀ ਕਿੱਥੇ ਪਿੱਛੋਂ ਕੌਣ ਆ, ਉਹਦੇ ਕਿਹੜੇ ਪਾਸਿਓਂ ਆਇਆ, ਕਿੱਥੇ ਟ੍ਰੇਨਡ ਹੋ ਕੇ ਆਇਆ, ਆਸਟ੍ਰੇਲੀਆ ਕਿਹਨੇ ਭੇਜਿਆ, ਕਿਹੜੀ ਸਰਕਾਰ ਵੇਲੇ ਦਾ ਬਿਊਰੋਕਰੈਟ ਹੈ। ਕਿਤੇ ਚੈੱਕ ਕਰ ਲਈਦਾ ਹੁੰਦਾ ਬੰਦਾ ਰੱਖਿਆ ਹੋਇਆ, ਕਈ ਵਾਰ ਜਾਣ ਕੇ ਵੀ ਖੁਆਰੀ ਹੋ ਸਕਦੀ ਹੈ, ਰਾਜਨੀਤਿਕ ਪੈਂਤੜੇ ਵੀ ਹੋ ਸਕਦੇ ਨੇ। ਕੱਲ੍ਹ ਨੂੰ ਜੀ 9:15 ਵਜੇ ਫੇਰ ਸੇਵਾ 'ਚ ਤੁਹਾਡੀ ਹਾਜ਼ਰ ਹੋਣਾ। ਦੂਜੇ ਅੱਜ ਪ੍ਰੋਗਰਾਮ 'ਚ ਤੁਹਾਡੀ ਹਾਜ਼ਰੀ ਨਹੀਂ ਲੱਗਣੀ, ਮਾਫੀ, ਬਹੁਤ ਜ਼ਰੂਰੀ ਕੋਈ ਕੰਮ ਹੈ। ਅਤੇ ਕੱਲ੍ਹ ਨੂੰ ਮਿਲਦੇ ਆ। ਰੱਬ ਰਾਖਾ।